अच्छा मेरी आवाज़ ही बंद हो गई। मैं तो आप ही अपनी माइक ही बंद करता है। एक सेकंड, मैं तो माइक अपना बंद करता तो मैं गोरखी साहब ਨੂੰ ਫਤਿਹ ਬੁਲਾਈ ਜਾ ਰਹੇ हैं, जवाब आ नहीं रहा। जवाब कितों होना जैसा सप्लाई बंद होगी। वो सुनाओ। बिल्कुल वधिया जी, बिल्कुल वधिया। हाँ जी, करो जी विचार साझी। हाँ जी हाँ जी। ਵਿਚਾਰ ਕੀ ਆ, ਕਬੀਰ ਜੀ ਦੇ ਡੰਡੇ ਆ, ਆਪਾਂ ਤਿਆਰ ਹੋ ਜਾਈਏ ਤਿਆਰ। ਕਬੀਰ ਜੀ ਜਿਹੜੇ ਹੈਗੇ ਕਬੀਰ ਜੀ ਇਲਾਜ ਨਹੀਂ ਕਰਦੇ। ਹਾਂ ਉਹ ਤਾਂ ਬਹੁਤ ਕਮਾਲ ਆ ਜੀ, ਕਮਾਲ ਆ। ਤੇ ਅੱਜ ਆਪਾਂ 1158 ਅੰਗ ਦੇ ਉੱਤੇ ਹੈਗੇ ਆ ਤੇ ਪੈਰੋ ਰਾਗ ਆ। ਇਹਦੇ ਵਿੱਚ ਕਬੀਰ ਜੀ ਦਾ ਜਿਹੜਾ ਸ਼ਬਦ ਹੈਗਾ, ਆਪਾਂ 5ਵਾਂ ਸ਼ਬਦ ਲੈ ਰਹੇ ਹਾਂ ਭੈਰੋ ਰਾਗ ਦੇ ਵਿੱਚ, ਭਗਤਾਂ ਦੀ ਬਾਣੀ ਦੇ ਵਿੱਚ ਸਿਰਮੌਰ ਕਬੀਰ ਜੀ। ਇਹਦੇ ਵਿੱਚ ਕਬੀਰ ਜੀ ਕਹਿ ਰਹੇ ਆ ਕਿ ਹੁੰਦਾ ਕੀ ਹੈ ਭਾਈ ਭਗਤੀ ਕਰਨ ਦਾ ਫਾਇਦਾ। ਇਹ ਭਗਤੀ ਕਿਉਂ ਕਰੀਏ ਅਸੀਂ, ਰੱਬ ਦੀ ਭਗਤੀ ਕਿਉਂ ਕਰੀਏ? ਇੰਨੀ ਦੁਨੀਆ ਦੇ ਸਵਾਦ ਹੈਗੇ, ਦੇਖ ਲਓ ਘਰ ਗ੍ਰਸਤੀ ਆ, ਬੱਚੇ ਹੈਗੇ ਸਾਰੇ ਜਿਹੜੇ ਹੈਗੇ, ਹੋਰ ਖਾਣ ਪੀਣ ਦੇ ਕਿੱਧਰ ਕਿੱਧਰ ਆਊਟਿੰਗ ਕਰਨ ਦੇ ਕਿੱਥੇ ਕਿੱਥੇ ਕਿੰਨੇ ਤਾਂ ਸਵਾਦ ਪਏ ਹੋਏ ਦੁਨੀਆ ਦੇ ਵਿੱਚ, ਪਦਾਰਥ ਪਏ ਹੋਏ, ਇੰਨਾ TV, ਇੰਨਾ ਇੰਟਰਨੈਟ ਔਰ ਇੰਨਾ ਸਾਰਾ ਕੁਛ। ਇਹਨੂੰ ਛੱਡ ਕੇ ਭਗਤੀ ਕਰੀਏ, ਕਾਹਦੇ ਵਾਸਤੇ ਕਰੀਏ ਭਗਤੀ ਭਾਈ? ਕਬੀਰ ਜੀ ਹੁਣ ਇਹ ਤਾਂ ਜਵਾਬ ਦੇ ਰਹੇ। ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਕਬੀਰ ਜੀ ਕਹਿੰਦੇ ਆ ਭਾਈ ਦੇਖ ਪਿਆਰਿਆ, ਇਹ ਭਗਤੀ ਜਿਹੜੀ ਹੈਗੀ ਆ ਨਾ, ਪਰਮਾਤਮਾ ਦੀ ਭਗਤੀ ਕਰਨੀ ਕਿਉਂ ਕਰਨੀ ਹੈ ਭਗਤੀ? ਦੇ ਗੰਗਾ ਦੇ ਨਾਲ ਨਾ ਕੋਈ ਨਦੀ ਜਿਹੜੀ ਹੈਗੀ ਆ, ਗੰਗਾ ਦੇ ਨਾਲ ਗੋਮਤੀ ਨਦੀ ਗੰਗਾ ਦੇ ਵਿੱਚ ਜਾ ਕੇ ਪੈ ਜਾਂਦੀ ਆ। ਅਤੇ ਉਸ ਤੋਂ ਅੱਗੇ ਕੀ ਗੋਮਤੀ ਕਹਿੰਦੀ ਹੈ ਉਹਨੂੰ, ਉਹ ਨਦੀ ਨੂੰ ਕਹਿੰਦੇ ਉਹ ਤਾਂ ਫਿਰ ਗੰਗਾ ਹੋ ਜਾਂਦੀ ਹੈ। ਸਲਤਾ ਕਹਿੰਦੇ ਨਦੀ, ਕਹਿੰਦੇ ਗੰਗਾ ਦੇ ਨਾਲ ਕੋਈ ਵੀ ਨਦੀ ਗੰਗਾ 'ਚ ਜਾ ਕੇ ਡਿੱਗਦੀ ਹੈ ਅਤੇ ਅੱਗੇ ਉਹਨੂੰ ਕੀ ਕਹਿੰਦੇ ਆ? ਉਹਨੂੰ ਗੋਮਤੀ ਨਹੀਂ ਕਹਿੰਦੇ, ਉਹਨੂੰ ਗੰਗਾ ਹੀ ਕਹਿੰਦੇ ਆ। ਆਹ ਫਾਇਦਾ ਹੈ ਰਾਮ ਦੀ ਭਗਤੀ ਕਰਨ ਦਾ, ਆਹ ਫਾਇਦਾ ਹੈ ਪਰਮਾਤਮਾ ਦੀ ਭਗਤੀ ਕਰਨ ਦਾ, ਵੀ ਪਰਮਾਤਮਾ ਦਾ ਹੀ ਰੂਪ ਹੋ ਜਾਏਗਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਅਵਗੁਣ ਹੈਗੇ ਸਾਰੇ ਦੇ ਸਾਰੇ ਗਵਾਚ ਜਾਣਗੇ ਤੇਰੇ। ਗੰਗਾ ਕੇ ਸੰਗ ਸਲਤਾ ਬਿਗਰੀ, ਔਰ ਇੱਥੇ ਦੁਨੀਆ ਦੇ ਵਿੱਚ ਹੀ ਰਹੇਗਾ ਅਤੇ ਇਹਨੂੰ ਐਕਸਪੈਰੀਮੈਂਟ ਕਰ ਲਈ। ਜੇ ਤੂੰ ਜਿਹੜਾ ਹੈਗਾ ਤੇਰੇ ਅੰਦਰ ਜੋਤ ਪ੍ਰਕਾਸ਼ ਹੋ ਗਿਆ, ਤੇਰੇ ਅੰਦਰ ਐਨਲਾਈਟਨਮੈਂਟ ਹੋ ਗਿਆ, ਤੇਰੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਤੂੰ ਇੱਕਮਿਕ ਹੋ ਗਿਆ, ਤੂੰ ਆਪਣੀ ਆਤਮਾ ਤੱਕ ਪਹੁੰਚ ਗਿਆ। ਤੂੰ ਇਹ ਭਰਮ ਜਿਹੜਾ ਹੈ, ਧੋਖਾ, ਇਹ ਕਾਲਕ ਜਿਹੜੀ ਹੈ ਪਾਸੇ ਕਰ ਦਿੱਤੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਤਾ ਲੱਗ ਗਿਆ ਭਾਈ ਵੀ ਗਿੱਦੜ ਨਹੀਂ ਹੈ ਮੈਂ ਤਾਂ ਵੈਸੇ ਹੀ ਜਿਹੜਾ ਭੇਡਾਂ ਦੇ ਝੁੰਡ ਦੇ ਵਿੱਚ ਜਾ ਕੇ ਜਿਹੜਾ ਹੈਗਾ ਮੈਂ ਭੇਡੂ ਬਣਿਆ ਹੋਇਆ ਸੀਗਾ। ਇਹ ਮਾਇਆ ਨੇ ਮੈਨੂੰ ਭੇਡੂ ਬਣਾਇਆ ਹੋਇਆ ਸੀਗਾ। ਬਸ ਆਪਣੇ ਮਗਰ ਲਾਇਆ ਸੀਗਾ। ਇਹ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਦੇ ਨਾਲ ਮੈਂ ਬਸ ਮੇਰੀ ਸੁਰਤ ਮਾਇਆ ਵੱਲ ਨੂੰ ਹੀ, ਬਸ ਜਿਵੇਂ ਭੇਡ ਚੱਲਦੀ ਹੈ ਨਾ ਉਵੇਂ ਦਾ ਮੈਂ ਚੱਲੀ ਜਾਂਦਾ ਸੀਗਾ। ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਪਤਾ ਲੱਗ ਗਿਆ ਭਾਈ ਬਈ ਭਗਤੀ ਕਰਨ ਦਾ ਕੀ ਫਾਇਦਾ ਹੈ। ਹੇ ਮੇਰੇ ਮਨਾ, ਲੱਗ ਗਿਆ ਪਤਾ ਤੈਨੂੰ? ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਬਿਗੜਿਓ ਕਬੀਰਾ ਰਾਮ ਦੁਹਾਈ, ਕਹਿੰਦੇ ਮੈਂ ਤਾਂ ਮਾਲਕ ਪਰਮਾਤਮਾ ਦੀ ਦੁਆਈ ਦਿੰਦਾ, ਮੈਂ ਤਾਂ ਵਿਗੜਿਆ ਆ। ਮੈਂ ਓਪਨਲੀ ਸਾਰਿਆਂ ਨੂੰ ਕਹਿੰਦਾ ਮੈਂ ਤਾਂ ਮਾਲਕ ਪਰਮਾਤਮਾ ਦੇ ਵਾਸਤੇ, ਮੈਂ ਤਾਂ ਜੇ ਤੁਸੀਂ ਕਹਿੰਦੇ ਹੋ ਨਾ ਕਬੀਰ ਵਿਗੜ ਗਿਆ ਆ, ਅਤੇ ਮੈਂ ਵਿਗੜ ਗਿਆ ਆ ਭਾਈ, ਮੈਂ ਵਿਗੜ ਗਿਆ। ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਥੈ ਨਾ ਜਾਈ ਰਹਾਓ। ਕਹਿੰਦੇ ਮੈਂ ਤਾਂ ਸੱਚ ਹੋ ਗਿਆ ਆ, ਮੇਰੇ ਅੰਦਰੋਂ ਤਾਂ ਝੂਠ ਲੈ ਗਿਆ, ਮੇਰੇ ਅੰਦਰੋਂ ਤਾਂ ਕਾਲਕ ਲੈ ਗਈ,
ਮੈਂ ਤਾਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਸਰੀਰ ਹੈਗਾ ਆ, ਮੈਂ ਬੰਦਾ ਹੈਗਾ, ਮੈਂ ਤੀਵੀਂ ਹੈਗਾ। ਮੈਂ ਤਾਂ ਆਪਣੇ ਆਪ ਨੂੰ ਆਕਾਰ ਹੀ ਸਮਝੀ ਬੈਠਾ ਸੀਗਾ। ਉਹ ਆਕਾਰ ਸਾਰਾ ਝੜ ਗਿਆ ਮੇਰਾ। ਮੈਂ ਤਾਂ ਸੱਚ ਹੋ ਗਿਆ, ਸੱਚ, ਨਿਰੋਲ ਸੱਚ। ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਨਹੀਂ ਹੁਣ ਕਿਤੇ ਜਾਂਦਾ ਭਾਈ। ਹੁਣ ਮੇਰਾ ਕਿੱਥੇ ਜਾਣਾ ਹੈ? ਮੈਂ ਹੁਣ ਮੇਰਾ ਹੋ ਗਿਆ ਕੰਮ। ਰਹਾਓ। ਹਾਂਜੀ ਗੋਰਖੀ ਸਾਹਿਬ, ਬੜਾ ਕਮਾ ਲਿਆ ਜੀ, ਬੜਾ ਕਮਾ ਲਿਆ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਅੱਜ ਦੇ ਵਿਚਾਰ ਚੱਲਦੀ ਹੈ, ਦੇਖਦੇ ਹਾਂ ਬਾਣੀ ਕੀ ਸਮਝਾਉਂਦੀ ਹੈ ਸਾਨੂੰ। ਮੇਰੀ ਆਵਾਜ਼ ਠੀਕ ਹੈ ਨਿੱਜਰ ਸਾਹਿਬ? ਹਾਂਜੀ ਹਾਂਜੀ, ਤੁਹਾਡੀ ਆਵਾਜ਼ ਤਾਂ ਬਿਲਕੁਲ ਸਹੀ ਹੈ ਜੀ। ਤੁਹਾਡੀ ਆਵਾਜ਼ ਸੁਣਨ ਨੂੰ ਤਾਂ ਅਸੀਂ ਜਿਹੜੇ ਹੈ ਬੇਤਾਬ ਹੋ ਜਾਂਦੇ ਹਾਂ। ਮੇਰੀ ਆਵਾਜ਼ ਚਲੋ ਠੀਕ ਹੈ ਜੀ। अच्छा निजा साहब, ये पहली तो थोड़ी सरल करो, की कह रहे ने गंगा के संग मिलते। गंगा के संग सलिता बिगड़ी। सलिता कहते हैं सरिता। सरिता जिहड़ा हैगा ये हिंदी का प्योर लफ्ज़ हैगा। सरिता का मतलब हुंदा नदी। कहते गंगा नदी ऐसी हैगी कि उहदे नाल जिहड़ी भी नदी उहदे विच पैंदी आ, कहते वो बिगड़ जाती है। बस बिगड़ जाती मतलब उहदा अपना रूप नहीं रहिंदा। फिर वो गंगा हो के निबड़दी आ। ਐਸੇ ਤਰੀਕੇ ਦੇ ਨਾਲ ਪਰਮਾਤਮਾ ਦੀ ਭਗਤੀ ਕਰਨ ਵਾਲਾ ਜਿਹੜਾ ਹੈਗਾ ਉਹ ਆਮ ਨਹੀਂ ਰਹਿ ਜਾਂਦਾ, ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਦੁਨੀਆ ਦੇ ਵਿੱਚ ਰਹਿੰਦੇ ਹੋਏ, ਇਸ ਸਰੀਰ ਦੇ ਵਿੱਚ ਰਹਿੰਦੇ ਹੋਏ, ਘਰ ਗ੍ਰਸਤੀ ਦੇ ਵਿੱਚ ਰਹਿੰਦੇ ਹੋਏ ਹੀ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਹ। ਵਿਗੜਿਓ ਕਬੀਰਾ ਰਾਮ ਦੁਹਾਈ। ਕਹਿੰਦੇ ਮੈਂ ਵੀ ਵਿਗੜ ਗਿਆ, ਮੈਂ ਵੀ ਵਿਗੜ ਗਿਆ ਭਾਈ, ਮੈਂ ਵੀ ਵਿਗੜ ਗਿਆ। ਕਬੀਰਾ ਨਾਮ ਦਾ ਜਿਹੜਾ ਬੰਦਾ ਸੀ ਨਾ, ਵਿਗੜ ਗਿਆ ਉਹ ਰਾਮ ਦੀ ਦੁਹਾਈ ਦੇ ਕੇ ਵਿਗੜ ਗਿਆ ਕਬੀਰਾ। ਕੀ ਹੋ ਗਿਆ? ਸਾਚ ਭਇਓ। ਕਹਿੰਦੇ ਉਹ ਤਾਂ ਰਾਮ ਹੋ ਗਿਆ ਭਾਈ, ਉਹ ਤਾਂ ਸੱਚ ਹੋ ਗਿਆ, ਉਹਦਾ ਝੂਠ ਸਾਰਾ ਲੈ ਗਿਆ, ਉਹਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹਦੀ ਕਾਲਕ ਸਾਰੀ ਦੀ ਸਾਰੀ ਦੂਰ ਹੋ ਗਈ। ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦੇ ਹੁਣ ਨਹੀਂ, ਹੁਣ ਕਿੱਥੇ ਜਾਣਾ ਹੈ? ਕਹਿੰਦੇ ਮੇਰੀ ਯਾਤਰਾ ਪੂਰੀ ਹੋ ਗਈ ਭਾਈ, ਹੁਣ ਨਹੀਂ ਮੈਂ ਕਿਤੇ ਜਾਂਦਾ, ਕਿਸੇ ਕੋਲ ਕਿਸੇ ਨੂੰ ਲੱਭਦਾ। ਰਹਾਓ। ਹਾਂਜੀ ਗੁਰਕੀ ਸਾਹਿਬ। ठीक है जी। वो कह रहे ने कि ਜਦੋਂ ਕੋਈ ਬੂੰਦ ਸਾਗਰ 'ਚ ਜਾਂਦੀ ਹੈ ਤੇ ਫਿਰ ਉਹਦੀ ਮਲੀਨਤਾ ਖਤਮ ਹੋ ਜਾਂਦੀ, ਸਾਗਰ ਹੋ ਜਾਂਦੀ। ਆਪਨੇ ਦੇਖੀ ਨਦੀਆਂ, ਕਈ ਨਦੀਆਂ ਉਹਨਾਂ ਦਾ ਪਾਣੀ ਗੰਦਾ ਹੁੰਦਾ ਤੇ ਜਦੋਂ ਉਹਦਾ ਮਿਲਣ ਸਮੁੰਦਰ ਦੇ ਨਾਲ ਹੁੰਦਾ ਤੇ ਫਿਰ ਨਦੀ ਜਦੋਂ ਆਪਣਾ ਰੂਪ ਤਿਆਗ ਦਿੰਦੀ ਆ, ਫਿਰ ਉਹਨੂੰ ਨਦੀ ਨਹੀਂ ਕਿਹਾ ਜਾਂਦਾ, ਉੱਥੇ ਸਾਗਰ ਹੋ ਗਈ ਨਾ। ਹੁਣ ਜਿਹੜੀ ਨਦੀ ਸਮੁੰਦਰ 'ਚ ਗਈ ਉਹ ਤੇ ਸਮੁੰਦਰ ਦਾ ਰੂਪ ਹੋ ਗਈ। ਹੁਣ ਜਦੋਂ ਸਮੁੰਦਰ ਦੇ ਕੰਟੈਕਟ 'ਚ ਆਉਂਦੀ ਹੈ, ਫਿਰ ਸਮੁੰਦਰ ਕੀ ਕਰਦਾ ਕਿ ਉਹਨੂੰ ਪਿਊਰੀਫਾਈ ਕਰਦਾ। ਉਹਦੇ ਵਿੱਚ ਜਿਹੜੀ ਵੀ ਗੰਦਗੀ ਹੁੰਦੀ ਆ, ਵੇਖੋ ਉਹਨੂੰ ਵਾਸ਼ ਆਊਟ ਕਰ ਦਿੰਦਾ ਨਿਜਰ ਸਾਹਿਬ। ਫਿਰ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਉਹਦੀ। ਕਿਉਂਕਿ ਸਮੁੰਦਰ ਤੇ ਬਹੁਤ ਵੱਡਾ ਹੈ, ਐਡਾ ਵੱਡਾ ਸੁਲਤਾਨ ਹੈ, ਉਹਦੇ 'ਚ ਪਤਾ ਨਹੀਂ ਕਿੰਨੀਆਂ ਅਣਗਿਣਤ ਨਦੀਆਂ ਉਹ 'ਚ ਪੈਂਦੀਆਂ ਨੇ। ਤੇ ਉਹ ਵੇਖੋ ਉਹ ਉਸੇ ਤਰ੍ਹਾਂ ਹੀ ਰਹਿੰਦਾ ਤੇ ਉਹ ਵੇਖ ਨਦੀਆਂ ਆਪਣੀ ਹੋਂਦ ਨੂੰ ਖਤਮ ਕਰ ਲੈਂਦੀਆਂ ਤੇ ਉਹ ਸਾਗਰ ਬਣ ਜਾਂਦੀਆਂ। ਇਸੇ ਤਰ੍ਹਾਂ ਜਦੋਂ ਪਰਮਾਤਮਾ ਦੇ ਵਿੱਚ ਕੋਈ ਬੂੰਦ ਸਮਾਉਂਦੀ ਹੈ ਨਾ, ਬੂੰਦ ਤੋਂ ਭਾਵ ਕੋਈ ਜੀਵ, ਤਾਂ ਉਹ ਵੀ ਉਹਦੇ ਅੰਦਰ ਬੜੀ ਪਿਉਰੀਫਿਕੇਸ਼ਨ ਹੋ ਜਾਂਦੀ ਨਜ਼ਰ ਸਾਹਿਬ। ਔਰ ਜੀਵ ਤੋਂ ਭਾਵ ਇਨਸਾਨ। ਹਾਂ, ਬੜਾ ਉੱਚੇ ਲੈਵਲ ਦਾ ਇਨਸਾਨ ਹੋ ਜਾਂਦਾ ਹੈ। ਕਬੀਰ ਜੀ ਫਿਰ ਇਸੇ ਕਰਕੇ ਕਹਿੰਦੇ ਨੇ, ਰਾਮ ਕਬੀਰਾ ਇੱਕ ਭੇਦ ਤੇ ਕੋਈ ਨਾ ਸਕੇ ਪਛਾਣੇ। ਕਿਉਂਕਿ ਉਹ ਬੜੀ ਪਿਓਰਿਟੀ ਆ। ਹੁਣ 24 ਕਹਿੰਦੇ ਹਰ ਜਿਹਾ ਹੋਏ। ਬਾਣੀ ਜੀ ਕਿਤੋਂ ਕੋਲ ਹਰ ਜਨ ਐਸਾ ਚਾਹੀਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਾਂ, ਪਰਮਾਤਮਾ ਦੇ ਗੁਣ ਤੁਹਾਨੂੰ ਆਪਣੇ ਅੰਦਰ ਲਿਆਉਣੇ ਪੈਣੇ ਆ। ਲਿਆਉਣੇ ਨਹੀਂ ਪੈਣੇ, ਆਪਣੇ ਆਪ ਹੀ ਆਏ ਨੇ। ਨਦੀ 'ਚ ਹੁਣ ਜਿਹੜੇ ਗੁਣ ਸਾਗਰ ਦੇ ਕਿੱਥੋਂ ਆਉਣੇ ਆ? ਪਰ ਜਦੋਂ ਸਮੁੰਦਰ 'ਚ ਵੱਜ ਜਾਂਦੀ ਹੈ ਰਜਾ ਸਾਹਿਬ, ਸਮੁੰਦਰ ਦੇ ਗੁਣ ਨਦੀ 'ਚ ਆ ਜਾਂਦੇ ਆ, ਨਦੀ ਦੇ ਪਾਣੀ 'ਚ ਬਿਲਕੁਲ ਆ ਜਾਂਦੇ ਆ। ਦੇਖ ਲਓ, ਖਾਰਾ ਹੋ ਜਾਂਦਾ ਨਦੀ ਦਾ ਪਾਣੀ ਵੀ, ਉਸੇ ਵੇਲੇ ਹੋ ਜਾਂਦਾ ਖਾਰਾ। ਹਾਂ ਬਿਲਕੁਲ ਠੀਕ ਹੈ ਜੀ। ਵਿਚਾਰ ਆਪ ਧਿਆਨ ਦੇਖੋ। ਇੱਥੇ ਪਤਾ ਕੀ ਕਹਿ ਰਹੇ ਨੇ ਅਗਲੀ ਤੋਂ ਬੋਲੋ ਨਿਜਰ ਸਾਹਿਬ। ਹਾਂ, ਬਿਗੜਿਓ ਕਬੀਰਾ ਰਾਮ ਦੁਹਾਈ। ਕਹਿੰਦੇ ਜਿਵੇਂ ਜਿਹੜਾ ਗੰਗਾ ਦੇ ਨਾਲ ਸਲਤਾ ਵਿਗੜ ਗਈ ਸੀ, ਨਦੀ ਵਿਗੜ ਜਾਂਦੀ ਹੈ ਤੇ ਉਹ ਗੰਗਾ ਬਣ ਜਾਂਦੀ ਆ, ਪਵਿੱਤਰ ਕਹਿੰਦੇ ਆ ਉਹਨੂੰ। ਗੰਗਾ ਪਵਿੱਤਰ, ਸਾਰੇ ਉਹਦੀ ਪੂਜਾ ਕਰਦੇ ਆ, ਸਾਰੇ ਉਹਦੇ ਵਿੱਚ ਨਹਾਉਂਦੇ ਆ।
ਉਸੇ ਤਰੀਕੇ ਦੇ ਨਾਲ ਕਹਿੰਦੇ ਕਬੀਰ ਕਹਿੰਦੇ ਮੈਂ ਵੀ ਵਿਗੜ ਗਿਆ ਬਾਈ, ਮੈਂ ਵੀ ਜਿਹੜਾ ਹੈਗਾ ਉਹ ਰਾਮ ਦੀ ਦੁਹਾਈ ਦਿੰਦਾ ਹੈ, ਮੈਂ ਰਾਮ ਦੀ ਦੁਹਾਈ, ਮੈਂ ਪਰਮੇਸ਼ਰ ਦਾ ਵਾਸਤਾ ਦੇ ਕੇ ਕਹਿ ਰਿਹਾ ਬਈ ਮੈਂ ਵੀ ਵਿਗੜ ਗਿਆ, ਮੈਂ ਓਪਨਲੀ ਕਹਿ ਰਿਹਾ। ਲੋਕੀ ਕਹਿੰਦੇ ਵੀ ਕਬੀਰ ਤਾਂ ਜਿਹੜਾ ਹੈਗਾ ਇਹ ਕੀ ਕਰ ਰਿਹਾ, ਕਿਹੜੇ ਪਾਸੇ ਲੱਗ ਗਿਆ ਹੈ। ਕਹਿੰਦੇ ਮੈਂ ਵਿਗੜ ਗਿਆ, ਮੈਂ ਆਪ ਐਕਸੈਪਟ ਕਰਦਾ ਇਸ ਚੀਜ਼ ਨੂੰ। ਵਿਗੜਿਓ ਕਬੀਰਾ ਰਾਮ ਦੁਹਾਈ, ਮੈਂ ਮਾਲਕ ਪਰਮਾਤਮਾ ਦੇ ਨਾਲ ਉਹਦੀ ਯਾਦ ਦੇ ਵਿੱਚ ਵਿਗੜ ਗਿਆ ਹੈ, ਉਹਦੀ ਦੁਹਾਈ ਦੇ ਕੇ ਉਹਨੂੰ ਯਾਦ ਕਰ ਕਰਕੇ ਵਿਗੜ ਗਿਆ ਹੈ। ਸਾਚ ਪਿਓ, ਮੈਂ ਸੱਚ ਹੋ ਗਿਆ ਹਾਂ। ਪਹਿਲਾਂ ਮੈਂ ਝੂਠ ਸੀਗਾ, ਮੈਂ ਸਰੀਰ ਸਮਝਦਾ ਸੀ ਆਪਣੇ ਆਪ ਨੂੰ, ਮੈਂ ਆਕਾਰ ਸਮਝਦਾ ਸੀ ਆਪਣੇ ਆਪ ਨੂੰ। ਹੁਣ ਕਹਿੰਦੇ ਆ ਮੈਂ ਸੱਚ ਹੋ ਗਿਆ। ਅਨ ਕਤੂਨ ਕਥੈ ਨਾ ਜਾਈ, ਮੈਂ ਹੁਣ ਕਿਤੇ ਨਹੀਂ ਜਾਂਦਾ। ਮੈਂ ਆਪਣੇ ਅੰਦਰ ਜਿਹੜਾ ਹੈਗਾ ਆਪਣੀ ਆਤਮਾ, ਮੈਂ ਆਤਮਾ ਰੂਪ ਹੋ ਗਿਆ ਹੈ, ਆਤਮਿਕ ਰੂਪ ਹੋ ਗਿਆ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਕਬੀਰ ਜੀ ਜੋ ਕਹਿ ਰਹੇ ਨੇ ਉਹ ਗੱਲ ਬਿਲਕੁਲ ਸਹੀ। ਕਿਉਂ ਸਹੀ ਹੈ? ਇਹ ਚੀਜ਼ ਤੁਹਾਡੇ ਨਾਲ ਵਾਪਰਨੀ ਹੈ, ਮੈਂ ਤਾਂ ਤੁਹਾਨੂੰ ਕਹਿ ਰਿਹਾ। ਕਬੀਰ ਜੀ ਤੇ ਚੱਲ ਗਏ, ਆਪਣਾ ਜੀਵਨ ਦਾ ਸਫ਼ਰ ਪੂਰਾ ਕੀਤਾ ਉਹਨਾਂ ਨੇ, ਉਹ ਚਲੇ ਗਏ। ਹੁਣ ਸਾਡਾ ਸਵਾਲ ਹੈ, ਇਹਦਾ ਜਵਾਬ ਅਸੀਂ ਲੱਭਣਾ। ਦੇਖੋ ਇਹ ਜੀ ਗੱਲ ਕਹਿ ਰਹੇ ਨੇ, ਪਹਿਲੀ ਗੱਲ ਤਾਂ ਕਹਿ ਰਹੇ ਨੇ ਕਿ ਬੂੰਦ ਸਾਗਰ ਚ ਗਈ, ਸਾਗਰ ਦਾ ਰੂਪ ਹੋ ਗਈ, ਉਹ ਗੱਲ ਹੋਈ। ਉਸ ਤੋਂ ਬਾਅਦ ਕਹਿੰਦੇ ਜਦੋਂ ਬੂੰਦ ਸਾਗਰ ਚ ਗਈ ਤੇ ਫਿਰ ਉਹ ਬੂੰਦ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਆਮ ਸੰਸਾਰੀ ਭਾਸ਼ਾ, ਉਹ ਬਾਣੀ ਕਹਿੰਦੀ ਨਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜੋੜ ਨਹੀਂ ਪੈਣਾ, ਕਿਉਂਕਿ ਇੱਕ ਬੰਦਾ ਰੱਬ ਦੀ ਗੱਲ ਕਰਦਾ, ਦੂਜਾ ਬੰਦਾ ਜੜ ਦੀ ਗੱਲ ਕਰਦਾ। ਇੱਕ ਬੰਦਾ ਕਹਿੰਦਾ ਚੇਤਨ ਦੀ ਗੱਲ ਹੈ, ਦੂਜਾ ਕਹਿੰਦਾ ਮੂਰਤੀਆਂ, ਮੰਦਿਰ, ਮਸੀਤਾਂ, ਧਾਰਮਿਕ ਸਥਾਨ। ਕਿੱਥੋਂ ਗੱਲ ਬਣੂ? ਨਾ, ਬਿਲਕੁਲ ਸਹੀ ਗੱਲ ਹੈ। ਉਹ ਕਹਿੰਦੇ ਆ ਕਿ ਬਾਹਰ ਮੱਥਾ ਟੇਕਣਾ, ਉਹ ਕਹਿੰਦਾ ਤੇਰੇ ਅੰਦਰ ਹੈ। ਮੱਥਾ ਕਿੱਥੋਂ ਟੇਕਣਾ? ਇਹ ਤਾਂ ਬਿਲਕੁਲ ਹੀ ਇੱਕ ਉਲਟੀਆਂ ਗੱਲਾਂ। ਇਹ ਤਾਂ ਲੜਾਈ ਵਾਲੀ ਗੱਲ ਹੋ ਗਈ, ਸੰਸਾਰੀਆਂ ਤੇ ਭਗਤਾਂ ਦਾ ਜੋੜ, ਲੜਾਈ ਵਾਲੀ ਗੱਲ ਆ। ਉਲਟੀ ਗੱਲ ਹੋ ਗਈ ਦੋਨਾਂ ਦੀ। ਤੇ ਉਹ ਜਿਹੜਾ ਬਾਹਰ ਹੈ ਉਹ ਲੋਕ ਖਿੱਚਦੇ, ਉਹ ਕਹਿੰਦੇ ਇੱਥੇ ਮੱਥਾ ਟੇਕੇ ਜਾਓ। ਉਹ ਕਹਿੰਦੇ ਜਾਣਾ ਨੀ ਕਿਤੇ, ਪਰ ਪੈ ਜਾਣਾ। ਬਿਲਕੁਲ। ਉਹ ਕਿਉਂਕਿ ਧਾਰਨਾ ਸਾਰੀਆਂ ਨੂੰ ਤੋੜਨਾ, ਅਗਲੇ ਨੇ ਰੌਲਾ ਪੈ ਜਾਣਾ, ਉੱਥੇ ਬਗਾਵਤ ਹੋ ਜਾਣੀ। ਹੁਣ ਕਹਿੰਦੇ ਵਿਗੜੇ, ਉਹ ਕਹਿੰਦਾ ਬੰਦਾ ਵਿਗੜ ਗਿਆ, ਖਰਾਬ ਹੋ ਗਿਆ ਬੰਦਾ। ਬੰਦਾ ਵਿਗੜ ਗਿਆ ਜੀ, ਵਿਗੜ ਗਿਆ। ਕਹਿੰਦੇ ਨੇ ਮਾਂ ਦਾ ਲਾਡਲਾ ਵਿਗੜ ਗਿਆ, ਗਾਣਾ ਹੈਗਾ ਨਿੱਜਰ ਸਾਹਿਬ। ਮੈਂ ਤਾਂ ਸੁਣਦਾ ਨਹੀਂ ਗਾਣਾ। ਅੱਛਾ, ਨਹੀਂ ਤੁਸੀਂ ਨੀ ਸੁਣਦੇ, ਮੈਂ ਤਾਂ ਸੁਣਾਤਾ ਨਾ ਤੁਹਾਨੂੰ। ਉਹ ਕਹਿੰਦੇ ਨਾ ਮਾਂ ਦਾ ਲਾਡਲਾ ਵਿਗੜ ਗਿਆ, ਇੱਥੇ ਕਹਿੰਦੇ ਕਬੀਰ ਜੀ ਵਿਗੜ ਗਏ। ਕਹਿੰਦੇ ਉਹ ਲੋਕੀ ਰੌਲਾ ਪਾਉਣ ਡੇ ਪਏ। ਕਿਉਂ ਰੌਲਾ ਪਾਉਣ ਡੇ ਪਏ? ਲੋਕੀ ਕਹਿੰਦੇ ਕਿ ਵੀ ਅਸੀਂ ਇੰਨੇ ਲੱਖਾਂ ਬੰਦੇ ਆ, ਇੰਨੀ ਭੀੜ ਇਕੱਠੀ ਹੋਈ ਆ, ਇਹ ਬੰਦਾ ਸਾਨੂੰ ਚੈਲੰਜ ਕਰ ਰਿਹਾ। ਹੁਣ ਚੈਲੰਜ ਕਰ ਰਿਹਾ ਕਿ ਉਹ ਹੰਕਾਰ ਨੂੰ, ਉਹ ਤੁਹਾਡੇ ਹੰਕਾਰ ਨੂੰ ਚੈਲੰਜ ਕਰ ਰਿਹਾ ਅਗਲਾ। ਤੇ ਹੁਣ ਹੰਕਾਰ ਦੇ ਵਿੱਚ ਪ੍ਰੋਬਲਮ ਪਤਾ ਕੀ ਹੁੰਦੀ ਹੈ? ਦੇਖੋ, ਜੇ ਮੇਰਾ ਹੰਕਾਰ ਨੂੰ ਜਦੋਂ ਨਿਜਾ ਸਾਹਿਬ ਨੇ ਚੈਲੰਜ ਕੀਤਾ ਨਾ, ਤਾਂ ਮੈਂ ਪੂਰਾ ਜ਼ੋਰ ਲਗਾਊਂਗਾ ਕਿ ਆਪਣੇ ਹੰਕਾਰ ਨੂੰ ਬਚਾਇਆ ਜਾਵੇ। ਮੈਂ ਨਹੀਂ ਵੇਖਣਾ ਕਿ ਨਿਜਾ ਸਾਹਿਬ ਨੇ ਕੀ ਪੁਆਇੰਟ ਦੀ ਗੱਲ ਕੀਤੀ ਆ। ਮੈਂ ਕਹਿੰਦਾ ਕਿ ਮੇਰੀ ਹੋਂਦ ਨਾ ਟੁੱਟ ਜੇ, ਕਿ ਛੋਟਾ ਮੋਟਾ ਬਣਾ ਕੇ ਬਾਉਂਡਰੀ ਬਣਾਈ ਨੀ ਨਾ ਬੰਦੇ ਨੇ ਆਪਣੇ ਇੱਕ ਭਰਮ ਦੀ। ਤੇ ਉਹ ਕਬੀਰ ਜੀ ਜਦੋਂ ਉਹਨਾਂ ਬਾਉਂਡਰੀ ਨੂੰ ਤੋੜਨ ਗਏ ਤੇ ਅਗਲੇ ਬੰਨੇ ਰੌਲਾ ਪਾਇਆ ਅਗਲੇ ਨੇ। ਉਹ ਕਹਿੰਦੇ ਬਈ ਅਸੀਂ ਤੇ ਇੱਥੇ ਸਾਡੇ ਮਗਰ ਬੰਦਾ ਕੋਈ ਨਾ, ਸਾਡੇ ਮਗਰ ਲੱਖਾਂ ਬੰਦੇ, ਕਰੋੜਾਂ ਬੰਦੇ ਤੁਰੇ ਫਿਰਦੇ ਆ, ਇੱਥੇ ਮੱਥਾ ਟੇਕਣ ਦੇ ਕਿਲੋ ਸੋਨਾ ਚੜਾਉਂਦੇ ਆ। ਇਹ ਕਬੀਰ ਜੀ ਕਹਿੰਦੇ ਨੇ ਸਾਡੇ ਕੋਲ ਜਾਣ ਦੀ ਲੋੜ ਕੋਈ ਨਹੀਂ, ਮੰਦਿਰ ਤੇ ਹੈ ਕੁਛ ਨਹੀਂ। ਉਹ ਫਿਰ ਰੌਲਾ ਤੇ ਪੈਂਦਾ ਹੀ। ਉਹ ਫਿਰ ਕਹਿੰਦੇ ਬੰਦਾ ਵਿਗੜ ਗਿਆ। ਫਿਰ ਕਹਿੰਦੇ ਮਰ ਕੀ ਬਾਰ ਮਗਰ ਗਿਆ, ਬਾਣੀ ਚ ਕਥਾ ਹੀ ਕਹਿੰਦੇ ਆ ਕਿ ਹੁਣ ਤੈਨੂੰ ਸਾਰੀ ਜ਼ਿੰਦਗੀ ਤੂੰ ਇੱਥੇ ਕਢਾਈ ਆ, ਹੁਣ ਜਦੋਂ ਮਰਨ ਦਾ ਟਾਈਮ ਹੈ ਤੂੰ ਮਗਰ ਚੱਲ ਗਿਆ, ਤੂੰ ਖੁਦ ਨਹੀਂ ਜੁੜਨੇ ਪਏਗਾ, ਤੂੰ ਹੁਣ ਨਰਕ ਦੇ ਵੱਲ ਨੂੰ ਤੁਰ ਪਿਆ। ਉਹ ਚੈਲੰਜ ਕਰ ਰਹੇ ਨਾ ਅਗਲੇ, ਗੱਲ ਤੇ ਪੰਗਾ ਤੇ ਅਗਲੇ ਦੀ ਧਾਰਨਾ ਨੂੰ ਤੋੜ ਰਿਹਾ। ਉਹ ਕਹਿੰਦੇ ਨੇ ਕਿ ਬਈ ਹੁਣ ਦੇਖੋ ਬ੍ਰਹਮ ਗਿਆਨੀ ਕੀ ਕਰਦੇ ਆ। ਬ੍ਰਹਮ ਗਿਆਨੀ ਜਿਹੜੇ ਹੁੰਦੇ ਉਹ ਬੜੇ ਪਾਣੀ ਤੇ ਖਿੱਚੀ ਲਕੀਰ ਆ, ਜ਼ਿਆਦਾ ਖਲਾਰਾ ਨਹੀਂ ਪਾਉਂਦੇ। ਕਿਉਂਕਿ ਉਹ ਜਦੋਂ ਇੱਕ ਗੁਰੂ ਨਾਨਕ ਪਾਤਸ਼ਾਹ ਨੇ
ਆਪ ਜਸਟ ਸੋਚੋ, ਗੁਰੂ ਨਾਨਕ ਪਾਤਸ਼ਾਹ ਨੇ ਕੋਈ ਦਿੱਤਾ ਸਾਨੂੰ? ਉਹ ਕਹਿੰਦਾ ਜੇ ਮੈਂ ਇੱਕ ਚੀਜ਼ ਤੋਂ ਖੋਲ ਕੇ ਦੂਜੇ ਕਿੱਲੇ ਤੇ ਬੰਨਤਾ ਤਾਂ ਫਾਇਦਾ ਕੀ ਹੋਇਆ? ਹਾਂ ਬਿਲਕੁਲ, ਫਾਇਦਾ ਕੀ ਹੋਇਆ? ਬ੍ਰਹਮ ਗਿਆਨੀ ਜਿਹੜਾ ਵਾ ਉਹ ਏਦਾਂ ਹੀ ਸੋਚਦਾ ਵਾ, ਉਹ ਤੁਹਾਨੂੰ ਮੁਕਤ ਕਰਕੇ ਇਹ ਥੋੜੀ ਦੂਜੇ ਕਿੱਲੇ ਨਾਲ ਬਣ ਜਾਊਗਾ। ਉਹਦਾ ਫਿਰ ਮੁਕਤੀ ਦਾ ਫਾਇਦਾ ਕੀ ਹੋਇਆ? ਉਹ ਲਾਲ ਆ ਕਿੱਲੀ, ਹਰੀ ਆ, ਪੀਲੀ ਆ, ਨੀਲੀ ਆ, ਉਹ ਗੱਲ ਵੱਖਰੀ ਆ, ਪਰ ਅਗਲੇ ਨੇ ਕਿੱਲੀ ਤੁਹਾਡੇ ਕੋਲ ਖੋਈ ਆ। ਹੁਣ ਤੁਸੀਂ ਕਹਿੰਦੇ ਸਾਨੂੰ ਕਿੱਲੀ ਦੇ ਦੇ। ਕਿੱਲੀ ਤੇ ਬਹਿਣਾ ਬੜਾ ਸੌਖਾ। ਹੁਣ ਦੇਖ ਲਓ ਗੁਰੂ ਨਾਨਕ ਸਾਹਿਬ, ਗੋਰਖੀ ਸਾਹਿਬ ਜਿਹੜੇ ਜਾ ਕੇ ਜਿਹੜਾ ਇਹ ਕਾਂਸੀ ਦੇ ਵਿੱਚ ਹੀ ਜਿਹੜੇ ਹੈਗੇ, ਬਨਾਰਸ ਦੇ ਵਿੱਚ ਹੀ ਜਿਹੜੇ ਹਰਿਦੁਆਰ ਜਿਹੜੇ ਹੈਗੇ ਜਾ ਕੇ, ਇਹ ਇੱਥੇ ਹੀ ਇੰਨੇ ਮਤਲਬ ਪਵਿੱਤਰ ਜਗ੍ਹਾ ਤੇ ਜਾ ਕੇ ਉਹਨਾਂ ਨੇ ਕੀ ਕਰਤਾ ਜੀ, ਸਾਰੇ ਪਾਣੀ ਦਿੰਦੇ ਸੀ, ਪੂਰਬ ਨੂੰ ਸੁੱਟਦੇ ਸੀ ਪਾਣੀ, ਤੇ ਇਹਨਾਂ ਨੇ ਪੱਛਮ ਨੂੰ ਸ਼ੁਰੂ ਕਰਤਾ। ਦੇਖ ਲਓ ਬਿਲਕੁਲ ਜਿਹੜਾ ਹੈ ਆਪੋਜ਼ਿਟ ਕੰਮ ਕਰਤਾ। ਉੱਥੇ ਜਿਹੜਾ ਹੈਗਾ ਸਾਰਿਆਂ ਦੇ ਵਿੱਚ ਜਾ ਕੇ ਜਿਹੜਾ ਹੈ ਕੋਈ ਇਸ ਤਰ੍ਹਾਂ ਮਾਈਕਾ ਲਾਲ ਜਿਹੜਾ ਇਹਨਾਂ ਦੇ ਅਗੇਂਸਟ ਜਿਹੜਾ ਹੈਗਾ, ਸੁਸਾਇਟੀ ਦੇ ਅਗੇਂਸਟ ਇਸ ਤਰੀਕੇ ਦੇ ਨਾਲ ਕਰਕੇ ਦਿਖਾ ਦੇ। ਬਿਲਕੁਲ ਦੇਖ ਲਓ ਆਪੋਜ਼ਿਟ। ਦੇਖੋ ਹਾਂਜੀ ਹਾਂਜੀ, ਅਗਲੇ ਨੇ ਆਪੋਜ਼ਿਟ ਕੀਤਾ, ਫਿਰ ਉਹਦਾ ਲੌਜੀਕਲੀ ਚੀਜ਼ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਆਹ ਮੇਰਾ ਪੁਆਇੰਟ ਆ। ਹਾਂ, ਤੇ ਉਹ ਦੇਖੋ ਉਹਨਾਂ ਨੇ ਬੜੀ ਉਹਦੇ ਮਗਰ ਬੁੱਧੀ ਵਰਤੀ ਆ। ਹੁਣ ਸਾਧ ਸੰਗਤ ਜੀ ਦੇਖੋ, ਜਦੋਂ ਆਪਾਂ ਸੰਗਤ ਕਰਦੇ ਹਾਂ, ਚੰਗੇ ਮਨੁੱਖਾਂ ਦੀ ਸੰਗਤ ਕਰਦੇ ਹਾਂ, ਤੇ ਸੰਗਤ ਕੀ ਕਰਦੀ ਆ ਕਿ ਸਾਡੀ ਬੁੱਧੀ ਨੂੰ ਰੀਸ਼ੇਪ ਕਰਦੀ ਹੈ। ਜਿਹੜੀ ਦੇਖੋ ਬੁੱਧੀ ਬੜੀ ਪਾਵਰਫੁਲ ਚੀਜ਼ ਹੈ ਤੁਹਾਡੇ ਕੋਲ। ਰੱਬ ਨੇ ਇੱਕ ਸਭ ਤੋਂ ਮਹਿੰਗਾ ਟੂਲ ਦਿੱਤਾ ਹੈ ਨਾ ਜਿਹੜਾ ਇਨਸਾਨ ਨੂੰ, ਉਹ ਇੱਕ ਦਿੱਤਾ ਹੈ ਬੁੱਧੀ। ਬੁੱਧੀ ਤੋਂ ਅੱਗੇ ਕੁਛ ਨਹੀਂ। ਬੁੱਧੀ ਤੋਂ ਅੱਗੇ ਕੁਛ ਨਹੀਂ ਹੈ। ਕਿਉਂ? ਬੁੱਧੀ ਦੇ ਵਿੱਚ ਤੁਹਾਡਾ ਜੀਵਨ ਦਾ ਨਾ ਸਵਾਦ ਪਿਆ। ਬੁੱਧੀ ਤੁਹਾਡੀ ਜ਼ਿੰਦਗੀ ਨੂੰ ਸਹੀ ਵੀ ਬਣਾ ਸਕਦੀ ਹੈ, ਤੇ ਤੁਹਾਡੀ ਬੁੱਧੀ ਨੂੰ ਜ਼ਿੰਦਗੀ ਨੂੰ ਖਰਾਬ ਕਰ ਬਿਨਾਂ ਕਾਰਨ ਦੇ। ਬੁੱਧੀ ਦੇਖੋ ਸਾਡੇ ਅਨੁਭਵਾਂ ਦੀਆਂ ਤਸਵੀਰਾਂ ਬਣਾਉਂਦੀ ਹੈ ਤੇਜਾ ਸਾਹਿਬ, ਚੰਗੀਆਂ ਤੇ ਮਾੜੀਆਂ। ਹੁਣ ਇੱਕ ਤੁਸੀਂ ਘਰੇ ਰਹਿੰਦੇ ਜੋ, ਆਪ ਜੀ ਦਾ ਘਰ ਆ, ਮੰਨ ਲਓ 5-7 ਕਮਰੇ ਆ, 3 ਕਮਰੇ 2 ਕਮਰੇ ਆ, ਤੁਸੀਂ ਉੱਥੇ ਪੇਂਟਿੰਗ ਬਣਾ ਲਓ। ਹੁਣ ਉਹ ਪੇਂਟਿੰਗ ਬਣਾਉਣ ਦਾ ਆਪਸ਼ਨ ਤੁਹਾਡੇ ਕੋਲੇ, ਤੁਹਾਡੇ ਕੋਲ ਰੰਗ ਸਾਰੇ ਨੇ, ਤੁਸੀਂ ਭੂਤ ਦੀ ਪੇਂਟਿੰਗ ਬਣਾ ਲਓ ਤੇ ਤੁਸੀਂ ਕਿਸੇ ਦੇਵਤੇ ਦੀ ਬਣਾ ਲਓ। ਤੇਜਾ ਸਾਹਿਬ ਮਰਜ਼ੀ ਤੁਹਾਡੀ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜਿਹੜੇ ਸਾਡੇ ਅਨੁਭਵ ਆ, ਤੁਸੀਂ ਇਹਨਾਂ ਨੂੰ ਚੰਗੇ ਵੀ ਬਣਾ ਸਕਦੇ ਤੇ ਡਰਾਉਣੇ ਵੀ ਬਣਾ ਸਕਦੇ। ਜਿਹੜੇ ਡਰਾਉਣੇ ਹੁੰਦੇ ਨਾ ਨਿੱਜਰ ਸਾਹਿਬ, ਉਹਨਾਂ ਨੂੰ ਯਾਦ ਕਰਾਂਗੇ ਤੇ ਸਾਨੂੰ ਦੁੱਖ ਤੋਂ ਇਲਾਵਾ ਕੁਛ ਨਹੀਂ ਜੋ ਮਿਲਣਾ। ਬਿਲਕੁਲ। ਤੇ ਜੇ ਉਹਨਾਂ ਹੀ ਬੀਤੇ ਸਮੇਂ ਨੂੰ ਜਦੋਂ ਅਸੀਂ ਰਿਫਾਈਂਡ ਕਰਦੇ ਹਾਂ ਬੁੱਧੀ ਦੇ ਰਾਹੀਂ, ਬੁੱਧੀ ਹੈ ਕਿ ਜਾਲੀ। ਹੁਣ ਆਪਾਂ ਦੁੱਧ ਲੈਂਦੇ ਹਾਂ ਨਾ, ਤੇ ਦੁੱਧ ਲੈ ਕੇ ਆਉਂਦਾ, ਆਪਾਂ ਪੌਣੀ ਲੈ ਕੇ ਜਾਂਦੇ ਹਾਂ, ਲਿਆਓ ਬਈ ਪੌਣੀ ਚ ਪਾਇਆ ਦੁੱਧ, ਕੋਈ ਵਾਲ ਵੂਲ ਹੋਇਆ ਜਾਂ ਹੋ ਸਕਦਾ ਕੋਈ ਹੋਰ ਪੱਤਾ ਪੁੱਤਾ ਹੋਇਆ, ਆਪਾਂ ਦੁੱਧ ਤੋਂ ਸੈਗਰੀਗੇਟ ਕਰਕੇ ਉਹਨੂੰ ਅਲੱਗ ਕਰ ਦਿੰਦੇ ਆ ਕਿ ਸਾਡੀ ਵਰਤੋਂ ਦਾ ਨਹੀਂ ਹੈਗਾ। ਜਿਸ ਸਭ ਰੋੜ ਦਿੰਦੇ ਨਾ ਉਹਨੂੰ ਆਪਾਂ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਜਿਹੜੀ ਉਹ ਚੀਜ਼ ਨੂੰ ਆਪਾਂ ਸੁੱਟ ਦਿੰਦੇ ਆ, ਜਿਹੜਾ ਪੌਣੀ ਦੇ ਵਿੱਚ ਜੋ ਆਉਂਦਾ ਉਹਨੂੰ ਸੁੱਟ ਦਿੰਦੇ ਆ। ਕਈ ਵਾਰੀ ਮੱਝ ਦੇ ਹੀ ਵਾਲ ਆ ਜਾਂਦਾ, ਮੋਟਾ ਵਾਲ ਮੱਝ ਦਾ ਹੀ ਆ ਜਾਂਦਾ ਦੁੱਧ ਚ। ਹਾਂ, ਕੱਢ ਕੇ ਆਪਾਂ ਸੁੱਟ ਦਿੰਦੇ ਆ ਕਿਉਂਕਿ ਸਾਨੂੰ ਸਾਡੇ ਕੋਈ ਇੰਨੀ ਸੈਂਸ ਹੈਗੀ ਆ। ਪਰ ਮੈਂ ਮਹਿਸੂਸ ਕਰਦਾ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਚ ਕਈ ਫਾਲਤੂ ਚੀਜ਼ਾਂ ਵਾਪਰ ਜਾਂਦੀਆਂ ਹੈ ਤੇ ਅਸੀਂ ਉਹਨੂੰ ਕਿਉਂ ਨਹੀਂ ਵਾਲ ਵਾਂਗੂ ਕੱਢ ਕੇ ਬਾਹਰ ਸੁੱਟ ਦਿੰਦੇ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਕਿੱਡੀ ਕੁ ਵੱਡੀ ਗੱਲ ਮੈਂ ਕਹਿੰਦੇ ਹਾਂ। ਵੈਸੇ ਵੀ ਤੁਹਾਨੂੰ ਪਤਾ ਹੈ, ਤੁਸੀਂ ਵਹਿੰਦੇ ਜੋ ਰੋਟੀ ਖਾ ਰਿਹਾ, ਵਿੱਚ ਵਾਲ ਆ ਗਿਆ, ਕੋਈ ਚੀਜ਼ ਆ ਗਈ, ਕੱਢ ਕੇ ਸਾਈਡ ਤੇ ਰੱਖ ਦਈਦੀ। ਜ਼ਿੰਦਗੀ ਦੇ ਵਿੱਚ ਵਾਪਰੀਆਂ ਚੀਜ਼ਾਂ ਆਪਾਂ ਕਿਉਂ ਨਹੀਂ ਸਾਈਡ ਤੇ ਰੱਖ ਪਾਉਂਦੇ? ਉਹਦੇ ਪਿੱਛੇ ਕਾਰਨ ਪਤਾ ਕੀ ਹੈ? ਕਿਉਂਕਿ ਅਸ਼ਾਂਤ ਮਨ ਹੈ। ਹਾਂਜੀ ਨਿਜਰ ਸਾਹਿਬ, ਆਪਾਂ ਜਿਹੜੇ ਗੋਰਖੀ ਸਾਹਿਬ ਜਿਹੜੇ ਹੈਗੇ ਨਾ, ਆਪਾਂ ਕੱਢ ਕੇ ਸਾਈਡ ਤੇ ਤਾਂ ਰੱਖ ਦਿੰਦੇ ਹਾਂ। ਗੋਰਖੀ ਸਾਹਿਬ ਉਹ ਸਾਈਡ ਤੇ ਇਸ ਵਾਸਤੇ ਰੱਖਦੇ ਆ ਕਿ ਹਮੇਸ਼ਾ ਹੀ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਹਰ ਟਾਈਮ ਉਹਨਾਂ ਨੂੰ ਕੱਢ ਕੇ ਦੇਖਣਾ ਹੁੰਦਾ ਆਪਾਂ ਨੇ, ਤਾਂ ਰੱਖਦੇ ਆ ਸਾਈਡ ਤੇ। ਰੱਖਦੇ ਹੈਗੇ ਆ ਪਰ ਸਜਾ ਲੈਂਦੇ ਆ ਪੇਂਟਿੰਗ ਦੇ ਵਾਂਗੂ ਉਹਨਾਂ ਨੂੰ। ਬਿਲਕੁਲ ਆਹੀ ਗੱਲ ਹੈ। ਔਰ ਜਦੋਂ ਤੁਸੀਂ ਡਰਾਉਣੀਆਂ ਪੇਂਟਿੰਗਾਂ ਬਣਾ ਲਈਆਂ ਆਪਣੇ ਘਰੇ, ਤੇ ਫਿਰ ਕੀ ਕਰੋਗੇ? ਤੁਹਾਨੂੰ ਉਹੀ ਦਿਖਣੀਆਂ ਨੇ ਜਿਹੜੀਆਂ ਤੁਸੀਂ ਬਣਾਈਆਂ। ਹੁਣ ਬੁੱਧੀ ਕੀ ਕਹਿੰਦੀ ਆ? ਬੁੱਧੀ ਕਹਿੰਦੀ ਹੈ ਕਿ ਦੇਖ, ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਬੁੱਧੀ ਇਸ ਲਈ ਦਿੱਤੀ। ਨਿੱਜਰ ਸਾਹਿਬ, ਬੁੱਧੀ ਸਾਨੂੰ ਇਸ ਕਰਕੇ ਨਹੀਂ ਦਿੱਤੀ ਕਿ ਅਸੀਂ ਬਕਵਾਸ ਯਾਦ ਕਰੀਏ। ਬੁੱਧੀ ਸਾਨੂੰ ਇਸ ਕਰਕੇ ਦਿੱਤੀ ਆ ਕਿ ਨਿੱਜਰ ਸਾਹਿਬ ਨੇ ਚਰਨਜੀਤ ਨੂੰ ਕੁਝ ਲੈਣ ਦੇਣ ਕੀਤਾ ਤੇ ਉਸ ਹਿਸਾਬ ਦਾ ਯਾਦ ਰੱਖੋ। ਕੋਈ ਗੱਲ ਕਹੀ ਆ ਤੇ ਉਹਨੂੰ ਯਾਦ ਰੱਖੋ। ਕੰਮ ਦੀਆਂ ਗੱਲਾਂ ਐ ਥੋੜੀ ਕਿ ਗੰਦਮੰਦ ਯਾਦ ਕਰੀ ਜਾਣਾ ਜੀ। ਯੂਜ਼ਲੈਸ ਚੀਜ਼ਾਂ ਜਿਹੜੀਆਂ ਪਹਿਲਾਂ ਵਾਪਰੀਆਂ ਨੇ, ਕੋਈ ਮਤਲਬ ਹੀ ਕੋਈ ਨਹੀਂ,
ਨਾ ਅੱਗੇ ਵਾਲੇ ਦਾ ਕੁਝ ਪਤਾ ਨਾ ਪਿੱਛੇ ਦਾ ਪਤਾ। ਮੌਜੂਦਾ ਲਮਹਾ ਤੇ ਬਾਣੀ ਦੇ ਵਿੱਚ ਲਿਖਿਆ ਹਮ ਆਦਮੀ ਹਾਂ ਇੱਕਦਮੀ। ਗੁਰੂ ਨਾਨਕ ਪਾਤਸ਼ਾਹ ਨੇ ਗੱਲ ਨੂੰ ਸਮਝਾਇਆ ਸਾਨੂੰ ਕਿ ਮੈਂ ਇੱਕਦਮ ਦੇ ਵਿੱਚ ਜੀਵਨ ਬਤੀਤ ਕਰਦਾ, ਮੈਂ ਬੁੱਧੀ ਦੀ ਵਰਤੋਂ ਕਰਦਾ। ਜਿਹੜਾ ਵਾਲ ਵੂਲ ਜਾਂ ਪੱਤਾ ਪੁੱਤਾ ਦੁੱਧ ਦੇ ਵਿੱਚ ਆ ਗਿਆ ਮੈਂ ਕੱਢ ਕੇ ਸਾਈਡ ਤੇ ਰੱਖ ਦਿੰਦਾ, ਸੁੱਟ ਦਿੰਦਾ ਇਹਨੂੰ। ਮੈਂ ਜ਼ਿਆਦਾ ਨਹੀਂ ਸਾਂਭਦਾ। ਆਖਰ ਤੇ ਦੇਖੋ ਉਹਨਾਂ ਨੇ ਗੱਦੀ ਦਿੱਤੀ ਅਤੇ ਚਲੋ ਜੀ ਆਪਣੇ ਪਿੰਡ ਚਲ ਗਏ, ਖਤਮ ਕਹਾਣੀ, ਐਂਡ ਦਾ ਸਟੋਰੀ। ਮੁੜ ਕੇ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਹੀ ਨਹੀਂ ਹੈਗਾ ਇਤਿਹਾਸ ਚ ਨਿੱਜਰ ਸਾਹਿਬ। ਬਿਲਕੁਲ। ਜਸਟ ਦੇਖਿਆ, ਇਹਨੂੰ ਕਹਿੰਦੇ ਨੇ ਵਿਰਾਗੀ। ਕੋਈ ਗੱਲਾਂ ਦਾ ਗੱਲ ਨਹੀਂ, ਥੋੜੀ ਕੋਈ ਰਹਿ ਗਏ ਨੇ। ਹੁਣ ਤੁਸੀਂ ਵੇਖੋ ਆ ਬਾਬਾ ਉੱਥੇ ਗੱਦੀ ਦੇ ਕੇ ਤੇ ਮੁੜ ਕੇ ਉਹਨੂੰ ਕਹਿ ਕਿ ਬਾਬਾ ਮੁੜ ਕੇ ਜਾਵੀਂ ਨਾ ਉੱਥੇ ਜਗ੍ਹਾ। ਹਾਂ, ਕਹਿੰਦੇ ਇੱਥੇ ਨਾ ਰਹੀ, ਇੱਥੇ ਇਹਨਾਂ ਮੁੰਡਿਆਂ ਨੇ ਤੈਨੂੰ ਜੀਣ ਨਹੀਂ ਦੇਣਾ, ਇੱਥੋਂ ਤੁਰ ਜਾ ਬਸ। ਆਪ ਦੇਖੋ ਗੁਰੂ ਨਾਨਕ ਪਾਤਸ਼ਾਹ ਦਾ ਮੁੜ ਕੇ ਇਤਿਹਾਸ ਦੇ ਵਿੱਚ ਕੋਈ ਅੱਖਰ ਹੀ ਨਹੀਂ ਆ। ਗੱਦੀ ਦੇਣ ਤੋਂ ਬਾਅਦ ਕਿੱਧਰ ਗਏ? ਬਸ ਕਰਤਾਰਪੁਰ ਚਲ ਗਏ। ਆਪ ਜਸਟ ਸੋਚੋ ਕਿ ਉਹ ਕਿੱਥੇ ਬੈਠੇ ਨੇ। ਕਿੰਨੀ ਵੱਡੀ ਗੱਲ ਹੈ, ਐਡਾ ਵੱਡਾ ਰੁੱਖ ਪੈਦਾ ਕਰਕੇ ਮੁੜ ਕੇ ਕਹੋ ਕਿ ਮੈਨੂੰ ਜਾਣਾ ਹੀ ਨਹੀਂ ਉੱਥੇ। ਨਹੀਂ, ਇੱਕਦਮ ਸਟਾਪ। ਇੱਥੇ ਪਲੀਜ਼ ਆਪ ਚੀਜ਼ ਨੂੰ ਸਮਝੋ। ਬੁੱਧੀ ਸਾਡੀ ਸਭ ਤੋਂ ਕੰਮ ਦੀ ਚੀਜ਼ ਤੇ ਬੁੱਧੀ ਦੀ ਸਫਾਈ ਜਿਹੜੀ ਆ ਉਹ ਆਪਾਂ ਕਰਨੀ ਆ। ਉਹਦੇ ਲਈ ਧਿਆਨ ਸਿਮਰਨ, ਠੀਕ ਹੈ। ਧਿਆਨ ਸਿਮਰਨ ਦੀ ਵਰਤੋਂ ਦਾ ਮਤਲਬ ਇਹੋ ਹੀ ਹੈ ਕਿ ਜਾਲੀ ਦੇ ਵਿੱਚ ਥੋੜੀ ਖਰਾਬੀ ਹੋ ਗਈ, ਇਹਨੂੰ ਸਹੀ ਕਰੀਏ ਆਪਾਂ, ਤਾਂ ਜੋ ਜਾਲੀ ਬਰਾਬਰ ਕੰਮ ਕਰੇ। ਔਰ ਜਦੋਂ ਜਾਲੀ ਕੰਮ ਕਰਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਜਿਹੜੀ ਆਪਾਂ ਨੂੰ ਸੁਣਾਈ ਆ, ਉਹ ਕਹਿੰਦੀ ਆ ਕਿ ਚਲੋ ਕਿਸੇ ਨੇ ਵੀ ਸੁਣਾਈ ਹੋਵੇ, ਮੈਂ ਬਾਣੀ ਤੇ ਗੁਰੂ ਨਾਨਕ ਪਾਤਸ਼ਾਹ ਦੀ ਵੱਜਦੀ ਆ, ਕਿਉਂਕਿ ਸਾਰੇ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਂਦੇ ਆ। ਕਹਿੰਦੇ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਕਿਉਂਕਿ ਤੇਰੀ ਬੁੱਧੀ ਨੇ ਤੈਨੂੰ ਅਗਲੇ ਨੂੰ ਮਾਫ ਨਹੀਂ ਕਰਨ ਦੇਣਾ। ਬੁੱਧੀ ਕੋ ਲੌਜਿਕ ਹੁੰਦਾ ਨਾ, ਫੜਦੀ ਆ, ਕਹਿੰਦੀ ਆ ਕਿ ਤੂੰ ਉਹਨੂੰ ਕਿੱਦਾਂ ਮਾਫ ਕਰ ਦੇਂਗਾ, ਇੰਨੀ ਪੁਰਾਣੀ ਗੱਲਬਾਤ ਆ, ਫਲਾਣੇ ਨੇ ਤਾਨਾ ਮਿਹਣਾ ਦਿੱਤਾ, ਫਲਾਣੇ ਨੇ ਆਹ ਗੱਲ ਮੈਨੂੰ ਬੋਲੀ ਸੀ, ਮੈਨੂੰ ਏਦਾਂ ਕੀਤਾ ਸੀ, ਮੇਰਾ ਜੀਣਾ ਹਰਾਮ ਕੀਤਾ ਸੀ। ਪਰ ਬਾਣੀ ਕਹਿੰਦੀ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਕਿ ਤੂੰ ਇਹ ਨਾ ਸੋਚੀ ਕਿ ਤੂੰ ਸਹੀ ਆ, ਕਿਉਂਕਿ ਤੂੰ ਸਹੀ ਆ ਤੇ ਤੂੰ ਮਾਫ ਨਹੀਂ ਕਰਨਾ ਉਹਨੂੰ। ਪਰ ਜਦੋਂ ਤੂੰ ਕਹੇਂਗਾ ਹਮ ਨਹੀਂ ਚੰਗੇ, ਕਿ ਮੈਂ ਨਹੀਂ ਚੰਗਾ, ਕਹਿਣ ਤੋਂ ਭਾਵ ਇਹਦਾ ਮਤਲਬ ਨਹੀਂ ਕਿ ਮੈਂ ਨਹੀਂ ਚੰਗਾ। ਕਹਿਣ ਤੋਂ ਭਾਵ ਹੈ ਕਿ ਮੇਰਾ ਉਹਦੇ ਨਾਲ ਤਾਲਮੇਲ ਨਹੀਂ ਆ, ਮੇਰੇ ਉਹਦੇ ਨਾਲ ਮੈਚ ਨਹੀਂ ਆ। ਮੈਂ ਨਹੀਂ ਉਹਦਾ ਕਚਰਾ, ਉਹਦੀਆਂ ਫੋਟੋਆਂ, ਉਹਦੀਆਂ ਪੇਂਟਿੰਗਾਂ ਆਪਣੇ ਚਿੱਤ ਦੇ ਅੰਦਰ ਬਣਾਵਾਂਗਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਤੁਸੀਂ ਬਣਾ ਵੀ ਲਓਗੇ ਤੇ ਕੋਈ ਅਗਲੇ ਨੂੰ ਕੀ ਪਤਾ। ਹੁਣ ਤੁਸੀਂ ਪੇਂਟਿੰਗ ਬਣਾ ਕੇ ਬੈਠੇ ਜੋ ਤੇ ਤੁਹਾਡਾ ਪਤਾ ਕੀ ਮਤਲਬ ਆ। ਮੈਂ ਜ਼ਹਿਰ ਖਾਵਾਂ ਤੇ ਮੈਂ ਸੋਚਾਂ ਕਿ ਮੇਰਾ ਦੁਸ਼ਮਣ ਮਰ ਜੇ। ਨਿੱਜਰ ਸਾਹਿਬ ਕਿਆ ਬਾਤ ਹੈ ਗੋਰਖੀ ਸਾਹਿਬ, ਬਹੁਤ ਹੀ ਨੁਕਤਾ, ਕੀਮਤੀ ਨੁਕਤਾ ਹੈ। ਸਾਧ ਸੰਗਤ ਜੀ ਫੜੋ ਇਹਨੂੰ, ਫੜੋ, ਬੋਚ ਲਓ ਇਹਨੂੰ ਹੁਣੇ ਹੀ। ਉਹ ਮੈਂ ਜ਼ਹਿਰ ਖਾਈ ਜਾਂਦਾ ਵਾ, ਮੈਂ ਸੋਚਦਾ ਮੇਰਾ ਦੁਸ਼ਮਣ ਮਰ ਜੇ। ਉਹ ਮਰੂਗਾ ਨਾ, ਉਹਨੇ ਕਿੱਥੇ ਮਰਨਾ। ਆਪਾਂ ਜ਼ਰੂਰ ਮਰ ਜਾ, ਆਪਾਂ ਮਰ ਜਾਣਾ ਗੋਰਖੀ ਸਾਹਿਬ, ਆਪਣਾ ਜ਼ਰੂਰ ਨਸ਼ਟ ਹੋ ਜਾਣਾ, ਆਪਣੇ ਸੁਨਹਿਰੀ ਸਮਾਂ ਚਲੇ ਜਾਣਾ। ਤੇ ਆਪਾਂ ਪੇਂਟਿੰਗਾਂ ਬਣਾ ਬੈਠੇ ਆ। ਇਹਨਾਂ ਪੇਂਟਿੰਗਾਂ ਨੂੰ ਉੱਥੇ ਨਾ ਰੱਬਰ ਹੁੰਦੀ ਸਾਡੇ ਕੋਲ, ਉਹਨੂੰ ਕਹਿੰਦੇ ਨੇ ਕੌਨਸ਼ੀਅਸ ਮਾਈਂਡ। ਕੌਨਸ਼ੀਅਸ ਮਾਈਂਡ ਹੁੰਦਾ ਤੁਹਾਡੇ ਕੋਲ 5%, 95 ਹੁੰਦਾ ਅਨਕੌਨਸ਼ੀਅਸ ਮਾਈਂਡ। 95% ਜਿਹੜਾ ਮਨ ਹੁੰਦਾ ਉਹ ਮਨ ਹੁੰਦਾ ਮੋਟਰ ਐਕਸ਼ਨ। ਮੋਟਰ ਐਕਸ਼ਨ, ਕੁੱਤੇ ਦੀ ਪੂਛ ਤੇ ਪੈਰ ਰੱਖਿਆ, ਕੁੱਤੇ ਨੇ ਭੌਂਕਣਾ ਸ਼ੁਰੂ ਕਰਤਾ। ਤੁਹਾਨੂੰ ਕਿਸੇ ਨੇ ਗਾਲ ਕੱਢੀ, ਤੁਸੀਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਤੁਹਾਨੂੰ ਕਿਸੇ ਨੇ ਬੁਰਾ ਬੋਲਿਆ, ਤੁਸੀਂ ਬੁਰਾ ਬੋਲਣਾ ਸ਼ੁਰੂ ਕਰਤਾ। ਤੁਹਾਡੀ ਨਹੀਂ ਸੁਣਨਾ, ਤੁਸੀਂ ਮੋਟਰ ਤੇ ਪੱਖੇ ਵਾਂਗੂ ਘੁੰਮਣਾ ਸ਼ੁਰੂ ਕਰ ਦੇਣਾ। ਵਾਹ ਬਈ ਵਾਹ, ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਗੋਰਖੀ ਸਾਹਿਬ, ਬਿਲਕੁਲ 100% ਤਾਂ ਆਪਾਂ ਮੋਟਰ ਐਕਸ਼ਨ ਤੇ ਹੀ ਚੱਲਦੇ ਹਾਂ। ਆਟੋ ਪਾਇਲਟ ਕਹਿੰਦੇ ਨੂੰ ਆਪਾਂ, ਜਹਾਜ਼ ਦਾ ਆਟੋ ਪਾਇਲਟ। ਤੇ 5% ਤੁਸੀਂ ਵੀ ਹੁੰਦੇ। ਜੇ ਕਿਤੇ ਤੁਸੀਂ 2 ਮਿੰਟ ਲਾ ਲਓ, ਵਿਚਾਰ ਕਰ ਲਓ। ਬ੍ਰਹਮ ਗਿਆਨੀ ਮੈਂ ਨਾ ਬੜਾ, ਤੁਸੀਂ ਵੀ ਤੇ ਹੁਣ ਇਕੱਠੇ ਸੰਗਤ ਕਰਦੇ ਜੋ ਆਪਾਂ ਬੈਠੇ, ਕਈ ਵਾਰੀ ਮੈਨੂੰ ਨਾ ਬੜੀ ਵਿਚਾਰ ਗਹਿਰੀ ਮਿਲਦੀ ਤੇ ਮੈਂ ਸੋਚ ਕੇ ਬੜਾ ਹੈਰਾਨ ਹੁੰਦਾ। ਕਿਉਂਕਿ ਹੁਣ ਇੱਕ ਮਾਰਗ ਤੇ ਚੱਲਣੇ ਆ ਤੇ ਗਹਿਰਾਈ ਚ ਉਤਰਨ ਦਾ, ਹੁਣ ਕੋਈ ਬੰਦਾ ਬੋਲਦਾ ਤੇ ਮੈਂ ਉਹਨੂੰ ਆਮ ਬੰਦੇ ਨੂੰ ਨਹੀਂ ਸੋਚਦਾ, ਮੈਨੂੰ ਬਹੁਤ ਗਹਿਰੀ ਨਜ਼ਰ ਨਾਲ ਵੇਖਣਾ ਪੈਂਦਾ ਕਿ ਬੰਦਾ ਕਿੱਥੋਂ ਬੋਲਦਾ। ਬ੍ਰਹਮ ਗਿਆਨੀ ਜਿਹੜੇ ਹੁੰਦੇ ਨਾ, ਉਹਨਾਂ ਦੇ ਅੰਦਰ ਹਲਚਲ ਨਹੀਂ ਪੈਦਾ ਹੁੰਦੀ। ਹਲਚਲ ਦਾ ਪੈਦਾ ਹੋਣ ਦਾ ਮਤਲਬ, ਆਪ ਜੀ ਫਿਰ ਪਲੀਜ਼, ਮੈਂ ਛੋਟੀਆਂ ਤੁਹਾਨੂੰ ਕਹਾਣੀਆਂ ਸੁਣਾਉਣਾ। ਉਹ ਖਲੀਫਾ ਸੀ ਨਿੱਜਰ ਸਾਹਿਬ, ਫਿਰ ਮੈਂ ਸੁਣਾਊਂਗਾ ਬ੍ਰਹਮ ਗਿਆਨੀ ਚ ਕੀ ਫਰਕ ਹੁੰਦਾ। ਹਾਂਜੀ ਹਾਂਜੀ, ਉਹਦਾ ਗੱਲ ਕਲੀਅਰ ਨਹੀਂ ਹੋਣੀ।
ਉਹ ਖਲੀਫਾ ਕੀ ਕਰਦਾ ਸੀ ਕਿ ਜਿੱਥੇ ਕੋਈ ਗੁਨਾਹ ਹੁੰਦਾ ਸੀ, ਪਾਪ ਹੁੰਦਾ ਸੀ, ਉੱਥੇ ਆਪਣੇ ਨਾਲ 2-4 ਸਿਪਾਹੀ ਲੈ ਕੇ ਉਹਨੂੰ ਉੱਥੇ ਜਾ ਕੇ ਉਹਨਾਂ ਨੂੰ ਮਾਰ ਕੁੱਟ ਕੇ ਜਾਂ ਸਮਝਾ ਕੇ ਗੱਲ ਨੂੰ, ਮੈਟਰ ਨੂੰ ਕਲੋਜ਼ ਕਰਦਾ। ਇੱਕ ਟਾਈਮ ਦੀ ਗੱਲ ਸੀ, ਉਹ ਖਲੀਫਾ ਨੂੰ ਪਤਾ ਲੱਗਾ ਕਿ ਫਲਾਨੀ ਜਗ੍ਹਾ ਤੇ ਇੱਕ ਬੰਦਾ ਹੈ, ਇੱਕ ਗੁੰਡਾ ਹੈ, ਬਦਮਾਸ਼ ਹੈ, ਲੋਕਾਂ ਦੇ ਅਤਿਆਚਾਰ ਕਰਦਾ ਹੈ, ਕੋਈ ਬੰਦੇ ਵੀ ਹੈਗੇ। ਖਲੀਫਾ ਆਪਣੇ ਨਾਲ ਸਿਪਾਹੀ ਲੈ ਕੇ ਉੱਥੇ ਪਹੁੰਚ ਜਾਂਦਾ। ਚਲੋ ਗੱਲਾਂ ਬਾਤਾਂ ਚੱਲੀਆਂ, ਉਹਨੂੰ ਸਮਝਾਇਆ ਪਰ ਉਹ ਬੰਦਾ ਸਮਝਿਆ ਨਾ। ਲੜਾਈ ਹੋ ਗਈ। ਚਲੋ ਕਿਰਪਾਨਾਂ ਚੱਲੀਆਂ ਇੱਧਰ ਉੱਧਰੋਂ, ਉਹਦੇ ਬੰਦੇ ਸਾਰੇ ਭੱਜ ਗਏ। ਉਹ ਜਿਹੜਾ ਬੰਦਾ ਸੀ ਨਾ ਬਦਮਾਸ਼, ਉਹ ਇਕੱਲਾ ਰਹਿ ਗਿਆ। ਹੁਣ ਉਹ ਰਹਿ ਗਿਆ। ਇਹ ਖਲੀਫਾ ਕਹਿੰਦਾ ਕਿ ਤੁਸੀਂ ਸਾਈਡ ਤੇ ਹੋ ਜਾਓ, ਮੈਂ ਇਹਦੇ ਨਾਲ ਇਕੱਲਾ 2 ਹੱਥ ਕਰਦਾ। ਜਦੋਂ ਕਿਰਪਾਨ ਕੱਢੀ ਤੇ ਉਹ ਮਾਰਨ ਲੱਗਾ, ਉਸ ਬੰਦੇ ਨੇ ਕੀ ਕੀਤਾ, ਉਹ ਖਲੀਫੇ ਦੇ ਮੂੰਹ ਤੇ ਥੁੱਕ ਦਿੱਤਾ। ਤੇ ਖਲੀਫੇ ਨੇ ਉਹ ਕਿਰਪਾਨ ਕੱਢਦੇ ਕਿਰਪਾਨ ਵਾਪਸ ਪਾ ਲਈ ਆਪਣੀ ਮਿਆਨ ਦੇ ਵਿੱਚ। ਕਹਿੰਦਾ ਹੁਣ ਮੈਨੂੰ ਗੁੱਸਾ ਚੜ ਗਿਆ। ਮਤਲਬ ਬ੍ਰਹਮ ਗਿਆਨੀ ਨੂੰ ਗੁੱਸਾ ਨਹੀਂ ਚੜਦਾ, ਕਿਉਂਕਿ ਗੁੱਸੇ ਵਿੱਚ ਜਦੋਂ ਚੜ ਗਏ ਨਾ ਤੇ ਤੁਹਾਡੀ ਫੀਲਿੰਗ ਪਹਿਲਾਂ ਆ ਗਈ ਤੇ ਬੁੱਧੀ ਪਿੱਛੇ ਹੋ ਜਾਣੀ ਹੈ। ਬਿਲਕੁਲ, ਬੁੱਧੀ ਪਿੱਛੇ ਹੋ ਜਾਣੀ ਹੈ। ਬਿਲਕੁਲ 100% ਇਸ ਤਰ੍ਹਾਂ ਹੀ ਹੁੰਦਾ ਹੈ ਗੁਰੂ ਸਾਹਿਬ। ਬਿਲਕੁਲ ਹਕੀਕਤ। ਫਿਰ ਕੁੱਤੇ ਦੀ ਪੂਛ ਵਾਲਾ ਕੰਮ ਚਾਲੂ ਹੋ ਜਾਣਾ, ਜੋ ਕੋਈ ਮਤਲਬ ਹੀ ਕੋਈ ਨਹੀਂ। ਬਿਲਕੁਲ ਉੱਥੇ ਕੁਛ ਵੀ ਨਹੀਂ ਨਿਕਲਣਾ। ਗੱਲ ਕੁਝ ਹੋਰ ਹੋਣੀ, ਤੁਸੀਂ ਖਿੱਚੀ ਕਿਤੇ ਹੋਰ ਜਾਣੀ ਆ। ਉਹਨੇ ਇਹਨੂੰ ਖਿੱਚੀ ਫਿਰਨੀ, ਤੁਸੀਂ ਇਹਨੂੰ ਖਿੱਚੀ ਫਿਰਨੀ। ਉਸ ਤੋਂ ਬਾਅਦ ਤੁਹਾਡੇ ਵਾਸਤੇ ਲੜਾਈ ਵਾਸਤੇ ਕੋਈ ਜਗ੍ਹਾ ਨਹੀਂ ਹੈਗੀ, ਨਾ ਕੋਈ ਮਟੀਰੀਅਲ ਹੈਗਾ। ਤੁਸੀਂ ਪਿੱਛੇ ਚੱਲ ਜਾਣਾ ਭੂਤਕਾਲ ਚ। ਉੱਥੋਂ ਪੁਰਾਣੀਆਂ ਗੱਲਾਂ ਤੋਂ ਭਾਵ ਲੱਕੜਾਂ। ਮੌਜੂਦਾ ਜਿਹੜੀ ਲੜਾਈ ਹੋਈ ਉਹਦੇ ਚ ਜ਼ਿਆਦਾ ਮਟੀਰੀਅਲ ਨਹੀਂ ਹੈਗਾ। ਤੁਸੀਂ ਪੁਰਾਣੀਆਂ ਲੱਕੜਾਂ ਕੱਢ ਕੇ ਸਹੁਰਿਆਂ ਦੀਆਂ, ਪੇਕਿਆਂ ਦੀਆਂ, ਅਗਲੀਆਂ ਪਿਛਲੀਆਂ, ਉਹ ਸਾਰੀਆਂ ਲੱਕੜਾਂ ਕੱਢ ਕੇ ਫੇਰ ਦੁਬਾਰਾ ਸਾੜਨੀਆਂ। ਪਹਿਲਾਂ ਵੀ ਕਈ ਵਾਰੀ ਸਾੜੀਆਂ ਤੁਸੀਂ, ਪਰ ਤੁਸੀਂ ਨਹੀਂ ਤੁਹਾਨੂੰ ਚੈਨ ਨਹੀਂ ਹੁੰਦਾ। ਤੁਸੀਂ ਬਾਰ-ਬਾਰ ਉਹੀ ਲੱਕੜਾਂ ਕੱਢ ਕੇ ਫੇਰ ਲੈ ਆਉਂਦੇ, ਕਿਉਂਕਿ ਭਾਂਪੜ ਮੱਚੇ। ਗੋਰਖੀ ਸਾਹਿਬ ਇੱਥੇ ਮੇਰੀ ਗੱਲ ਸੁਣਿਓ ਗੋਰਖੀ ਸਾਹਿਬ। ਬਹੁਤ ਇਹ ਨਾ ਜਿਹੜੇ ਮਰ ਗਏ ਆ ਨਾ, ਉਹਨਾਂ ਨੂੰ ਵੀ ਲੈ ਕੇ ਆਉਣਾ ਆ, ਉਹਨਾਂ ਨੂੰ ਵੀ ਲੈ ਕੇ ਆਉਣਾ। ਮਰੇ ਹੋਇਆਂ ਨੂੰ, ਜਿਹੜੇ ਆਪਣੇ ਮਰੇ ਹੋਏ ਆ ਨਾ ਸਾਹਮਣੇ ਆਪੋਜ਼ਿਟ ਟੀਮ ਨੇ, ਉਹਨਾਂ ਨੂੰ ਵੀ ਲੈ ਕੇ ਆਉਣਾ ਹੈ ਨਾਲ। ਉਹਨਾਂ ਨੂੰ ਜਿਉਂਦੇ ਕਰ ਦੇਣਾ। ਨਿੱਜਰ ਸਾਹਿਬ ਜੀ, ਉਹਨਾਂ ਨੂੰ ਵੀ ਗਾਲਾਂ ਕੱਢਣੀਆਂ। ਮੈਂ ਕਹਿੰਦਾ ਜੇ ਜਨਾਨੀ ਨੂੰ ਦੁਖੀ ਕਰਨਾ ਨਾ, ਉਹਦੇ ਭਰਾਵਾਂ ਨੂੰ ਮਾੜਾ ਚੰਗਾ ਬੋਲੋ, ਬਸ ਉਹਨੂੰ ਕੁਛ ਕਹਿਣ ਦੀ ਲੋੜ ਨਹੀਂ। ਜੇ ਜਨਾਨੀ ਨੂੰ ਕਹੋਗੇ ਨਾ, ਉਹਨੂੰ ਕੁਛ ਨਹੀਂ ਪਤਾ, ਨਾ ਕੋਈ ਲੈਣਾ ਦੇਣਾ। ਤੁਸੀਂ ਉਹਨੂੰ ਦੁਖੀ ਕਰਨਾ ਚਾਹੁੰਦੇ ਨਾ, ਉਹਦੇ ਭਰਾਵਾਂ ਨੂੰ, ਉਹਦੀ ਭੈਣ ਨੂੰ, ਉਹਦੀ ਮਾਂ ਨੂੰ, ਉਹਦੇ ਪਿਓ ਨੂੰ ਮਾੜਾ ਚੰਗਾ ਬੋਲੋ। ਵੇਖੋ ਕਿੱਦਾਂ ਉਹਨੂੰ ਅੱਗ ਲੱਗਦੀ ਵਿਚਾਰੀ ਨੂੰ। ਏਦਾਂ ਹੀ ਬੰਦਾ ਕਰਦਾ ਸ਼ਰਾਰਤਾਂ, ਕਿਉਂਕਿ ਉਹ ਵੇਖਦਾ ਕਿ ਇਹਨੂੰ ਗੁੱਸਾ ਕਿੱਥੋਂ ਚੜਦਾ। ਔਰ ਕਈ ਵਾਰੀ ਆਪਾਂ ਜਾਣ ਬੁੱਝ ਕੇ ਵੀ ਫਸਾਦ ਪੈਦਾ ਕਰਦੇ ਆ ਬਿਨਾਂ ਮਤਲਬ ਤੋਂ ਹੀ। ਐਵੇਂ ਵੇਖਿਓ ਤੁਸੀਂ, ਕਈ ਵਾਰੀ ਨਾ ਤੁਸੀਂ ਮਜ਼ਾਕ ਕੀਤਾ ਤੇ ਲੜਾਈ ਹੋ ਜਾਂਦੀ ਹੈ। ਬਿਲਕੁਲ ਹੋ ਜਾਂਦੀ ਹੈ ਗੁਰੂ ਸਾਹਿਬ। ਇਹ ਅਕਸਰ ਹੁੰਦੀ ਹੈ। ਤੁਹਾਡਾ ਮੂਡ ਨਹੀਂ ਸੀ, ਪਰ ਤੁਸੀਂ ਏਦਾਂ ਹੀ ਮਾੜੀ ਮੋਟੀ ਓਦਾਂ ਚਾਹੁੰਦੇ ਸੀ ਕਿ ਥੋੜਾ ਜਿਹਾ ਮਸਾਲਾ ਜਿਹਾ ਪਿਆ ਰਹੇ, ਪਰ ਮਸਾਲਾ ਭਾਂਬੜ ਕਦੋਂ ਬਣ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗੀ। ਸੋ ਇੱਥੇ ਆਪਾਂ ਪਤਾ ਕੀ ਕਰਨਾ ਹੈ। ਹੁਣ ਉਹ ਜਿਹੜਾ ਸ਼ੇਖ ਸੀ, ਉਹ ਸ਼ੇਖ ਨੂੰ, ਖਲੀਫੇ ਨੂੰ ਕਿਹਾ ਕਿ ਤੂੰ ਕਿਰਪਾਨ ਕਿਉਂ ਵਾਪਸ ਕੱਢ ਲਈ, ਤੂੰ ਮਾਰ ਮੇਰੀ ਛਾਤੀ ਚ, ਗੱਲ ਖਤਮ ਕਰ ਦੇ। ਕਹਿੰਦਾ ਨਹੀਂ। ਹੁਣ ਗੱਲ ਕੁਛ ਹੋਰ ਹੋ ਗਈ, ਮੈਨੂੰ ਗੁੱਸਾ ਆ ਗਿਆ। ਔਰ ਗੁੱਸਾ ਤੇ ਬੁੱਧੀ ਦਾ ਕੋਈ ਕੰਬੀਨੇਸ਼ਨ ਨਹੀਂ ਹੈਗਾ। ਆਪ ਸੰਗਤ ਪਲੀਜ਼ ਵਾਚ ਕਰੋ, ਗੱਲ ਬੜੀ ਪੁਆਇੰਟ ਦੀ ਹੈਗੀ ਜੀ। ਕਹਿੰਦਾ ਹੁਣ ਨਹੀਂ ਫਾਇਦਾ, ਹੁਣ ਤੇ ਕੁਛ ਹੋਰ ਹੋ ਗਿਆ। ਕਿ ਹੁਣ ਮੈਂ ਪਹਿਲਾਂ ਸਵੈ ਦੇ ਵਿੱਚ ਰਸਤਾ, ਮੈਂ ਇਸ ਲੜਾਈ ਤੋਂ ਬਾਹਰ ਬੈਠਾ ਸੀ, ਹੁਣ ਤੇ ਮੈਂ ਲੰਡੇ ਪਏ ਹਾਂ, ਮੈਂ ਵੀ ਇੱਕ ਧਿਰ ਬਣ ਗਿਆ ਹੁਣ। ਹਾਂ, ਔਰ ਇੱਥੇ ਹੁਣ ਮੈਨੂੰ ਚੰਗੇ ਬੁਰੇ ਦਾ ਪਤਾ ਕੋਈ ਨਹੀਂ, ਕਿਉਂਕਿ ਮੇਰੀ ਬੁੱਧੀ ਵੀ ਉਹ ਇਨਵੋਲਵ ਹੋ ਗਈ ਆ, ਇਕੱਠੀ ਹੋ ਗਈ। ਗੁੱਸੇ ਨਾਲ ਰਲ ਗਈ। ਹੁਣ ਮੈਨੂੰ ਪਤਾ ਨਹੀਂ ਲੱਗਣ ਦਿਆ ਸਹੀ ਕੀ ਹੈ ਤੇ ਗਲਤ ਕੀ ਆ। ਔਰ ਜੇਕਰ ਮੈਂ ਹੁਣ ਕੁਛ ਬੋਲਦਾ ਵਾਂ, ਜੇ ਮੈਂ ਕਰਦਾ ਵਾਂ, ਉਹ ਇਨਸਾਫ ਨਹੀਂ ਹੋਣਾ। ਤੇ ਬ੍ਰਹਮ ਗਿਆਨੀ ਦੇ ਵਿੱਚ ਵੀ ਇੰਨਾ ਹੀ ਫਰਕ ਹੁੰਦਾ ਹੈ ਕਿ ਬ੍ਰਹਮ ਗਿਆਨੀ ਜਿਹੜਾ ਹੁੰਦਾ ਨਾ, ਉਹ ਦੂਰ ਖਲੋਤਾ ਹੁੰਦਾ, ਵਿੱਚ ਨਹੀਂ ਹੁੰਦਾ। ਦੋ ਭਲਵਾਨ ਲੜਦੇ ਨਾ, ਬੁੱਧੀ ਤੇ ਕਬੁੱਧੀ, ਦੋ ਭਲਵਾਨ ਨੇ ਸਾਧ ਸੰਗਤ ਜੀ। ਤੁਹਾਡੇ ਅੰਦਰ ਜਿਹੜੇ ਦੋ ਭਲਵਾਨ ਨੇ ਹਮੇਸ਼ਾ ਹੀ ਲੜਾਈ ਕਰਦੇ ਆ, ਇੱਕ ਬੁੱਧੀ ਹੈ ਤੇ ਇੱਕ ਕੁਬੁੱਧੀ। ਤੇ ਸੁਰਤੀ ਜਿਹੜੀ ਆ ਦੂਜੀ ਦੂਰ ਖਲੋ ਕੇ ਵੇਖੇ, ਉਹਨੂੰ ਉਹ ਵਿੱਚ ਨਾ ਆਵੇ। ਜੇ ਵਿੱਚ ਆ ਗਈ ਨਾ, ਫਿਰ ਉਹਨੇ ਸਾਈਡ ਲੈ ਲੈਣੀ ਆ। ਉਹ ਸਾਈਡ ਲੈ ਲੂਗੀ ਤੇ ਫਿਰ ਕੀ ਹੋ ਗਿਆ? ਫਿਰ ਤੇ ਇਨਸਾਫ ਥੋੜੀ ਹੈ। ਫਿਰ ਤੇ ਦੋ ਭਲਵਾਨ ਘੁਲਦੇ, ਉਹਨਾਂ ਨੂੰ ਘੁਲਣ ਦਿਓ।
ਤੁਸੀਂ ਸਾਈਡ ਤੇ ਹੋ ਕੇ ਵੇਖ ਲਓ, ਜਿਹੜਾ ਜਿੱਤੂਗਾ ਉਹਦਾ ਡੰਕਾ ਵੱਜੇਗਾ। ਪਰ ਜਦੋਂ ਤੁਸੀਂ ਮਾੜੇ ਦੀ ਜਾਂ ਤਗੜੇ ਦੇ ਨਾਲ ਮਦਦ ਕਰ ਦਿੱਤੀ, ਫਿਰ ਤੇ ਸਹੀ ਨਹੀਂ ਨਾ ਨਿੱਜਰ ਸਾਹਿਬ। ਬਿਲਕੁਲ ਬਿਲਕੁਲ ਠੀਕ ਹੈ। ਮਦਦ ਤੁਸੀਂ ਕਿੱਦਾਂ ਕਰਨੀ ਆ? ਤੁਸੀਂ ਕਹਿਣਾ ਕਿ ਫਲਾਣੇ ਟਾਈਮ ਤੇ ਮੈਨੂੰ ਕੀ ਕਿਹਾ ਸੀ, ਢਿੰਕੇ ਟਾਈਮ ਤੇ ਮੈਨੂੰ ਕੀ ਕਿਹਾ ਸੀ। ਜਿੱਥੇ ਤੁਹਾਡੇ ਹੰਕਾਰ ਨੂੰ ਸੱਟ ਵੱਜੀ ਸੀ, ਉੱਥੇ ਫਿਰ ਕੀ ਕਰਦੀ ਆ? ਕੁਬੁੱਧੀ ਜਿੱਤਦੀ। ਕਿਉਂਕਿ ਕੁਬੁੱਧੀ ਨੂੰ ਪੁਆਇੰਟ ਚਾਹੀਦਾ, ਉਹ ਚਾਹੁੰਦੀ ਆ ਕਿ ਕਿਸੇ ਤਰੀਕੇ ਨਾਲ ਤੁਹਾਡਾ ਏਕਾ ਨਾਲ ਲੱਗ ਜੇ। ਬੁੱਧੀ ਕੋਲ ਕੀ ਆ? ਕੁਬੁੱਧੀ ਕੋਲ ਕੀ ਆ? 0-0 ਆ, ਕੱਲੀਆਂ 0। ਏਕਾ ਤੁਸੀਂ ਲਾਉਣਾ, ਕਿਉਂਕਿ ਤੁਹਾਡੀ ਰਜਾਮੰਦੀ ਤੋਂ ਬਿਨਾਂ ਨਿੱਜਰ ਸਾਹਿਬ ਕੰਮ ਨਹੀਂ ਹੋਣਾ। ਨਾ ਲੜਿਆ ਜਾ ਸਕਦਾ ਤੇ ਨਾ ਹੀ ਕਿਸੇ ਨੂੰ ਪਿਆਰ ਕੀਤਾ ਜਾ ਸਕਦਾ। ਨਫ਼ਰਤ ਕਰਨੀ ਹੈ ਨਿੱਜਰ ਸਾਹਿਬ, ਨਫ਼ਰਤ ਕਰਨ ਦੇ ਲਈ ਮੇਰੇ ਅੰਦਰ ਪਹਿਲਾਂ ਕੁਛ ਨਾ ਕੁਛ। ਤੇ ਹੁਣ ਤੁਸੀਂ ਮੈਨੂੰ ਜਾਣਦੇ ਨਹੀਂ, ਆਪਾਂ ਸਾਹਮਣੇ ਬੈਠੇ ਆ। ਮੈਨੂੰ ਨਹੀਂ ਪਤਾ ਤੁਹਾਡਾ ਧਰਮ ਕੀ ਹੈ, ਮੈਨੂੰ ਨਹੀਂ ਪਤਾ ਤੁਹਾਡਾ ਮਜ਼ਹਬ ਕੀ ਆ, ਮੈਨੂੰ ਨਹੀਂ ਪਤਾ ਤੁਹਾਡਾ ਕਿੱਦਾਂ ਦਾ ਨੇਚਰ ਆ। ਮੈਂ ਭਲਾ ਤੁਹਾਡੇ ਨਾਲ ਬਿਨਾਂ ਮਤਲਬ ਦੇ ਕਿੱਦਾਂ ਲੜਾਂ? ਹਾਂ, ਜਦੋਂ ਮੈਂ ਤੁਹਾਡੇ ਨਾਲ ਵਰਤਿਆ ਵਾ, ਤੁਹਾਡੇ ਜੀਵਨ ਦੇ ਵਿੱਚ ਮੇਰਾ ਕੁਛ ਲੈਣ ਦੇਣ ਹੋਇਆ, ਕੋਈ ਚੀਜ਼ ਮੰਗੀ ਨਹੀਂ ਦਿੱਤੀ ਤੁਸੀਂ, ਉਹ ਮੇਰੇ ਮਨ 'ਚ ਰੋਸ ਤੇ ਹੈਗਾ ਨਾ। ਹਾਂ, ਕਈ ਵਾਰੀ ਹੋ ਸਕਦਾ ਤੁਹਾਡੇ ਕੋਲ ਪਾਣੀ ਮੰਗਿਆ, ਤੁਸੀਂ ਮੈਨੂੰ ਪਾਣੀ ਦਾ ਗਲਾਸ ਨਾ ਲੈ ਕੇ ਦਿੱਤਾ ਹੋਵੇ। ਇਹ ਗੱਲਾਂ ਜੋੜ ਕਿਤੇ ਗਈਆਂ ਨਾ ਨਿੱਜਰ ਸਾਹਿਬ। ਬਿਲਕੁਲ। ਹੁਣ ਕਈ ਵਾਰੀ ਹੋ ਸਕਦਾ ਮੈਂ ਤੁਹਾਨੂੰ ਕੁਛ ਕੰਮ ਕਰਨ ਤੋਂ ਮਨਾ ਕੀਤਾ, ਪਰ ਤੁਸੀਂ ਇਹਦੇ ਬਾਵਜੂਦ ਵੀ ਕੀਤਾ। ਮੇਰੇ ਅੰਦਰ ਗੱਲ ਤੇ ਜੁੜ ਗਈ ਨਾ। ਹੁਣ ਹੋ ਸਕਦਾ ਕਿ ਕਈ ਵਾਰੀ ਮੇਰੇ ਹੰਕਾਰ ਦੀ ਪੂਰਤੀ ਦੇ ਲਈ ਤੇ ਵਧੀਆ ਕੰਮ ਮੇਰੇ ਕਹਿਣ ਤੇ ਕਰ ਦਿੱਤਾ ਹੋਵੇ, ਉਹ ਚੀਜ਼ ਵੀ ਮੇਰੇ ਅੰਦਰ ਹੈਗੀ। ਹੁਣ ਇਹ ਸਾਰੀਆਂ ਚੀਜ਼ਾਂ ਉਦੋਂ ਪ੍ਰਗਟ ਹੋਣੀਆਂ ਨਿੱਜਰ ਸਾਹਿਬ ਜਦੋਂ ਮੈਂ ਤੁਹਾਨੂੰ ਮਿਲਾਂਗਾ। ਬਿਲਕੁਲ। ਚੀਜ਼ਾਂ ਮੇਰੇ ਸਾਹਮਣੇ ਆ ਜਾਣੀਆਂ, ਮੇਰੇ ਚਿੱਤ 'ਚ ਆ ਜਾਣੀਆਂ। ਉਸੇ ਟਾਈਮ ਹੀ ਤੁਹਾਡੀ ਬੁੱਧੀ ਨਾਲ ਕੱਢ ਕੇ ਦੱਸ ਦੇਣਾ ਕਿ ਬੰਦਾ ਕਿੱਦਾਂ ਦਾ। ਹੁਣ ਇਹਨਾਂ ਚੀਜ਼ਾਂ ਦੇ ਬੇਸ ਤੇ ਤੁਸੀਂ ਡਿਸੀਜਨ ਲੈਣਾ ਕਿ ਬੰਦਾ ਸਹੀ ਹੈ ਜਾਂ ਗਲਤ। ਇਹ ਬੁੱਧੀ ਫੈਸਲਾ ਕਰਦੀ। ਬੁੱਧੀ ਬਹੁਤ ਪਾਵਰਫੁਲ ਚੀਜ਼ ਹੈ। ਬੁੱਧੀ ਨੂੰ ਪਲੀਜ਼ ਆਪਣੀ ਬੁੱਧੀ ਨੂੰ ਵਿਵੇਕ 'ਚ ਕਨਵਰਟ ਕਰਨਾ ਹੈ। ਉਹਦੇ ਲਈ ਇੱਕ ਕੰਮ ਤਰੀਕਾ ਹੈਗਾ ਭਗਤੀ ਕਰਨੀ। ਭਗਤੀ ਕਰਨ ਦਾ ਮਤਲਬ ਉਹ ਜਿੱਦਾਂ ਕਹਿੰਦਾ ਹੈ ਨਾ ਛਪਾਈ, ਕਿ ਮੈਂ ਕਿਰਪਾਨ ਦੇ ਨਾਲ ਮੇਰਾ ਹੰਕਾਰ ਜੁੜ ਗਿਆ। ਤੁਸੀਂ ਕੰਮ ਚਲਾਓ, ਜੀਵਨ ਚਲਾਓ, ਜੋ ਮਰਜ਼ੀ ਕਰੋ, ਪਰ ਤੁਸੀਂ ਹੰਕਾਰ ਦੇ ਨਾਲ ਨਾ ਜੁੜੋ, ਕਾਮ ਦੇ ਨਾਲ ਨਾ ਜੁੜੋ, ਲੋਭ ਦੇ ਨਾਲ ਜੁੜੋ, ਮੋਹ ਦੇ ਨਾਲ ਜੁੜੋ ਤੇ ਹੰਕਾਰ ਦੇ ਨਾਲ ਨਾ ਜੁੜੋ। ਜਦੋਂ ਤੋਂ ਆਪਾਂ ਜੁੜ ਜਾਂਦੇ ਆ ਨਾ, ਉਦੋਂ ਫਿਰ ਉਹਦਾ ਕਰਮ ਬਣ ਜਾਂਦਾ ਹੈ, ਉਹਨੂੰ ਸੰਸਕਾਰ ਕਿਹਾ ਜਾਂਦਾ ਹੈ। ਉਹ ਸੰਸਕਾਰ ਬਣ ਗਏ ਨਿੱਜਰ ਸਾਹਿਬ। ਜਦੋਂ ਤੁਸੀਂ ਡੀ-ਅਟੈਚ ਰਹਿੰਦੇ ਜੋ, ਥੋੜਾ ਦੂਰ ਖਲੋਤੇ ਰਹਿੰਦੇ ਜੋ, ਤੇ ਫਿਰ ਤੇ ਉਹ ਨੋਰਮਲ ਹੀ ਉਹਦਾ ਕਰਮ ਦਾ ਕੋਈ ਫਲ ਨਹੀਂ ਪੈਣਾ, ਕਿਉਂਕਿ ਉਹ ਤੇ ਵਿਧਾਨ ਤੇ ਹੈ ਜੋ ਪ੍ਰਕਿਰਤੀ ਦੇ ਨਿਯਮ 'ਚ ਆਪਾਂ ਚੱਲਣੇ ਆ। ਹੁਣ ਵੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਚੁੱਕੀ ਆ, ਕਈਆਂ ਦੇ ਸਿਰ ਵੱਡੇ ਆ, ਉਹਨਾਂ ਨੂੰ ਸਜ਼ਾ ਥੋੜੀ ਮਿਲਣੀ ਹੈ। ਬਿਲਕੁਲ। ਕਿਉਂਕਿ ਉਹਨਾਂ ਨੇ ਵੇਖਿਆ ਕਿ ਜਿੱਥੇ ਸੱਚ ਦਾ ਮਤਲਬ ਫਾਇਦਾ ਨਹੀਂ ਹੋ ਰਿਹਾ, ਨੁਕਸਾਨ ਹੋ ਰਿਹਾ, ਪਰ ਜਿੱਥੇ ਝੂਠ ਜਿੱਤ ਰਿਹਾ, ਉੱਥੇ ਫਿਰ ਕਿਰਪਾਨ ਚੁੱਕ ਕੇ ਉਹਨੂੰ ਰੋਕਣਾ ਜ਼ਰੂਰੀ ਹੈ। ਜ਼ੁਲਮ ਕਰਨਾ ਵੀ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ। ਬਿਲਕੁਲ। ਇੱਥੇ ਇਹ ਚੀਜ਼ਾਂ ਸਾਰੀਆਂ ਤੁਹਾਡੇ ਅੰਦਰ ਆਉਣਗੀਆਂ। ਸੋ ਆਪਾਂ ਕਥਾ ਤੇ ਵਾਪਸ ਆ ਜਾਂਦੇ ਹਾਂ। ਥੋੜਾ ਜਿਹਾ ਕਥਾ ਤੋਂ ਮੈਂ ਆਊਟ ਹੋ ਗਿਆ ਸੀ ਤੇ ਆਪਾਂ ਕਥਾ ਕਰੀ ਨਿੱਜਰ ਸਾਹਿਬ। ਇਹ ਵੀ ਬਹੁਤ ਜ਼ਰੂਰੀ ਹੁੰਦੀ ਆ। ਹਾਂ, ਫਿਰ ਇਹ ਸਾਰੀਆਂ ਗੱਲਾਂ ਆ ਗਈਆਂ ਨਿੱਜਰ ਸਾਹਿਬ। ਬਿਗੜਿਓ ਕਬੀਰ ਦੁਹਾਈ, ਰਾਮ ਦੁਹਾਈ। ਉਹ ਕਹਿੰਦੇ ਇੱਥੇ ਗੱਲਾਂ ਆ ਗਈਆਂ ਉਹੀ ਕਿ ਬੁੱਧੀ ਕਬੀਰ ਜੀ ਦੀ ਵਿਗੜ ਗਈ। ਹੁਣ ਕਬੀਰ ਜੀ ਤੇ ਸਾਈਡ ਤੇ ਹੋ ਕੇ ਖਲੋਤੇ, ਦੂਰ ਹੋ ਕੇ ਵਹਿੰਦੇ ਪਏ ਨੇ, ਔਰ ਵਹਿੰਦੇ ਪਏ ਨੇ ਸੱਚ ਤੇ ਝੂਠ ਦੀ ਲੜਾਈ ਵਹਿੰਦੇ ਪਏ। ਤੇ ਫਿਰ ਉਹਦੇ ਵਿੱਚ ਬਿਨਾਂ ਇਨਵੋਲਵ ਹੋਏ ਔਰ ਫਿਰ ਉਹਨਾਂ ਦਾ ਜਿਹੜਾ ਫੈਸਲਾ ਲੈਂਦੇ। ਹੁਣ ਅਗਲੇ ਬੰਨੇ ਉਹ ਪੰਡਿਤ ਕਹਿੰਦੇ ਨੇ ਕਿ ਅਸੀਂ ਤੇ ਇੰਨੇ ਸਾਡੇ ਮੰਦਿਰ ਆ, ਇਹ ਹੈ ਉਹ। ਕਬੀਰ ਜੀ ਇੱਥੇ ਇਹੋ ਕਹਿ ਰਹੇ ਨੇ ਕਿ ਮੰਦਿਰ ਦਾ ਤੇਰਾ ਫਾਇਦਾ ਕੀ ਹੋਇਆ? ਪ੍ਰੋਗਰੈਸ ਤੇ ਹੋ ਨਹੀਂ ਰਹੀ। ਬਿਲਕੁਲ। ਹੁਣ ਕਬੀਰ ਜੀ ਇਹ ਕਿਉਂ ਵੇਖ ਪਾ ਰਹੇ ਨੇ? ਕਬੀਰ ਜੀ ਭਾਵਨਾ ਤੋਂ ਪਿੱਛੇ ਹੋ ਗਏ, ਈਲਿੰਗ ਨੂੰ ਪਿੱਛੇ ਕਰ ਲਿਆ। ਅਗਲੇ ਬੰਨੇ ਬੁੱਧੀ ਨਹੀਂ ਲੈਂਦਾ, ਬੁੱਧੀ ਦੇ ਆਧਾਰ ਤੇ ਵੇਖਿਆ ਆਊਟਪੁੱਟ ਕੀ ਨਿਕਲਦਾ ਪਿਆ। ਬਿਲਕੁਲ। ਫਿਰ ਗੱਲ ਹੁਣ ਤੁਸੀਂ ਦਹੀਂ ਤੁਹਾਡੇ ਕੋਲ ਹੈਗਾ, ਮੈਂ ਤੁਹਾਨੂੰ ਕਿਹਾ ਕਿ ਮੱਖਣ ਕੱਢੋ। ਹੁਣ ਤੁਸੀਂ 3 ਘੰਟੇ ਹੋ ਗਏ ਮਧਾਣੀ ਪਾ ਕੇ ਬੈਠੇ ਨੂੰ, ਤੁਹਾਨੂੰ ਮੱਖਣ ਨਹੀਂ ਨਿਕਲਦਾ ਤੇ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ। ਤੁਸੀਂ ਕਹੋ ਕਿ ਮੱਖਣ ਕਿਉਂ ਨਹੀਂ ਨਿਕਲਦਾ, ਇੱਕ 'ਚ ਗੜਬੜ ਆ। ਇਹ ਫਰਜ਼ ਸਾਡਾ ਬਣਦਾ ਕਿ ਨਹੀਂ ਬਣਦਾ ਨਿੱਜਰ ਸਾਹਿਬ? ਗੋਰਖੀ ਸਾਹਿਬ 3 ਘੰਟੇ ਦੀ ਗੱਲ ਕਰ ਰਹੇ ਹੋ ਤੁਸੀਂ। 30 ਸਾਲ ਹੋ ਗਏ, 50 ਸਾਲ ਹੋ ਗਏ, ਤੁਸੀਂ 3 ਘੰਟੇ ਦੀ ਗੱਲ ਕਰ ਰਹੇ ਹੋ। ਤੇ ਨਹੀਂ ਕਰ ਰਹੇ ਤੇ ਗਲਤੀ ਕਿਹਦੀ ਹੈ? ਗਲਤੀ ਤੇ ਸਾਡੀ ਆ। ਵੇਚਣ ਵਾਲੇ ਤੇ ਵੇਚਣ ਦੇ, ਉਹ ਤੇ ਹੁਣ ਝੂਠ ਵੇਚਣ ਦੇ ਆ, ਟੀਵੀ ਨਕਲੀ ਵੇਚਣ ਦੇ, ਤੁਸੀਂ ਖਰੀਦ ਲਿਆਂਦੇ ਜੋ। ਨਹੀਂ,
ਤੁਹਾਨੂੰ ਸਭ ਪਤਾ ਹੈ, ਫਿਰ ਨਾਮ ਕਿਉਂ ਗਲਤ ਖਰੀਦਦੇ ਜੋ? ਹੈ ਉੱਥੇ ਫਿਰ ਕਹਿੰਦੇ ਰੱਬ ਦੀ ਜ਼ਿੰਮੇਵਾਰੀ। ਰੱਬ ਕਹਿੰਦਾ ਤੂੰ 100 ਰੁਪਏ ਦੀ ਚੀਜ਼ ਖਰੀਦਦਾ ਭੜਵਿਆ, ਤੈਨੂੰ ਇੱਕ ਇੱਕ ਚੀਜ਼ ਦਾ ਪਤਾ ਹੈ। ਤੇ ਬਾਣੀ ਚ ਖਾਸ ਕਰਕੇ ਕਿਹਾ ਬਿਨਾਂ ਵਿਚਾਰ ਨਾਮ ਨਹੀਂ ਜਪਣਾ, ਬਿਨਾਂ ਵਿਚਾਰ ਤੂੰ ਦਾਨ ਨਹੀਂ ਕਰਨਾ, ਬਿਨਾਂ ਵਿਚਾਰ ਕੀਤੇ ਤੂੰ ਪੁੰਨ ਨਹੀਂ ਕਰਨਾ। ਤੇ ਤੂੰ ਹੁਣ ਮੈਨੂੰ ਕਹੀ ਜਾਂਦਾ ਕਿ ਮੈਂ ਉੱਥੇ ਜੀ ਬਾਬਾ ਜੀ ਮਿਲੇ ਸੀ, ਬਾਬਾ ਜੀ ਕਹਿੰਦੇ ਏਦਾਂ ਏਦਾਂ, ਤੇ ਤੂੰ ਜ਼ਿੰਮੇਵਾਰ ਕੌਣ ਹੈ? ਹਾਂ ਕਹਿੰਦੇ ਬਿਨਾਂ ਵਿਚਾਰ ਤੂੰ ਜਿਹੜਾ ਮੁਰਸ਼ਦ ਨਹੀਂ ਕਰਨਾ। ਮੁਰਸ਼ਦ ਕਹਿੰਦੇ ਆ ਜਿਹੜਾ ਉਸਤਾਦ ਨਹੀਂ ਕਰਨਾ, ਸਕੂਲੇ ਨਹੀਂ ਜਾਣਾ, ਜਿਹੜਾ ਕਿਹੜੇ ਸਕੂਲ 'ਚ ਜਾਣਾ ਹੈ, ਕਿਹੜਾ ਟੀਚਰ ਆ, ਟੀਚਰ ਕਰਨਾ ਹੈ ਵਿਚਾਰ ਕਰਕੇ ਕਰ ਟੀਚਰ। ਔਰ ਜੋ ਗਿਆਨ ਦੇ ਰਿਹਾ ਟੀਚਰ ਉਹ ਵੀ ਦੇਖ ਵੀ ਸਹੀ ਗਿਆਨ ਦੇ ਰਿਹਾ, ਮੇਰੇ ਅੰਦਰ ਵਾਧਾ ਹੋ ਰਿਹਾ, ਦੇਖ ਤਾਂ ਲੈ ਨਾ ਜੋ ਕਰਵਾ ਰਿਹਾ ਉਹ। ਹਾਂਜੀ ਵੀਰ ਜੀ। ਆਹੋ ਤੇ ਤੁਸੀਂ ਟੀਚਰ ਆ, ਤੁਸੀਂ ਛੋਟੇ ਬੱਚਿਆਂ ਨੂੰ ਲੈ ਕੇ ਜਾਂਦੇ ਜੋ ਟਿਊਸ਼ਨ ਪੜਾਉਣ ਗਏ ਜੋ ਬੱਚੇ, ਤੁਹਾਡੇ ਜੀਵਨ 'ਚ ਕੋਈ ਪ੍ਰੋਗਰੈਸ ਨਹੀਂ ਹੋਣ ਦੀ, ਤੇ ਇਹ ਕਿੰਨੇ ਡਿਸੀਜਨ ਲੈਣਾ? ਦੇਈ ਜਾਓ ਫਿਰ ਉਹਨੂੰ ਪੈਸੇ, ਜਿਹੜੇ ਟੀਚਰ ਨੂੰ ਦੇਈ ਜਾਓ ਪੈਸੇ, ਬੱਚੇ ਨੂੰ ਵੀ ਬੱਚੇ ਦਾ ਵੀ ਸਮਾਂ ਖਰਾਬ ਕਰ ਲਓ, ਅੱਗੇ ਫਿਰ ਨਿਕਲੂਗਾ ਉਹ ਜੇ ਡਾਕਟਰ ਇੰਜੀਨੀਅਰ ਜਾਂ ਹੋਰ ਵੀ ਸਾਧੂ ਸੰਤ ਬਣਾਉਣਾ ਤੇ ਉਹ ਵੀ ਨਹੀਂ ਬਣਦਾ ਕੁਛ ਵੀ, ਕੋਈ ਗੁਣ ਨਹੀਂ ਆਉਂਦੇ ਉਹਦੇ ਅੰਦਰ। ਇਸ ਨਿੱਜਰ ਸਾਹਿਬ ਪਹਿਲਾਂ ਤੇ ਹੁੰਦਾ ਸੀ ਸਾਲ ਬਾਅਦ ਪੇਪਰ ਹੁੰਦੇ ਸੀ, ਹੁਣ ਇਹਨਾਂ ਨੇ ਬਹੁਤ ਵਧੀਆ ਦਿਮਾਗ ਲਾਇਆ। ਉਹ ਕਹਿੰਦੇ ਕਿ ਢਾਈਆਂ ਤਿੰਨਾਂ ਮਹੀਨਿਆਂ ਚ ਇਹਨਾਂ ਦੇ ਪੇਪਰ ਲਓ, ਪਤਾ ਤਾਂ ਲੱਗੇ ਕਿ ਬੱਚੇ ਨੂੰ ਆਉਂਦਾ ਕਿ ਨਹੀਂ ਆਉਂਦਾ, ਸਾਲ ਬਾਅਦ ਤੇ ਗਲਤੀ ਹੋ ਜੂਗੀ। ਬਿਲਕੁਲ। ਔਰ ਬਾਹਰਲੇ ਮੁਲਕ 'ਚ ਤਾਂ ਗੋਰਖੀ ਸਾਹਿਬ ਨਾਲ ਦੀ ਨਾਲ ਅਸਾਈਨਮੈਂਟ ਹੁੰਦੇ ਆ, 75% ਅਸਾਈਨਮੈਂਟ ਦੇ ਆ, 25% ਹੁੰਦੇ ਆ ਐਂਡ ਦੇ ਵਿੱਚ ਐਗਜ਼ਾਮ ਦੇ, 75% ਤਾਂ ਪਹਿਲਾਂ ਹੀ ਹੁੰਦੇ। ਹਾਂ ਇਹਦਾ ਮਤਲਬ ਕੇਵਲ ਇੰਨਾ ਹੀ ਆ ਕਿ ਨਾਲੋਂ ਨਾਲ ਕਲੀਅਰ ਹੋ ਯਾਰ। ਉਹ ਤੁਸੀਂ 25-30 ਸਾਲ ਇੱਕ ਸ਼ਦਾਈ ਦੇ ਮਗਰ ਤੁਰੇ ਫਿਰਦੇ ਰਹੇ, ਹੁਣ ਬਾਅਦ ਦੇ ਵਿੱਚ ਤੁਸੀਂ ਕਹੋ ਕਿ ਪ੍ਰੋਗਰੈਸ ਨਹੀਂ ਹੋਈ, ਤੇ ਹੁਣ ਕਿੱਥੇ ਜਾਓਗੇ? ਬਾਣੀ ਤੇ ਕਹਿੰਦੀ 8ਵੇਂ-9ਵੇਂ ਦਿਨ 'ਚ ਤੁਹਾਡਾ ਕੰਮ ਬਣਨਾ ਚਾਹੀਦਾ। ਠੀਕ ਹੈ ਜੀ, ਇੱਥੇ ਆਪਾਂ ਅੱਗੇ ਚੱਲੀਏ ਜੀ ਨਿੱਜਰ ਸਾਹਿਬ। ਹਾਂਜੀ, ਉਹ ਕਹਿੰਦੇ ਕਬੀਰ ਸਾਹਿਬ ਨੂੰ ਕਹਿੰਦੇ ਆ ਨੇ ਕਿ ਸਾਡੀ ਗੱਲ ਨਹੀਂ ਕਰਦੇ, ਹੁਣ ਇਹ ਸੰਸਾਰ ਤੋਂ ਉਲਟੀ ਗੱਲ ਕਰਕੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਸ ਕਰਕੇ ਤੇ ਕਬੀਰ ਜੀ ਵਿਗੜ ਗਏ ਨੇ। ਹਾਂਜੀ ਨਿੱਜਰ ਸਾਹਿਬ ਅੱਗੇ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਰਹਾਓ, ਕਹਿੰਦੇ ਕਬੀਰ ਜੀ ਵਿਗੜ ਕੇ ਕੀ ਹੋ ਗਿਆ? ਕਹਿੰਦੇ ਉਹ ਤਾਂ ਸੱਚ ਹੋ ਗਏ ਆ ਬਸ। ਕਬੀਰ ਜੀ ਕਹਿੰਦੇ ਸਾਚ ਪਿਓ ਅਨ ਕਤੇ ਨਾ ਜਾਈ, ਕਹਿੰਦੇ ਹੋਰ ਕਿਤੇ ਨਹੀਂ ਜਾਂਦਾ। ਜਿੱਥੇ ਆਪ ਜਿਹੜਾ ਹੈਗਾ ਮੇਰਾ ਭਗਤੀ ਜਿਹੜਾ ਹੈਗਾ ਅੰਦਰ ਵੜਨ ਵਾਲਾ ਜਿਹੜਾ ਹੈਗਾ, ਇਹ ਧਿਆਨ ਸਿਮਰਨ ਵਾਲਾ ਜਿਹੜਾ ਹੈਗਾ, ਇਹ ਸਾਧਨਾ ਵਾਲਾ ਜਿਹੜਾ ਹੈਗਾ, ਆਤਮ ਯਾਤਰਾ ਜਿਹੜੀ ਹੈਗੀ, ਕਹਿੰਦੇ ਬਸ ਇਹਨੂੰ ਛੱਡ ਕੇ ਮੈਂ ਨਹੀਂ ਜਾਂਦਾ ਕਿਤੇ ਵੀ, ਕਿਉਂਕਿ ਇਹਦੇ 'ਚ ਪ੍ਰੋਗਰੈਸ ਆ ਰਹੀ ਹੈ ਮੇਰੇ ਅੰਦਰ ਸੱਚ ਹੋ ਰਿਹਾ, ਮੈਂ ਸੱਚ ਦੇ ਨਾਲ ਜੁੜ ਰਿਹਾ, ਮੈਂ ਸੱਚ ਹੋ ਹੀ ਜਾ ਰਿਹਾ, ਸੱਚ ਦਾ ਰੂਪ ਹੋ ਹੀ ਜਾ ਰਿਹਾ, ਮੈਂ ਨਹੀਂ ਛੱਡਦਾ ਇਹਨੂੰ। ਸਾਚ ਪਿਓ ਅਨ ਕਤੈ ਨਾ ਜਾਈ ਰਹਾਓ। ਹੁਣ ਇਸ ਤੋਂ ਅੱਗੇ ਜਿਹੜੇ ਕਬੀਰ ਜੀ ਆਪਾਂ ਨੂੰ ਸਮਝਾ ਰਹੇ ਆ, ਚੰਦਨ ਕੈ ਸੰਗ ਤਰਵਰ ਬਿਗੜਿਓ। ਇੱਥੇ ਜਿਹੜਾ ਹੈਗਾ ਮੈਂ ਰੁਕੂੰਗਾ, ਕਿਉਂਕਿ ਇੱਥੇ ਬਹੁਤ ਜਿਹੜਾ ਹੈਗਾ, ਇੱਥੇ ਚੰਦਨ ਕਿਉਂ ਲਿਆ? ਸਭ ਤੋਂ ਪਹਿਲਾਂ ਕਬੀਰ ਜੀ ਨੇ ਚੰਦਨ ਕਿਉਂ ਲਿਆ ਇੱਥੇ? ਚੰਦਨ ਕੈ ਸੰਗ ਤਰਵਰ ਬਿਗੜਿਓ। ਔਰ ਸੰਗ ਲਿਖਿਆ ਹੋਇਆ ਦੇਖ ਲਓ ਭਾਈ, ਉੱਪਰ ਵੀ ਦੇਖ ਲਓ, ਜਿਹੜੇ ਇਹ ਸਰਿਤਾ ਗੰਗਾ ਕੇ ਸੰਗ ਸਲਿਤਾ ਬਿਗੜੀ, ਸੰਗ ਲਿਖਿਆ ਹੋਇਆ ਹੈ। ਇਹ ਸੰਗ ਵਰਡ ਬਹੁਤ ਇੰਪੋਰਟੈਂਟ ਹੈਗਾ। ਸੰਗ ਮਤਲਬ ਸੰਗਤ। ਆਪਾਂ ਵੀ ਜੇ ਸਾਧ ਸੰਗਤ ਕਰ ਰਹੇ ਹਾਂ, ਸਾਧ ਦੀ ਸੰਗਤ ਕਰ ਰਹੇ ਹਾਂ, ਤੇ ਸਾਧ ਦੇ ਵਿੱਚ ਜਿਹੜੇ ਗੁਣ ਆ ਲਾਜ਼ਮੀ ਆਪਣੇ ਅੰਦਰ ਆਉਣੇ ਜ਼ਰੂਰੀ ਹੈਗੇ। ਹੁਣ ਇੱਥੇ ਜਿਹੜਾ ਹੈਗਾ ਚੰਦਨ ਕੈ ਸੰਗ ਤਰਵਰ ਬਿਗੜਿਓ, ਕਹਿੰਦੇ ਚੰਦਨ ਦੇ ਨਾਲ ਜਿਹੜੇ ਵੀ ਰੁੱਖ ਹੁੰਦੇ ਆ, ਉਹ ਜਿਹੜੇ ਹੈਗੇ ਉਹਨਾਂ ਦੇ ਵਿੱਚ ਵੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਉਹ ਵੀ ਚੰਦਨ ਦਾ ਰੂਪ ਹੋ ਜਾਂਦੇ ਆ। ਪਰ ਇੱਕ ਬਾਂਸ ਜਿਹੜਾ ਹੁੰਦਾ ਹੈ, ਉਹਨੂੰ ਭਾਵੇਂ ਚੰਦਨ ਦੇ ਬਿਲਕੁਲ ਖਹਿ ਦਿਓ, ਚੰਦਨ ਦੇ ਨਾਲ ਰੋਜ਼ ਰਗੜੀ ਕਰੀ ਜਾਏ, ਆਪਣੇ ਨੂੰ ਰਗੜੇ ਜਾਏ ਆਪਣੇ, ਬਾਂਸ ਦੇ ਵਿੱਚ ਕਹਿੰਦੇ ਆ ਨਹੀਂ ਆਉਂਦੀ, ਬਾਂਸ ਦੇ ਵਿੱਚ ਜਿਹੜਾ ਹੈਗਾ ਨਹੀਂ ਖੁਸ਼ਬੂ ਆਉਂਦੀ। ਕਿਉਂ? ਕਿਉਂਕਿ ਬਾਂਸ ਜਿਹੜਾ ਹੈਗਾ, ਬਾਂਸ ਵਡਾਈ ਬੂੜਿਓ, ਬਾਂਸ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਹੰਕਾਰ ਉੱਚਾ। ਚੰਦਨ ਕਹਿੰਦਾ ਆ ਕੀ ਹੈ ਛੋਟਾ ਜਿਹਾ ਰੁੱਖ, ਮੇਰੀ ਹਾਈਟ ਦੇਖ ਮੈਂ ਕਿੰਨਾ ਉੱਚਾ ਹੈ। ਉਹ ਸੰਗਤ ਨਹੀਂ ਕਰਦਾ, ਉਹ ਆਪਣੇ ਆਪ ਨੂੰ ਜਿਹੜਾ ਹੈਗਾ ਆਪਣੇ ਹੰਕਾਰ ਦੇ ਵਿੱਚ ਰਹਿੰਦਾ ਹੈ, ਆਪਣੀ ਹਉਮੈ ਦੇ ਵਿੱਚ। ਇਸ ਕਰਕੇ ਉਹ ਨਹੀਂ ਜਿਹੜਾ ਹੈਗਾ ਚੰਦਨ ਹੁੰਦਾ ਪਾਏ। ਬਾਕੀ ਜਿਹੜੇ ਚੰਦਨ ਕੈ ਸੰਗ ਤਰਵਰ ਬਿਗਿਆ, ਤਰਵਰ ਕਹਿੰਦੇ ਆ ਦਰਖਤ, ਕਹਿੰਦੇ ਸਾਰੇ ਦੇ ਸਾਰੇ ਉਹਨਾਂ 'ਚ ਵੀ ਖੁਸ਼ਬੂ ਆ ਜਾਂਦੀ ਹੈ। ਸੋ ਤਰਵਰ ਚੰਦਨ ਹੋਏ ਨਿਬਰਿਓ, ਉਹ ਦਰਖਤ ਵੀ ਚੰਦਨ ਦਾ ਰੂਪ ਹੀ ਹੋ ਜਾਂਦੇ ਆ ਭਾਈ, ਚੰਦਨ ਵਰਗੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇ ਅੰਦਰ। ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਪਾਰਸ ਨੂੰ ਟੱਚ ਕਰੂਗਾ ਕੋਈ ਵੀ ਤਾਂਬਾ ਜਿਹੜਾ ਹੈਗਾ ਜਾਂ ਲੋਹਾ,
ਕਹਿੰਦੇ ਉਹ ਵੀ ਜਿਹੜਾ ਹੈਗਾ ਸੋਨਾ ਹੋ ਜਾਂਦਾ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਸੰਗਤ ਜੀ ਦੇਖੋ, ਕਹਿੰਦੇ ਸਾਚ ਭਿਓ ਅਨੰਤ ਕਤੇ ਨਾ ਜਾਏ। ਤੇ ਦੇਖ ਲਓ, ਕਹਿੰਦੇ ਆ ਕਿ ਮੈਂ ਹੁਣ ਜਦੋਂ ਸੱਚ ਦਾ ਰੂਪ ਹੋ ਗਿਆ ਤੇ ਮੈਂ ਹੁਣ ਭਟਕਦਾ ਨਹੀਂ ਆ। ਜੇ ਆਪਾਂ ਭਟਕ ਰਹੇ ਆ ਤੇ ਇਹਦਾ ਮਤਲਬ ਕੀ ਨੱਜਾ ਸਾਹਿਬ? ਭਟਕ ਰਹੇ ਆ ਤੇ ਫਿਰ ਇਹਦਾ ਮਤਲਬ ਰਸਤਾ ਹੀ ਹੈ ਨਹੀਂ ਆਪਣੇ ਕੋਲ। ਆਪਾਂ ਸਹੀ ਰਸਤੇ ਤੇ ਹੈ ਹੀ ਨਹੀਂ, ਰਸਤਾ ਕੋਈ ਫੜਿਆ ਹੀ ਨਹੀਂ ਰਸਤਾ ਆਪਾਂ ਨੇ। ਤਾਂ ਆਪਾਂ ਤਾਂ ਖਾਲੀ ਸਵਾਦ ਲੈ ਰਹੇ ਆ, ਬਸ ਮਾੜੀ ਮਾੜੀ ਉਂਗਲ ਨੂੰ ਚੱਟ ਰਹੇ ਜੜ ਚ ਭਟਕ ਰਹੇ ਆ ਤੇ ਇਹਦਾ ਮਤਲਬ ਆਪ ਮੇਰੀ ਗੱਲ ਨੂੰ ਸੰਗਤ ਜੀ ਫੇਰ ਵਿਚਾਰ ਕਰੋਗੇ। ਕਮਰੇ ਦੇ ਵਿੱਚ ਹਨੇਰਾ ਸੀ ਤੇ ਨੈਚੁਰਲੀ ਆ ਕੱਚ ਕੁਚ ਤੇ ਮੈਂ ਪੈਰ ਰੱਖ ਦਾਂਗਾ, ਮੈਨੂੰ ਚੀਜ਼ ਨਹੀਂ ਲੱਭ ਰਹੀ, ਲੋੜ ਅਨੁਸਾਰ ਮੇਰਾ ਜੀਵਨ ਨਹੀਂ ਚੱਲ ਰਿਹਾ। ਪਰ ਹੁਣ ਤੇ ਬਲਬ ਜਗ ਗਿਆ। ਇਹਦੇ ਬਾਵਜੂਦ ਮੈਂ ਕਿਲ ਤੇ ਪੈਰ ਰੱਖਣ ਦਿਆਂ, ਕੱਚ ਤੇ ਪੈਰ ਰੱਖਣ ਦਿਆਂ, ਗਲਤ ਚੀਜ਼ ਖਾਣ ਦਿਆਂ, ਤੇ ਦੱਸੋ ਫਿਰ ਕੀ ਬਲਬ ਦਾ ਫਾਇਦਾ ਹੋਇਆ ਨਿੱਜਾ ਸਾਹਿਬ? ਨਾ। ਲੌਜਿਕ ਤੇ ਉਹ ਕਹਿੰਦਾ ਨਾ ਕਿ ਜਦੋਂ ਮੈਨੇ ਮੇਰੀ ਨਜ਼ਰ ਠੀਕ ਕਰਤੀ ਆ। ਨਿੱਜਾ ਸਾਹਿਬ ਮੇਰੀ ਨਜ਼ਰ ਕਮਜ਼ੋਰ ਸੀ, ਮੇਰੇ ਕੋਲ ਨਹੀਂ ਪੜਿਆ ਜਾਂਦਾ ਸੀ। ਉੱਥੇ ਲਿਖਿਆ ਕਿ ਵੀ ਸੱਜੇ ਬੰਨੇ ਨਹੀਂ ਮੁੜਨਾ, ਤੂੰ ਖੱਬੇ ਬੰਨੇ ਮੁੜਨਾ। ਉੱਥੇ ਲਿਖਿਆ ਹੈ ਕਿ ਇਹ ਰਸਤਾ ਖਰਾਬ ਆ। ਮੈਨੂੰ ਨਹੀਂ ਪੜ੍ਹਨਾ ਆਉਂਦਾ ਸੀ, ਮੇਰੀ ਨਜ਼ਰ ਖਰਾਬ ਸੀ, ਮੇਰੀ ਐਨਕ ਖਰਾਬ ਸੀ, ਪਰ ਮੇਰੀ ਐਨਕ ਨਵੀਂ ਲੱਗ ਗਈ ਹੈ ਨਿੱਜਾ ਸਾਹਿਬ। ਉੱਥੇ ਲਿਖਿਆ ਹੈ ਕਿ ਇਸ ਰਸਤੇ ਤੇ ਨਾ ਜਾਓ, ਰਸਤਾ ਖਰਾਬ ਆ, ਅੱਗੇ ਰਸਤਾ ਬੰਦ ਹੈ। ਤੇ ਮੈਂ ਫਿਰ ਵੀ ਤੁਰਿਆ ਜਾਵਾਂ ਤੇ ਨਿੱਜਾ ਸਾਹਿਬ ਕੋਈ ਫਾਇਦਾ ਹੋਇਆ ਮੇਰੀ ਐਨਕਾਂ ਦਾ? ਨਾ ਬਿਲਕੁਲ ਨਹੀਂ ਗੋਰਖੀ ਸਾਹਿਬ, ਬਿਲਕੁਲ ਨਹੀਂ। ਉੱਥੇ ਪੁਲ ਦੇ ਉੱਤੇ ਲਿਖਦੇ ਆ, ਇੱਥੇ ਤਾਂ ਪੁਲ ਦੇ ਉੱਤੇ ਲਿਖਦੇ ਆ ਸਨੋ ਔਨ ਦੀ ਬ੍ਰਿਜ। ਸਨੋ ਜਿਹੜੀ ਹੈਗੀ ਪੁਲ ਦੇ ਬ੍ਰਿਜ ਦੇ ਉੱਤੇ ਸਨੋ ਹੁੰਦੀ। ਕਿਉਂ ਹੁੰਦੀ ਹੈ? ਕਿਉਂਕਿ ਬ੍ਰਿਜ ਜਿਹੜਾ ਹੈ ਧਰਤੀ ਦੇ ਨਾਲ ਕੰਟੈਕਟ ਨਹੀਂ ਹੁੰਦਾ ਬ੍ਰਿਜ ਦਾ, ਇਸ ਕਰਕੇ ਸਨੋ ਹੁੰਦੀ ਹੈ ਉਹਦੇ ਉੱਤੇ। ਬਾਕੀ ਜਿਹੜੀ ਹੈ ਸੜਕ ਧਰਤੀ ਦੇ ਨਾਲ ਜੁੜੀ ਹੋਈ ਆ। ਤੇ ਜੇ ਆਪਾਂ ਨਾ ਪੜਾਂਗੇ ਤੇ ਬ੍ਰਿਜ ਦੇ ਉੱਤੇ ਵੀ ਗੱਡੀ ਤੇਜ਼ ਭਜਾਵਾਂਗੇ ਤੇ ਫਿਰ ਜਿਹੜਾ ਹੈਗਾ ਆਪਾਂ ਖੋ ਜਾਾਂਗੇ ਸਾਰਾ ਕੁਝ। ਫਿਰ ਇਹਦਾ ਮਤਲਬ ਤੁਕ ਹੁਣ ਦੁਬਾਰਾ ਬੋਲੋ। ਤਾਚ ਭਇਓ ਅਨ ਕਤਹਿ ਨਾ ਜਾਈ। ਕਹਿੰਦੇ ਹੁਣ ਮੈਂ ਸੱਚ ਦਾ ਰੂਪ ਹੋ ਗਿਆ, ਮੈਂ ਹੁਣ ਕਿਤੇ ਨਹੀਂ ਜਾਂਦਾ। ਮੈਨੂੰ ਹੁਣ ਮੇਰੇ ਅੰਦਰ ਪਤਾ ਲੱਗ ਗਿਆ, ਮੇਰੇ ਅੰਦਰ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ। ਮੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਘਟਣੇ ਸ਼ੁਰੂ ਹੋ ਗਏ। ਮੇਰੇ ਅੰਦਰ ਜਿਹੜਾ ਹੈਗਾ ਸੱਤ ਸੰਤੋਖ ਦਇਆ ਧਰਮ ਧੀਰਜ ਆਹ ਗੁਣ ਮੇਰੇ ਅੰਦਰ ਆਉਣੇ ਸ਼ੁਰੂ ਹੋ ਗਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਮੇਰੀ ਅੱਖਾਂ ਦਾ ਇਲਾਜ ਹੋ ਗਿਆ, ਮੇਰੀ ਐਨਕ ਬਦਲ ਦਿੱਤੀ ਇਹਨਾਂ ਨੇ, ਮੇਰੀ ਹੁਣ 6/6 ਹੋ ਗਈ ਹੈ। ਮੈਨੂੰ ਦੇਖਦਾ ਪਿਆ ਕੀ ਲਿਖਿਆ, ਸਭ ਕੁਝ ਕਲੀਅਰ ਹੋ ਗਿਆ। ਇਸ ਕਰਕੇ ਜਦੋਂ ਮੇਰੀ ਨਜ਼ਰ ਸਹੀ ਹੋ ਗਈ ਹੈ, ਮੈਨੂੰ ਚੰਗੀ ਤਰ੍ਹਾਂ ਦਿਖਾਈ ਦੇਣ ਡੈ ਪਿਆ, ਮੇਰੇ ਜਿਹੜਾ ਅੰਦਰ ਅਗਿਆਨ ਗ੍ਰੰਥੀ ਉਹ ਨਸ਼ਟ ਹੋ ਗਈ ਹੈ, ਗਿਆਨ ਵਿਵੇਕ ਪ੍ਰਗਟ ਹੋ ਗਿਆ, ਗਿਆਨ ਆ ਗਿਆ, ਤੇ ਮੈਨੂੰ ਕੀ ਲੋੜ ਪਈ ਹੈ ਕਿ ਮੈਂ ਅੰਨ੍ਹਿਆਂ ਵਾਲੇ ਕੰਮ ਕਰਾਂ? ਬਿਲਕੁਲ। ਜੇ ਮੈਂ ਕਰ ਰਿਹਾ ਤੇ ਇਹਦਾ ਮਤਲਬ ਜਾਂ ਤੇ ਮੇਰੀ ਅਣਖ ਖਰਾਬ ਹੈ ਤੇ ਜਾਂ ਮੇਰੇ ਦਿਮਾਗ 'ਚ ਨੁਕਸ ਹੈ। ਇਹ ਚੀਜ਼ਾਂ ਸਮਝੋ। ਹੁਣ ਮੇਰੇ ਸਾਹਮਣੇ ਨੱਜਰ ਸਾਹਿਬ ਕਹਿੰਦੇ ਕਿ ਚਰਨਜੀਤ ਤੇਰੀ ਅਣਖਾਂ ਠੀਕ ਕਰ ਦਿੱਤੀਆਂ, ਤੇ ਇਹਦੇ ਬਾਵਜੂਦ ਵੀ ਮੈਨੂੰ ਪੜ੍ਹਿਆ ਨਹੀਂ ਜਾਣ ਦਿਆ, ਮੈਨੂੰ ਦਿਖਾਈ ਨਹੀਂ ਦੇਣ ਦਿਆ, ਤੇ ਕਸੂਰ ਕਿਹਦਾ? ਜਾਂ ਮੇਰੀਆਂ ਪਹਿਲਾਂ ਤੇ ਮੰਨਿਆ ਨਹੀਂ ਦਿਖਦਾ ਸੀ, ਪਰ ਜੇ ਐਨਕਾਂ ਲਾ ਕੇ ਵੀ ਮੈਨੂੰ ਨਹੀਂ ਦਿਖਾਈ ਦੇ ਰਿਹਾ ਤੇ ਨੱਜਰ ਸਾਹਿਬ ਨੈਚੁਰਲੀ ਕਸੂਰ ਤੇ ਮੇਰਾ ਹੀ ਹੈ ਨਾ। ਫਿਰ ਤਾਂ ਢੀਠ ਹੋ ਗਏ, ਆਪਾਂ ਦੇਖਣਾ ਹੀ ਨਹੀਂ ਚਾਹੁੰਦੇ। ਦੇਖ ਕੇ ਵੀ ਅਨਡਿਟ ਕਰ ਰਹੇ, ਦੇਖ ਕੇ ਵੀ ਜਿਹੜਾ ਅਣਦੇਖਾ ਕਰ ਰਹੇ ਆਪਾਂ। ਕਈ ਹੁੰਦੇ ਆ ਗੋਰਖੀ ਸਾਹਿਬ ਜਿਹੜੇ ਨਵਾਂ ਲਾਇਸੈਂਸ ਮਿਲਦਾ ਨਾ ਬੱਚਿਆਂ ਨੂੰ, ਉਹਨਾਂ ਨੇ ਗੱਡੀ ਜਿਹੜੀ ਹੈ ਖੱਡੇ ਦੇ ਵਿੱਚ ਹੀ ਮਾਰਨੀ ਹੈ, ਜਾ ਕੇ ਖੱਡਿਆਂ ਦੇ ਵਿੱਚ ਹੀ ਚਲਾਉਣ ਨੂੰ ਉਹਨਾਂ ਨੂੰ ਬਿੰਗੀ ਟੇਢੀ ਸੱਪ ਵਾਂਗੂ ਚਲਾਉਣ 'ਚ ਹੀ ਉਹਨਾਂ ਨੂੰ ਫਾਇਦਾ ਲੱਗਦਾ ਹੈ। ਇੱਥੇ ਵੀ ਜਿਹੜੇ ਹੈਗੇ ਚੈਲੰਜਰ ਵਗੈਰਾ ਜਾਂ ਗੱਡੀਆਂ ਲੈ ਕੇ ਆਪਣੇ ਮੁੰਡੇ ਆਉਂਦੇ ਆ ਉੱਥੋਂ ਇੰਡੀਆ ਤੋਂ, ਉਹ ਦੇਖੋ ਕਿਵੇਂ ਗੱਡੀ ਚਲਾਉਂਦੇ ਆ ਫਿਰ। ਔਰ ਕੋਈ ਇੱਥੇ ਸਾਰੇ ਰੂਲ ਭੰਗ ਕਰ ਦਿੰਦੇ, ਨਾ ਕੋਈ ਉਹਨਾਂ ਨੇ ਇੰਡੀਕੇਸ਼ਨ ਦੇਣਾ ਟਰਨਿੰਗ ਦਾ, ਨਾ ਕੁਛ ਦੇਣਾ ਹੈ, ਬਸ ਇੱਧਰੋਂ ਇੱਧਰ ਇਸ ਤਰ੍ਹਾਂ ਚੱਲਦੇ ਸੱਪ ਵਾਂਗੂ ਬਿਲਕੁਲ, ਔਰ ਪੂਰੇ ਭੜਕੇ ਹੁੰਦੇ। ਹਾਂਜੀ ਨਿੱਜਰ ਸਾਹਿਬ, ਇਹ ਪਤਾ ਕੀ ਹੁੰਦਾ ਕਿ ਬੰਦੇ ਦਾ ਬੱਚੇ ਦਾ ਜਿੱਦਾਂ ਦਾ ਨਿਰਮਾਣ ਹੋਇਆ ਨਾ ਨਿੱਜਰ ਸਾਹਿਬ, ਉਹ ਇੱਕਦਮ ਉਹ ਬਦਲਣਾ ਨਹੀਂ ਚਾਹੁੰਦਾ ਆਪਣੇ ਆਪ ਨੂੰ। ਪਰ ਫਿਰ ਵੀ ਨਿੱਜਰ ਸਾਹਿਬ ਕਈ ਜਗ੍ਹਾ ਮੈਂ ਵੇਖਿਆ ਬਾਹਰ ਜਾ ਕੇ ਨਾ ਬੰਦਾ ਕਾਫੀ ਹੱਦ ਤੱਕ ਬੰਦੇ ਦਾ ਪੁੱਤ ਬਣਾ ਦਿੰਦੇ ਇਹ ਲੋਕ। ਜਦ ਹੁਣ ਇੱਧਰ ਗੋਰਖੀ ਸਾਹਿਬ ਦੇਖੋ ਤੁਸੀਂ, ਮੈਂ ਸਿਗਨਲ ਜਿਹੜਾ ਹੈਗਾ ਸਿਗਨਲ ਜੰਪ, ਇੱਥੇ ਆਟੋਮੈਟਿਕ ਕੈਮਰੇ ਲੱਗੇ ਹੋਏ ਆ। ਮੇਰੇ ਵਰਗਾ ਜਿਹੜਾ ਉਹ ਵੀ ਫਸ ਜਾਂਦਾ ਹੈ ਜਾ ਕੇ,
ਮਾੜਾ ਜਿਹਾ ਵੀ ਉਹ ਕਹਿੰਦੇ ਜੀ 0.9 ਸੈਕਿੰਡ 0.8 ਸੈਕਿੰਡ ਉੱਥੇ $320 ਭਰਨੇ ਪੈਂਦੇ, $325। ਇਹ ਜਿਹੜਾ ਹੈਗਾ ਨਿੱਜਰ ਸਾਹਿਬ ਉਹਦੇ ਨਾਲ ਆਪਣੇ ਆਪ ਸਿੱਧਾ ਹੋ ਜਾਂਦਾ। ਨਿੱਜਰ ਸਾਹਿਬ ਹਾਂਜੀ, ਇੱਕ ਵੇਖੋ ਇੱਥੇ ਆਪਾਂ ਲੈ ਲਾਈਏ ਨਾ ਰੇਲਵੇ ਸਟੇਸ਼ਨ ਤੇ ਬੰਦਾ ਪਤਾ ਨਹੀਂ ਕਿੱਧਰੋਂ ਵਿੱਚ ਵੜਨ ਨੂੰ ਫਿਰਦਾ, ਤੇ ਜਦੋਂ ਬੰਦਾ 에ਅਰਪੋਰਟ ਤੇ ਜਾਂਦਾ ਤੇ ਫਿਰ ਕਿੱਥੋਂ ਅਕਲ ਆ ਜਾਂਦੀ ਹੈ? ਦੁਬਈ ਤੇ ਜਹਾਜ਼ ਉਤਰਦੇ ਸਾਰੀ ਬੰਦੇ ਦੇ ਪੁੱਤਰਾਂ ਵਾਂਗੂ ਲੋਕੀ ਕੰਮ ਕਰਦੇ, ਕੂੜਾ ਇੱਕਦਮ ਡਸਟਬਿਨ ਚ, ਸਭ ਕੁਛ ਸ਼ਾਂਤੀ ਨਾਲ ਡਹਿ ਪੈਂਦਾ ਵਾ। ਉੱਥੇ ਆਪਾਂ ਨੂੰ ਅਕਲ ਕਿੱਥੋਂ ਆ ਜਾਂਦੀ ਹੈ? ਉਹ ਡੰਡੇ ਨਾਲ ਆ ਜਾਂਦੀ ਹੈ ਗੁਰਕੀ ਸਾਹਿਬ, ਡੰਡੇ ਨਾਲ ਆ ਜਾਂਦੀ। ਆਪਾਂ ਵੇਖੋ ਨਾ, ਮੈਂ ਮਜ਼ਾਕ ਥੋੜੀ ਕਰ ਰਿਹਾ। ਤੁਸੀਂ ਦੇਖੋ ਇੱਕ ਬੰਦਾ ਇੱਥੇ ਵੇਖੋ, ਉਹਨੂੰ ਕੋਈ ਪਤਾ ਪੁੱਤ ਨਹੀਂ ਦੁਨੀਆਦਾਰੀ ਦਾ, ਮਾੜਾ ਜਿਹਾ ਦੂਜੇ ਦੇਸ਼ ਜੰਪ ਕਰਦਾ ਤੇ ਬੰਦੇ ਦੇ ਪੁੱਤ ਨੂੰ ਕਹਿੰਦੇ ਅਗਲੇ ਕਾਨੇ ਵਾਂਗੂ ਸਿੱਧਾ ਤੁਰਦਾ ਮੁੜ ਕੇ, ਹਨਾ। ਉਹਨੂੰ ਪਤਾ ਕਿ ਜੇ ਮੈਂ ਸੜਕ ਏਦਾਂ ਵੀ ਜੰਪ ਕਰਕੇ ਲੰਘ ਗਿਆ ਤੇ ਇੰਨਾ ਜੁਰਮਾਨਾ। ਗੋਰਖੀ ਸਾਹਿਬ ਇੰਡੀਆ 'ਚ ਪਤਾ ਕੀ ਹੁੰਦਾ, ਦੇਖੋ ਤੁਸੀਂ ਨਾ ਇੱਕ ਬੰਦੇ ਹੁਣ ਗੱਡੀ ਹੈਗੀ ਅੱਗੇ, ਕੋਈ ਨਾ ਰੁਕਾਵਟ ਆ ਗਈ ਤੇ ਗੱਡੀ ਜਿਹੜੀ ਆ ਉਹਨੇ ਰੋਕੀ ਹੋਈ ਆ, ਤੇ ਦੂਜਾ ਆਊਗਾ ਸਾਈਡ ਤੋਂ ਲੈ ਕੇ ਅੱਗੇ ਜਾ ਕੇ ਪਹੁੰਚੂਗਾ, ਤੀਜਾ ਆਊਗਾ ਉਹ ਵੀ ਉਹਦੀ ਸਾਈਡ ਤੋਂ ਲੈ ਕੇ ਅੱਗੇ ਜਾ ਕੇ ਪਹੁੰਚੂਗਾ। ਲਾਈਨ 'ਚ ਨਹੀਂ ਲੱਗਦੇ ਵੀ ਕੀ ਗੱਲ ਆ, ਉਹਨਾਂ ਨੇ ਸਾਈਡ ਤੋਂ ਜਾ ਕੇ ਗਾਹਾਂ ਜਾ ਕੇ ਜਾਣਾ ਹੈ, ਇਸ ਤਰ੍ਹਾਂ ਦੀ। ਹਾਂ ਸਹੀ ਹੈ। ਹੁਣ ਇੱਥੇ ਕਹਿੰਦੇ ਨੇ ਜਦੋਂ ਦਾ ਮੈਂ ਸੱਚ ਨੂੰ ਮਿਲਿਆ, ਸੱਚ ਨੂੰ ਮਿਲਣ ਦੇ ਨਾਲ ਕੀ ਹੋ ਗਿਆ ਕਿ ਮੈਂ ਅਗਿਆਨਤਾ ਪੂਰਵਕ ਕੰਮ ਨਹੀਂ ਕਰਦਾ, ਮੈਂ ਸੱਚ ਦੇ ਨਾਲ ਹੋ ਗਿਆ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸੱਚ ਹੈਗਾ। ਠੀਕ ਹੈ। ਫਿਰ ਅੱਗੇ ਕਹਿੰਦੇ ਨੇ ਚੰਦਨ ਕੇ ਸੰਗ ਤਰਵਰ ਬਿਗੜਿਓ। ਹੁਣ ਚੰਦਨ ਦਾ ਸੰਗ ਵੇਖੋ, ਇੱਥੇ ਚੀਜ਼ ਸਾਧ ਸੰਗਤ ਜੀ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਅਸੀਂ ਕੁਛ ਕਰਨਾ ਨਹੀਂ ਆ, ਅਸੀਂ ਕੇਵਲ ਭਗਤੀ ਕਰਨੀ ਆ, ਉਸ ਤੋਂ ਬਾਅਦ ਜਿਹੜਾ ਬਾਕੀ ਕੰਮ ਹੋਣਾ ਉਹ ਬਾਈ ਪ੍ਰੋਡਕਟ ਆ। ਪਰਮਾਤਮਾ ਸੁੰਨ ਹੈਗਾ, ਬਸ ਸੁੰਨ ਦੀ ਸੰਗਤ ਕਰਨੀ ਹੈ, ਸੁੰਨ ਦੇ ਨਾਲ ਹੀ ਉਹਦੀ ਸੰਗਤ ਹੋਣੀ ਹੈ, ਉਹਦੇ ਵਿੱਚ ਬੈਠਾਂਗੇ, ਸੁੰਨ ਹੋ ਕੇ ਬੈਠਾਂਗੇ ਤਾਂ ਹੀ ਸੰਗਤ ਹੋਣੀ ਹੈ। ਜੇ ਵਿਚਾਰ ਹੈਗੇ ਤੇ ਭਾਈ ਫਿਰ ਸੁੰਨ ਨਹੀਂ ਹੋ ਰਹੇ ਆਪਾਂ, ਫਿਰ ਜਿਹੜਾ ਹੈ ਮਾਇਆ ਨੇ ਫੜ ਲਿਆ ਆਪਾਂ ਨੂੰ, ਬਸ। ਹਾਂ ਬਸ ਉਹਦੇ ਵਿੱਚ ਤੁਹਾਡਾ ਚਿੱਤ ਪ੍ਰਗਟ ਹੋ ਗਿਆ। ਹੁਣ ਜਦੋਂ ਤੁਸੀਂ ਸੰਗਤ ਕਰੋਗੇ, ਚੰਦਨ ਦੇ ਲਾਗੇ ਜਦੋਂ ਰੁੱਖ ਰੱਖ ਦਈਦਾ, ਕੇਵਲ ਉਹਦੀ ਸੰਗਤ ਕਰਨ ਦੇ ਨਾਲ ਰੁੱਖ ਦੇ ਵਿੱਚ ਸੁਗੰਧ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਆਤਮਾ ਤੱਤ ਦੀ ਅਨੁਭੂਤੀ ਕੀਤੀ ਤੇ ਅਨੁਭਾਤ ਆਤਮਾ ਦੇ ਸਪਰਸ਼ ਚ ਆਪਣਾ ਜੀਵਨ ਬਤੀਤ ਕੀਤਾ, 2-4 ਮਿੰਟ, ਫਿਰ 10 ਮਿੰਟ, 20-30 ਮਿੰਟ, 40 ਮਿੰਟ, 1 ਘੰਟਾ, ਉਹਦੇ ਨਾਲ ਆਟੋਮੈਟਿਕਲੀ ਹੀ ਉਸ ਆਤਮਾ ਦੀ ਸੁਗੰਧ ਜਿਹੜੀ ਆ ਚੰਦਨ ਦੇ ਰੁੱਖ ਵਾਂਗੂ ਤੁਹਾਡੇ ਚ ਆਉਣ ਡੈ ਪੈਣੀ ਆ, ਤੁਹਾਡੇ ਇਹ ਜੀਵਨ ਦੇ ਵਿੱਚ। ਬਿਲਕੁਲ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਆ, ਬਿਲਕੁਲ ਜਿਹੜਾ ਹੈਗਾ ਇੱਕਦਮ ਜਿਹੜਾ ਨਾ ਸਿੱਧੀ ਭਾਸ਼ਾ ਦੇ ਵਿੱਚ ਆਹ ਗੱਲ ਹੈਗੀ ਆ। ਹਾਂ ਤੁਹਾਡੇ ਜੀਵਨ ਚ ਬਦਲਾਵ ਆਊਗਾ। ਇਸੇ ਲਈ ਤੇ ਕਹਿੰਦੇ ਗੋਲੀ ਖਾਧੀ ਬੁਖਾਰ ਬਾਹਰ। ਤੁਸੀਂ ਆਤਮਾ ਨੂੰ ਅਨੁਭਵ ਕੀਤਾ, ਔਗਣ 9 ਤੋਂ 11, ਕਾਮ ਕ੍ਰੋਧ ਲੋਭ ਮੋਹ ਹੰਕਾਰ ਲੋਕੀ ਛੱਡਦੇ ਆ, ਛੁੱਡਿਆ ਕੁਛ ਨਹੀਂ ਛੁੱਟਦਾ। ਹੁਣ ਮੈਂ ਇੱਥੇ ਬੈਠਾ ਤੇ ਮੈਂ ਦੇ ਨਾਮ ਤੇ ਰਾਮ ਜਪੀ ਜਾਂਦਾ, ਪਰ ਏਦਾਂ ਜਪਿਆ ਕੀ ਹੋਊਗਾ? ਪਰ ਜਿੱਦਣ ਮੈਂ ਨਾਮ ਦਾ ਰੂਪੀ ਉਸ ਜਿਹਦਾ ਨਾਮ ਜਪ ਰਿਹਾ ਉਹਨੂੰ ਸਪਰਸ਼ ਕੀਤਾ, ਕਹਿਣ ਤੋਂ ਭਾਵ ਕਿ ਚੰਦਨ ਦੇ ਨਾਲ ਲੱਕੜ ਟਕਰਾਈ, ਸਧਾਰਨ ਲੱਕੜ, ਤੇ ਫਿਰ ਉਹਨੂੰ ਕੁਛ ਕਰਨ ਦੀ ਲੋੜ ਥੋੜੀ ਆ, ਉਹਦੀ ਸੰਗਤ ਨੇ ਹੀ ਖੁਸ਼ਬੂ ਭਰ ਦੇਣੀ ਆ। ਬਿਲਕੁਲ। ਔਰ ਚਾਹ ਕੇ ਵੀ ਚੰਦਨ ਥੋੜੀ ਕਹੂਗਾ ਕਿ ਹੁਣ ਮੇਰੇ ਲਾਗੇ ਆਇਆ ਇਹਨੂੰ ਮੈਂ ਖੁਸ਼ਬੂ ਨਾ ਦੇਵਾਂ, ਉਹ ਚੰਦਨ ਦਾ ਸੁਭਾਅ ਆ। ਉਹ ਚਾਹ ਕੇ ਵੀ ਨਹੀਂ ਰੋਕ ਸਕਦਾ ਹੁਣ ਆਪਣੇ ਆਪ ਨੂੰ, ਕਿੱਥੇ ਰਹੂਗਾ? ਕਿਉਂਕਿ ਉਹ ਕਾਫੀ ਲਾਗੇ ਆ ਗਿਆ ਉਹ ਬੰਦਾ। ਬਿਲਕੁਲ। ਇਸੇ ਤਰ੍ਹਾਂ ਜਦੋਂ ਤੁਸੀਂ ਆਤਮਾ ਦੇ ਲਾਗੇ ਆ ਗਏ, ਆਤਮਾ ਚਾਹ ਕੇ ਵੀ ਨਹੀਂ ਤੁਹਾਨੂੰ ਰੋਕ ਸਕਦੀ ਕਿ ਇਹਨੂੰ ਮੈਂ ਚੰਗੇ ਗੁਣ ਨਾ ਦੇਵਾਂ। ਉਹ ਸੱਚ ਚਿੱਤ ਆਨੰਦ ਆ, ਉਹ ਬ੍ਰਹਮ ਆ ਉਹ। ਤੁਸੀਂ ਬਹੁਤ ਦੂਰ ਆ ਗਏ ਜੋ। ਹਾਂ ਤੁਸੀਂ ਵੱਖਰੇ ਰੁੱਖ ਖਲੋਤੇ ਸੀ, ਗੱਲ ਵੱਖਰੀ ਸੀ, ਪਰ ਹੁਣ ਤੇ ਤੁਸੀਂ ਆਪਣੀ ਪੋਜੀਸ਼ਨ ਨੂੰ ਛੱਡ ਕੇ ਉਹ ਚੰਦਨ ਦੇ ਰੁੱਖ ਕੋ ਆ ਗਏ ਜੋ, ਤੁਸੀਂ ਉਹਦੇ ਨਾਲ ਚਿੰਬੜ ਗਏ ਜੋ, ਤੇ ਫਿਰ ਉਹਦੇ ਗੁਣ ਤੁਹਾਡੇ ਚ ਆਉਣੇ ਹੀ ਆਉਣੇ। ਕਿਉਂ ਆਪ ਵੀ ਉਹ ਨਿਰਭਉ ਹੈ, ਨਿਰਵਿਕਾਰ ਹੈ, ਔਰ ਔਗਣ ਨੂੰ ਗ੍ਰਹਿਣ ਨਹੀਂ ਕਰਦਾ। ਇਸੇ ਤਰ੍ਹਾਂ ਤੁਹਾਡੇ ਚ ਸਾਰੇ ਗੁਣ ਆਉਣਗੇ। ਹਾਂਜੀ ਠੀਕ ਹੈ ਨਿਜਰ ਸਾਹਿਬ, ਅੱਗੇ ਬੋਲੀਏ। ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਭਰਿਓ। ਇਹ ਸੈਕੰਡ ਐਗਜ਼ਾਮਪਲ ਦੇ ਰਹੇ ਆ। ਇੱਕ ਗੱਲ ਯਾਦ ਰੱਖੀਏ ਬਈ, ਆਪਾਂ ਜਿਹੜੇ ਹੈਗੇ ਬਾਂਸ ਵੀ ਹੁੰਦਾ ਚੰਦਨ ਦੇ ਨੇੜੇ, ਉਹਦੇ ਵਿੱਚ ਖੁਸ਼ਬੂ ਨਹੀਂ ਆਉਂਦੀ। ਫਿਰ ਇਹ ਗੱਲ ਫਿਰ ਜਿਹੜਾ ਹੈਗਾ ਦੁਬਾਰਾ ਮੈਂ ਕਹਿ ਰਿਹਾ। ਹਾਂਜੀ ਗੁਰਕੀ ਸਾਹਿਬ। ਹਾਂ ਬਾਂਸ ਦਾ ਮਤਲਬ ਇਹ ਹੁੰਦਾ ਕਿ ਸਾਧ ਸੰਗਤ ਜੀ
ਆਪ ਜੀ ਨੇ ਪਹਿਲਾਂ ਵੀ ਵਿਚਾਰ ਕੀਤੀ ਹੈ। ਇੱਕ ਪਤੀਲਾ ਬਾਹਰ ਮੀਂਹ ਪੈਣ ਦਿਆ, ਜਦੋਂ ਮੁੱਦਾ ਪੈ ਗਿਆ ਨਾ, ਹਾਂ, ਉਹ ਚਿੰਨੀ ਚ ਬੂੰਦ ਪਾਣੀ ਦੀ। ਆਪਣੀ ਕਥਾ ਦੇ ਵਿੱਚ ਵੀ ਕਈ ਹੋਣੇ ਪਤੀਲਿਆਂ ਵਰਗੇ ਬਿਲਕੁਲ ਪਏ ਨੇ, ਬਿਲਕੁਲ ਸਹੀ ਗੱਲ। ਚਿੰਨੀ ਚ ਬੂੰਦ ਪੈਣੇ। ਉਹ ਮੈਨੂੰ ਕਰਨ ਭਾਵੇਂ 2 ਸਾਲ ਕੀ 20 ਸਾਲਾਂ ਬਾਅਦ ਮੈਨੂੰ ਫੋਨ ਕਰਨ ਕਿ ਵੀਰ ਜੀ ਗੱਲ ਨਹੀਂ ਬਣੀ। ਉਹ ਉਹਨਾਂ ਦਾ ਸੁਭਾਅ ਹੀ ਏਦਾਂ। ਹੁਣ ਪੱਥਰ ਹੈ, ਪੱਥਰ ਪਾਣੀ ਦੇ ਸੰਗ ਚ ਰਹਿੰਦਾ ਹੈ, ਪਰ ਪਾਣੀ ਦੀ ਬੂੰਦ ਚ ਪ੍ਰਵੇਸ਼ ਨਹੀਂ ਜੀ ਕਰਦੀ। ਕਿਉਂਕਿ ਰਸਤਾ ਬਲੌਕ ਕਰ ਦਿੱਤਾ ਹੈ, ਉਹ ਗ੍ਰਹਿਣ ਕਰਨ ਨੂੰ ਤਿਆਰ ਹੀ ਨਹੀਂ ਹੈ। ਬਿਲਕੁਲ। ਅੱਜ ਇੱਕ ਮੁੰਡਾ ਆਇਆ, ਅੱਜ ਨਹੀਂ ਕੱਲ ਆਇਆ, ਮੁੰਡਾ ਵਧੀਆ ਸੀ। ਪਹਿਲੇ ਦਿਨ ਆਇਆ ਤੇ ਉਹ ਨਿੱਜਰ ਸਾਹਿਬ ਉਹ ਦਵਾਈ, ਮੈਂ ਵੀ ਇਹ ਵੀ ਦਵਾਈ ਲਈ ਭਾਜੀ, ਮੈਂ ਫਲਾਨਾ ਕੀਤਾ, ਮੈਂ ਬਹੁਤ ਠੀਕ ਕਰਦਾ, ਮੈਂ ਇਹ ਕਰਦਾ, ਮੈਂ ਉਹ ਕਰਦਾ। ਕਲੀਨਿਕ ਚ ਆਇਆ, ਮੈਂ ਕਿਹਾ ਭਾਜੀ ਦੇਖੋ, ਜੇ ਤੁਹਾਨੂੰ ਇੰਨਾ ਗਿਆਨ ਹੈਗਾ ਤੇ ਤੁਸੀਂ ਆਪਣੀਆਂ ਬਿਮਾਰੀਆਂ ਠੀਕ ਕਿਉਂ ਨਹੀਂ ਕਰ ਲੈਂਦੇ? ਠੀਕ ਨਿੱਜਰ ਸਾਹਿਬ? ਬਿਲਕੁਲ। ਫਿਰ ਸ਼ਾਂਤ ਹੋਇਆ, ਕਹਿੰਦਾ ਇਹ ਗੱਲ ਤੇ ਹੈਗੀ ਹੈ। ਮੈਂ ਕਿਹਾ ਫਿਰ ਭਾਜੀ ਤੁਸੀਂ ਬੰਦਿਆਂ ਵਾਂਗੂ ਸਾਡੀ ਦਵਾਈ ਖਾਓ, 7 ਦਿਨ ਤੁਸੀਂ ਇਲਾਜ ਕਰੋ, 7 ਦਿਨਾਂ ਤੋਂ ਬਾਅਦ ਤੁਸੀਂ 15 ਦਿਨਾਂ ਤੋਂ ਬਾਅਦ ਤੁਸੀਂ ਆਪਣੇ ਘਰ, ਅਸੀਂ ਆਪਣੇ ਘਰ। ਜੇ ਤੁਹਾਨੂੰ ਸਾਡਾ ਇਲਾਜ ਚੰਗਾ ਲੱਗੂ ਸਾਡੇ ਕੋਲ ਆਇਓ। ਬਿਲਕੁਲ। ਤੁਹਾਡੀ ਆਵਾਜ਼ ਬੰਦ। ਕੀ ਹੋਇਆ ਨਿੱਜਰ ਸਾਹਿਬ? ਹਾਂ ਉਹ ਚ ਫੋਨ ਆ ਗਿਆ। ਹਾਂਜੀ ਉਹ ਆਏ 15 ਦਿਨਾਂ ਬਾਅਦ। ਐਨ ਸ਼ਾਂਤ ਹੋ ਕੇ ਬੈਠਾ। ਹੁਣ ਉਹਦੇ 2-4 ਨੁਕਸ ਹੈਗੇ ਸੀ, ਆਪਾਂ ਕਰਤੇ ਸਹੀ ਉਹਦੇ, ਤੇ ਹੁਣ ਆਪੇ ਕਹਿੰਦਾ ਹਾਂਜੀ ਭਾਈ ਬਿਲਕੁਲ ਹੁਣ ਮੈਂ ਸੰਤੁਸ਼ਟ ਹਾਂ। ਮੈਂ ਇਹੋ ਹੀ ਹੁੰਦਾ। ਜੇ ਸਾਨੂੰ ਗਿਆਨ ਦਾ ਪਤਾ ਹੈ, ਸਾਡੇ ਕੋਲ ਇੰਨਾ ਗਿਆਨ ਹੈਗਾ, ਤੇ ਫਿਰ ਸਾਡੀ ਬਿਮਾਰੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਕਿਉਂ ਨਹੀਂ ਖਤਮ ਹੋ ਰਹੀਆਂ? ਤੇ ਜੇ ਖਤਮ ਨਹੀਂ ਹੋ ਰਹੀਆਂ ਤੇ ਮੈਂ ਆਪਣੇ ਆਪ ਨੂੰ ਕਹਿ ਰਿਹਾ ਮੈਂ ਤੰਦਰੁਸਤ ਹਾਂ, ਮੈਂ ਬੜਾ ਵਧੀਆ ਵਾਂ, ਤੇ ਇਹ ਕਹਿਣ ਦੇ ਨਾਲ ਬਿਮਾਰੀ ਦੀ ਨਾ ਖਤਮ ਹੋ ਰਹੀ। ਹੁਣ ਇਹ ਲੋਕੀ ਕਹਿੰਦੇ ਫਲਾਨੀ ਜਗ੍ਹਾ ਤੋਂ ਅਸੀਂ ਉੱਥੇ ਨਾਮ ਲਿਆ, ਦਾਨ ਲਿਆ, ਪਤਾ ਨਹੀਂ ਕੀ ਕੁਝ ਕਰ ਰਹੇ ਨੇ। ਤੇ ਜੇ ਕਰ ਰਹੇ ਜੋ, ਫਿਰ ਤੇ ਬਾਣੀ ਕਹਿੰਦੀ ਹੈ ਕਿ ਤੇਰਾ ਬੁਖਾਰ ਉਤਰਨਾ ਚਾਹੀਦਾ ਸੀ, ਬੁਖਾਰ ਨਹੀਂ ਉਤਰਦਾ ਪਿਆ, ਤੇ ਧੋਖਾ ਕਿਹਨੂੰ ਦੇ ਰਹੇ ਆਪਾਂ? ਆਪਾਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਬਿਲਕੁਲ। ਬਾਣੀ ਕਹਿੰਦੀ ਆ ਕਿ ਤੂੰ ਸਮਾਂ ਜੇ ਵੇਸਟ ਕਰ ਰਿਹਾ, ਇੱਕ ਤੇ ਪੇਪਰ ਹੁੰਦਾ 3 ਮਹੀਨਿਆਂ ਬਾਅਦ, ਤੂੰ ਅੱਜ 30 ਸਾਲ ਬਾਅਦ ਪੇਪਰ ਦਵੇਂਗਾ, ਤੇ ਗਲਤੀ ਕਿਹਦੀ ਆ? ਬਿਲਕੁਲ। ਤੂੰ ਆਪਣੀ ਕੈਲੀਬਰ ਨੂੰ ਚੈੱਕ ਕਿਉਂ ਨਹੀਂ ਕੀਤਾ? ਤੈਨੂੰ ਸ਼ਰਮ ਨਹੀਂ ਆਉਂਦੀ? ਬਾਣੀ ਤੇ ਕਹਿੰਦੀ ਆ ਕਿ ਉਹ ਪ੍ਰਤੱਖ ਹੋਣਾ ਚਾਹੀਦਾ, ਉਹਨੂੰ ਅਨੁਭਵ ਕਰਨਾ ਪਊਗਾ, ਕੇਵਲ ਗੱਲਾਂ ਨਾ ਕਰ ਛੱਡੀ। ਉਹ ਤੂੰ ਸੇਬ ਦੇ ਬਾਰੇ ਗੱਲਾਂ ਕਰੀ ਜਾਂਦੇ ਆ, ਤੇ ਕੀ ਤੈਨੂੰ ਸੇਬ ਦੇ ਸਵਾਦ ਦਾ ਪਤਾ ਲੱਗੂਗਾ? ਪਰ ਆਪਾਂ ਬਾਣੀ ਨੂੰ, ਆਪਾਂ ਫਿਰ ਪ੍ਰਮਾਤਮਾ ਨੂੰ ਆਪਾਂ ਏਦਾਂ ਕਿੱਦਾਂ ਸੋਚਦੇ ਪਏ? ਇੱਕ ਸੇਬ ਦੇ ਬਾਰੇ ਨਹੀਂ ਪਤਾ ਲੱਗਣ ਦਿਆ, ਤੇ ਪ੍ਰਮਾਤਮਾ ਨੂੰ ਅਨੁਭਵ ਕੀਤੇ ਬਿਨਾਂ ਸਾਨੂੰ ਉਹਦੇ ਗੁਣਾਂ ਦਾ ਬਾਰੇ ਕਿੱਦਾਂ ਪਤਾ ਲੱਗੂਗਾ? ਨਿੱਜਰ ਸਾਹਿਬ, ਪਰ ਇਹਦੇ ਲਈ ਧੋਖਾ ਕੌਣ ਦੇ ਰਿਹਾ ਆਪਣੇ ਆਪ ਨੂੰ? ਅਸੀਂ ਆਪਣੇ ਆਪ ਨੂੰ ਖੁਦ ਹੀ ਧੋਖਾ ਦਿੰਦੇ ਹਾਂ। ਬੰਦਾ ਇਸ ਲਈ ਪ੍ਰਕਿਰਤੀ ਹੋਈ ਜ਼ਿੰਮੇਵਾਰ ਨਹੀਂ ਹੁੰਦੀ। ਬੰਦਾ ਕੇਵਲ ਆਪਣੀ ਹਉਮੈ ਨੂੰ ਨਿੱਜਰ ਸਾਹਿਬ ਬਚਾਉਣਾ ਚਾਹੁੰਦਾ, ਫਿਰ ਭਾਵੇਂ ਗਲਤ ਵੀ ਹੈਗਾ ਨਾ, ਇਹਨੇ ਕਹਿਣਾ ਮੈਂ ਸਹੀ ਹਾਂ, ਮੰਨਦਾ ਨਹੀਂ ਆ, ਪਰ ਇਹ ਨਹੀਂ ਸੋਚਦਾ ਕਿ ਤੇਰੀ ਗਲਤ, ਤੂੰ ਆਪਣੇ ਆਪ ਨੂੰ ਜੇ ਤੂੰ ਗਲਤ ਕਹਿ ਲੇਗਾ ਤੇ ਤੂੰ ਜਾਨ ਛੁੱਟ ਸਕਦੀ ਆ। ਪਰ ਜਦੋਂ ਤੂੰ ਗਲਤ ਹੈ ਤੇ ਤੂੰ ਕਹਵੇਂ ਮੈਂ ਸਹੀ ਹਾਂ, ਤੇ ਫਿਰ ਤੈਨੂੰ ਬਚਾਉਣਾ ਬਹੁਤ ਔਖਾ, ਕਿਉਂਕਿ ਤੂੰ ਉਸ ਰਸਤੇ ਤੇ ਤੁਰ ਪਿਆ। ਉਹ ਫਿਰ ਬਾਂਸ ਵਾਲਾ ਕੰਮ ਹੋ ਗਿਆ। ਬਿਲਕੁਲ ਬਾਂਸ ਵਾਲਾ ਕੰਮ ਹੋ ਗਿਆ। ਹਾਂ, ਕਿਉਂਕਿ ਜਿਹੜੀ ਧਾਰਨਾ ਤੇਰੇ ਅੰਦਰ ਬੈਠੀ ਆ, ਉਦਾਂ ਦੀ ਗੱਲ ਤੇ ਬਾਨੀ ਨਹੀਂ, ਤਾਂ ਨਾ ਸਾਡੇ ਕੋਲ ਏਦਾਂ ਦਾ ਬੋਲ ਨਿਕਲਣਾ, ਕਿਉਂਕਿ ਇਹ ਤੇ ਕਹਾਣੀ ਉਲਟੀ ਹੈ। ਉਹ ਜਿੱਦਾਂ ਕਹਿੰਦੇ ਵਿਗੜ ਗਏ, ਉਹ ਵਿਗੜੇ ਵਾਲਾ ਕੰਮ ਹੋ ਗਿਆ, ਉਲਟਾ ਪੁਲਟਾ ਕੰਮ ਹੈ। ਹਾਂਜੀ ਜੀ, ਅੱਗੇ ਚੱਲੀਏ। ਉਹਦੇ ਭਾਂਡੇ ਕਛ ਨਾ ਸਮਾਵਾ, ਸਿੱਧੇ ਅੰਮ੍ਰਿਤ ਭਰੇ ਨਿਹਾਰ। ਵਾਹਿਗੁਰੂ। ਬਿਲਕੁਲ ਸਹੀ ਹੈ ਜੀ, ਬਿਲਕੁਲ। ਉਹਦੇ ਭਾਂਡੇ ਕਛ ਨਾ ਸਮਾਵਾ। ਬਹੁਤ ਵਧੀਆ। ਸਹੀ ਹੈ। ਜਿਹਦਾ ਮੂੰਹ ਹੀ ਥੱਲੇ ਨੂੰ, ਉਹਦੇ ਚ ਪੈਣਾ ਹੀ ਕੁਛ ਨਹੀਂ। ਜੇ ਪਾ ਵੀ ਦਿੱਤਾ ਤਾਂ ਫਿਰ ਬਾਹਰ ਆਏ ਨਾ। ਹਾਂ, ਫਿਰ ਬਾਹਰ ਆ ਜਾ। ਜੇ ਗਲਤੀ ਨੇ 2-4 ਬੂੰਦਾਂ ਪਾਈਆਂ, ਟਿਕਣਾ ਨਹੀਂ, ਉਹਨੇ ਹਜਮ ਨਹੀਂ ਕਰਨਾ, ਕਿਉਂਕਿ ਉਹਨੇ ਤੇ ਹੋਲ ਕਰਕੇ ਰੱਖਿਆ ਮੂੰਹ ਹੀ ਥੱਲੇ ਨੂੰ। ਠੀਕ ਹੈ ਜੀ, ਅਗਲੀ ਤੁਕ ਬੋਲੋ। ਅੱਗੇ ਕਹਿੰਦੇ ਸੰਤਨ ਸੰਗ ਕਬੀਰਾ ਬਿਗੜਿਆ। ਹੁਣ ਕਹਿੰਦੇ ਕਬੀਰ ਜੀ ਕਹਿੰਦੇ ਕਿ ਮੈਨੂੰ ਕਿਵੇਂ ਜਿਹੜਾ ਹੈਗਾ, ਮੈਂ ਰਾਮ ਦੇ ਨਾਲ ਕਿਵੇਂ ਜੁੜਿਆ। ਕਹਿੰਦੇ ਪਹਿਲਾਂ ਮੈਨੂੰ ਜਿਹੜੇ ਹੈਗੇ ਸੰਤ ਬ੍ਰਹਮ ਗਿਆਨੀ ਜਿਹੜੇ ਹੈਗੇ, ਮੈਂ ਉਹਨਾਂ ਦੀ ਸੰਗਤ ਕੀਤੀ। ਸੰਤ ਕਿਹਨੂੰ ਕਹਿੰਦੇ? ਸੰਤਨ। ਇਹ ਸੰਤਨ ਜਿਹੜੇ ਸਾਧਨਾ ਕਰਨ ਵਾਲੇ, ਜਿਹੜੇ ਜਾਂ ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਕਹਿੰਦੇ ਉਹਨਾਂ ਦੀ ਸੰਗਤ ਦੇ ਨਾਲ ਉਹਨਾਂ ਨੇ ਕੀ ਕੀਤਾ ਹੈ? ਉਹਨਾਂ ਨੇ ਰਾਮ ਦੇ ਨਾਲ ਵਿਗੜੇ ਆ। ਉਹ ਰਾਮ ਦੇ ਨਾਲ ਉਹਨਾਂ ਨੇ ਧਿਆਨ ਸਿਮਰਨ ਕੀਤਾ, ਪਰਮਾਤਮਾ ਦੇ ਨੇੜੇ ਬੈਠੇ ਆ, ਉਹ ਚੰਦਨ ਬਣੇ ਆ ਜਾਂ ਚੰਦਨ ਬਣ ਰਹੇ ਆ। ਉਹਨਾਂ ਨੂੰ ਬਾਣੀ ਸੰਤ ਕਹਿੰਦੀ ਆ ਭਾਈ, ਜਿਨ੍ਹਾਂ ਦੇ ਨਾਲ ਕਹਿੰਦੇ ਆ ਸੰਤਨ ਸੰਗ ਕਬੀਰਾ ਬਿਗੜਿਓ। ਕਬੀਰ ਜੀ ਕਹਿੰਦੇ ਮੈਨੂੰ ਇਸ ਤਰ੍ਹਾਂ ਮੈਂ ਵਿਗੜਿਆ ਆ,
ਇੱਥੋਂ ਮੈਨੂੰ ਲਾਗ ਲੱਗੀ ਆ, ਇੱਥੋਂ ਮੈਨੂੰ ਰਸਤਾ ਪਤਾ ਲੱਗਿਆ ਹੈ। ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਕਹਿੰਦੇ ਉਹ ਕਬੀਰ ਨਹੀਂ ਰਹਿ ਗਿਆ ਹੁਣ। ਕਬੀਰ ਦਾ ਮਤਲਬ ਹੁੰਦਾ ਹੈ ਸਭ ਤੋਂ ਉੱਚਾ, ਸਭ ਤੋਂ ਉੱਚਾ। ਕਹਿੰਦੇ ਉਹ ਤਾਂ ਰਾਮ ਦਾ ਰੂਪ ਹੋ ਗਿਆ ਭਾਈ, ਉਹ ਮਾਲਕ ਪਰਮਾਤਮਾ ਦਾ ਰੂਪ ਹੋ ਕੇ ਨਿਬੜ ਗਿਆ ਉਹਦਾ ਕੰਮ, ਨਿਬੜਿਆ ਲਿਖਿਆ ਆ, ਨਿਬੜ ਗਿਆ ਹੁਣ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਸੰਤਨ ਸੰਗ ਕਬੀਰਾ ਬਿਗੜਿਓ। ਉੱਪਰ ਕਹਿੰਦੇ ਆ ਸੋ ਤਾਂਬਾ ਕੰਚਨ ਹੋਏ ਨਿਬੜਿਓ। ਪਾਰਸ ਦੇ ਨਾਲ, ਪਾਰਸ ਕੇ ਸੰਗ ਤਾਂਬਾ ਬਿਗੜਿਓ। ਉਹ ਕਹਿੰਦੇ ਜਿੱਦਾਂ ਇਹ ਦੇਖੋ ਤੱਤ ਨੇ, ਇੱਕ ਪਾਰਸ ਦੇ ਸੰਗ ਕਰਕੇ ਤਾਂਬਾ ਵਿਗੜ ਜਾਂਦਾ ਹੈ, ਉਹ ਤਾਂਬਾ ਸੋਨਾ ਬਣ ਜਾਂਦਾ ਹੈ, ਕੰਚਨ। ਹਾਂ, ਕੰਚਨ ਸੀ ਕਾਇਆ ਬਣ ਜਾਂਦਾ ਹੈ, ਸੋਨਾ ਬਣ ਜਾਂਦਾ ਹੈ। ਫਿਰ ਉਸੇ ਤਰ੍ਹਾਂ ਹੀ ਕਹਿੰਦੇ ਆ ਕਿ ਸੰਤਨ ਸੰਗ ਕਬੀਰਾ ਬਿਗੜਿਓ। ਜਿੱਦਾਂ ਪਾਰਸ ਤਾਂਬੇ ਦੇ ਅੰਦਰ ਸੋਨੇ ਦੇ ਵਰਗੇ ਗੁਣ ਪੈਦਾ ਕਰ ਦਿੰਦਾ ਹੈ, ਉਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਕੀਤਿਆਂ ਇਨਸਾਨ ਦੇ ਅੰਦਰ ਜਿਹੜੀ ਗਲਤ ਟੇਪ ਬਣ ਜਾਂਦੀ ਹੈ, ਜਿਹੜਾ ਭਰਮ ਬਣ ਜਾਂਦਾ ਹੈ, ਬਰਫ਼ ਬਣ ਜਾਂਦੀ ਹੈ। ਆਪ ਦੇਖੋ ਨਾ, ਤੁਹਾਡੀ ਫ੍ਰਿਜ ਦੇ ਵਿੱਚ ਬਰਫ਼ ਦੇ ਨਾ ਕੁਝੇ ਪਏ ਨੇ, ਡੂੰਘੇ ਕਹਿੰਦੇ ਆਪਾਂ, ਤੇ ਡਿੰਗਾ ਟਿੰਗਾ ਡੂੰਘਾ ਹੋਊਗਾ ਤੇ ਲਿਕੁਇਡ ਫਾਰਮ ਦੇ ਵਿੱਚ ਪਾਣੀ ਹੁੰਦਾ, ਵੈਸੇ ਤਰਲ ਹੁੰਦਾ, ਪਰ ਜਦੋਂ ਉਸ ਦੇ ਵਿੱਚ ਪਾ ਕੇ ਆਪਾਂ ਉਹਦੀ ਬਰਫ਼ ਜਮਾ ਲੈਂਦੇ ਆ ਤੇ ਉਹਦਾ ਪਾਣੀ ਜਿਹੜਾ ਹੁੰਦਾ ਵਾ ਉਹਦੀ ਸ਼ੇਪ ਟੇਢੀ ਮੇਢੀ ਹੋ ਜਾਂਦੀ। ਉਸੇ ਤਰ੍ਹਾਂ ਸੰਗਤ ਕੀ ਕਰਦੀ ਆ ਕਿ ਸਾਡੀ ਗਲਤ ਸ਼ੇਪ ਨੂੰ ਸਹੀ ਕਰਦੀ ਹੈ। ਨਿਜਰ ਸਾਹਿਬ ਬਿਲਕੁਲ ਇਹ ਨੁਕਤੇ ਦੀ ਗੱਲ ਦਿੱਤੀ ਹੈ, ਇਹਨੂੰ ਕੈਚ ਕਰੋ। ਸੰਗਤ ਦੇ ਵਿੱਚ ਕੀ ਹੁੰਦਾ ਹੈ ਕਿ ਸੰਗਤ ਨੇ ਰੰਗਤ ਲੈ ਕੇ ਆਉਣੀ ਆ, ਤੁਹਾਨੂੰ ਗਿਆਨ ਦੇਣਾ। ਦੇਖੋ ਗਿਆਨ ਦੋ ਕਿਸਮ ਦਾ ਹੁੰਦਾ ਹੈ, ਇੱਕ ਹੁੰਦਾ ਹੈ ਪਰਾ ਵਿਦਿਆ, ਇੱਕ ਹੁੰਦੀ ਅਪਰਾ ਵਿਦਿਆ। ਇਹ ਜਿੰਨਾ ਵੀ ਵਿਚਾਰ ਕਰਦੇ ਹਾਂ ਆਪਾਂ, ਇਹ ਕਰਦੇ ਹਾਂ ਅਪਰਾ ਵਿਦਿਆ ਹੈ, ਇਹਦਾ ਦਾ ਗਿਆਨ ਹੈ। ਸੰਸਾਰ ਦੀਆਂ ਗੱਲਾਂ, ਸੰਸਾਰ ਦੀਆਂ ਉਦਾਹਰਨਾਂ ਦੇ ਨਾਲ ਇਹ ਗਿਆਨ ਕਰਾਇਆ ਜਾਂਦਾ ਹੈ। ਤੇ ਜਿਹੜੀ ਪਰਾ ਵਿਦਿਆ ਹੁੰਦੀ ਉਹ ਬ੍ਰਹਮ ਵਿਦਿਆ ਹੁੰਦੀ ਹੈ, ਉਹ ਆਤਮਾ ਤੱਤ ਚੋਂ ਸਾਨੂੰ ਮਿਲਦੀ ਆ। ਉਹਦੇ ਅੱਖਰ ਨਹੀਂ ਹੁੰਦੇ, ਉਹਦੇ ਅੱਖਰ ਨਹੀਂ ਹੁੰਦੇ, ਉਹਦੇ ਲਈ ਅੱਖਰ ਨਹੀਂ ਹੈਗੇ। ਹਾਂ, ਉਹ ਤੁਹਾਡੇ ਅੰਤਰਾਕਰਨ ਦੀ ਵਿਦਿਆ ਹੈ। ਤੁਹਾਡੇ ਅੰਤਰਾਕਰਨ ਜਿਹੜਾ ਹੈਗਾ ਉਹ ਸ਼ੁੱਧੀਕਰਨ ਹੁੰਦਾ ਹੈ। ਜਿੱਦਾਂ ਇੱਕ ਰੁੱਖ ਚੰਦਨ ਦੇ ਲਾਗੇ ਜਾਂਦਾ ਹੈ, ਪਰ ਜਾਣ ਤੋਂ ਪਹਿਲਾਂ ਉਹ ਚੰਦਨ ਤੱਕ ਪਹੁੰਚਾਉਣ ਦੇ ਲਈ ਇੱਕ ਕਿਰਿਆ ਹੁੰਦੀ ਆ, ਇੱਕ ਸਿਸਟਮ ਆ, ਉਹਨੂੰ ਸਾਧਨਾ ਤੇ ਸਿਮਰਨ ਕਹਿੰਦੇ ਆਪਾਂ। ਇਹ ਕਥਾ ਚੱਲਦੀ ਹੈ। ਕਥਾ ਦੇਖੋ ਪਤਾ ਕੀ ਹੁੰਦੀ ਆ, ਕਥਾ ਹੋਰ ਸਿੰਪਲ ਕਰਾਂ, ਤੁਸੀਂ ਕਿਸੇ ਲੋਹੇ ਨੂੰ ਜਦੋਂ ਮੋੜਨਾ ਚਾਹੋ, ਟੇਢਾ ਮੇਢਾ ਕਰਨਾ ਚਾਹੋ, ਟੁੱਟ ਜਾਏਗਾ। ਬਿਲਕੁਲ ਸਹੀ। ਉਹਨੂੰ ਗਰਮ ਕਰ ਲਓ ਤੇ ਬੜੀ ਆਸਾਨੀ ਨਾਲ ਮੋੜ ਸਕਦੇ ਆਪਾਂ ਨੂੰ। ਨਾ ਤੇ ਕੁਝ ਵਧਿਆ ਤੇ ਨਾ ਕੁਝ ਘਟਿਆ, ਕੇਵਲ ਹੀਟ ਕਰਨ ਦੇ ਨਾਲ ਉਸ ਲੋਹੇ ਦੇ ਵਿੱਚ ਲਚਕ ਪੈਦਾ ਹੋ ਗਈ ਆ। ਉਹਨੂੰ ਜਿਹਨੂੰ ਮਰਜ਼ੀ ਮੋੜ ਲਓ, ਜਿੱਦਾਂ ਦੀ ਮਰਜ਼ੀ ਸ਼ੇਪ ਦੇ ਲਓ। ਤੋ ਸੰਗਤ ਕੀ ਕਰਦੀ ਆ, ਜਿਹੜੀ ਬਰਫ਼ ਬਣ ਗਈ ਆ ਉਹਨੂੰ ਲਿਕੁਇਡ ਬਣਾ ਦਿੰਦੀ ਆ। ਕਹਿਣ ਤੋਂ ਭਾਵ ਕਿ ਤਰਲ ਮੈਦੇ ਚ ਬਣਾ ਕੇ ਉਸ ਤੋਂ ਬਾਅਦ ਜੋ ਮਰਜ਼ੀ ਸ਼ੇਪ ਦੇ ਲਓ ਉਹਨੂੰ ਤੁਸੀਂ। ਬਿਲਕੁਲ। ਤੇ ਸ਼ੇਪ ਦੇਣ ਤੋਂ ਪਹਿਲਾਂ ਆਪਾਂ ਨੂੰ ਇਹ ਵੇਖਣਾ ਪਊਗਾ ਕਿ ਇਹ ਜਿਹੜੀ ਮੈਂ ਸ਼ੇਪ ਦੇਣੀ ਹੈ, ਏਦਾਂ ਦੀ ਸ਼ੇਪ ਨਾ ਦੇਣਾ ਜਿਹੜੀ ਕਿਸੇ ਨੂੰ ਪਸੰਦ ਨਾ ਆਵੇ। ਠੀਕ ਹੈ। ਇਸ ਕਰਕੇ ਸੰਗਤ ਦੇ ਵਿੱਚ ਆਪਾਂ ਪਾਰਸ ਦੇ ਗੁਣ ਲੈਣੇ ਨੇ, ਚੰਗੇ ਗੁਣ ਲੈਣੇ ਨੇ। ਜਿਹੜਾ ਤਾਂਬਾ ਹੈ ਆਪਾਂ ਆਪਣੀ ਜੇ ਵੈਲਿਊ ਐਡ ਕਰਨੀ ਹੈ। ਦੇਖੋ ਇੱਕ ਲੱਕੜ ਆ, ਉਹਦੀ ਕਿਤੇ ਕਿੰਨੀ ਕੁ ਕੀਮਤ ਆ, ਪਰ ਜਦੋਂ ਤੁਸੀਂ ਉਹਦੀ ਮੂਰਤੀ ਬਣਾ ਲੈਂਦੇ ਜੋ ਜਾਂ ਉਹਦੀ ਕੁਰਸੀ ਬਣਾ ਲੈਂਦੇ ਜੋ, ਤੇ ਨਿੱਜਰ ਸਾਹਿਬ ਕਿੰਨੀ ਵੈਲਿਊ ਐਡ ਹੋ ਗਈ ਹੁਣ। ਬਿਲਕੁਲ। ਇਹ ਤੇ ਲੱਕੜ ਉਹੀ ਹੈ। ਇਸੇ ਤਰ੍ਹਾਂ ਤੁਹਾਨੂੰ ਆਪਣੇ ਵਿੱਚ ਵੈਲਿਊ ਐਡ ਕਰਨੀ ਪਊਗੀ। ਔਰ ਵੈਲਿਊ ਐਡ ਕੀ ਹੈ ਉਹ ਪਤਾ ਹੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤੀ। ਸੱਚ ਤੇ ਚੱਲੋਗੇ ਤੇ ਵੈਲਿਊ ਐਡ ਹੋਈ ਜਾਊਗੀ। ਜਿੰਨੀ ਤੁਹਾਡੀ ਚ ਵੈਲਿਊ ਐਡ ਹੁੰਦੀ ਗਈ ਨਾ, ਉਨੀ ਤੁਹਾਡੀ ਕੀਮਤ ਵੱਧਦੀ ਜਾਣੀ। ਉਹੀ ਚੀਜ਼ ਹੈ। ਬ੍ਰਹਮ ਗਿਆਨੀ ਕੀ ਕਰ ਰਿਹਾ ਕਿ ਉਹਨੇ ਬਹੁਤ ਵੈਲਿਊ ਐਡ ਕਰ ਲਈ ਆਪਣੀ ਸੰਗਤ ਕਰ ਕਰਕੇ ਨਾ, ਆਤਮਾ ਤੱਤ ਦੇ ਵਿੱਚ ਰਹਿ ਕੇ ਉਹਨੇ ਬਹੁਤ ਜ਼ਿਆਦਾ ਵੈਲਿਊ ਐਡ ਕਰੀ। ਤਾਂਹੀਓ ਤੇ ਕਹਿੰਦੇ ਕਬੀਰ ਜੀ ਵਿਗੜ ਗਏ ਨੇ, ਉਹਨਾਂ ਨੇ ਵੈਲਿਊ ਐਡ ਕਰ ਲਈ ਹੈ ਤੇ ਉਹਨਾਂ ਨੂੰ ਗਿਆਨ ਹੋ ਗਿਆ ਕਿ ਇਹ ਜਿਹੜਾ ਬਾਹਰ ਦਾ
ਨਾਟਕ ਆ ਇਹ 'ਚ ਕੋਈ ਕੀਮਤ ਨਹੀਂ ਹੈਗੀ ਪੁੱਤ। ਠੀਕ ਆ, ਛੋਟੀ ਕਲਾਸ 'ਚ ਤੁਸੀਂ ਜਾਂਦੇ ਜੋ, ਉਹ ਕਿੰਡਲ ਗਾਰਡਨ 'ਚ ਵੇਖਿਆ ਨਹੀਂ, A for apple ਤੇ B for boy, C for cat। ਠੀਕ ਆ, ਲੋੜ ਸੀ, ਪਰ ਹੁਣ MA ਜਾਂ B.Ed ਕਰਨ ਵਾਲੇ ਬੱਚੇ ਨੂੰ A for apple B for cat ਕਹਿਣ ਦੀ ਲੋੜ ਨਹੀਂ ਆ। ਪਰ ਇਹ ਤੇ ਕਹਿੰਦੇ ਤੁਸੀਂ ਕਿਤਾਬਾਂ ਚੁੱਕੀ ਫਿਰ ਹੋਏ ਨਹੀਂ, A for apple ਤੇ B for boy। ਮੇਜਰ ਸਾਹਿਬ ਬਿਲਕੁਲ ਸਹੀ ਹੈ, ਐਵੇਂ ਹੀ ਕਹਿੰਦੇ ਬਸ ਇਹਦਾ ਰਟੀ ਜਾਓ, ਇਹਨੂੰ ਬਸ ਰਟੀ ਜਾਓ। ਕਹਿੰਦੇ ਕਿਤਾਬਾਂ ਨੂੰ ਨਾ ਤੁਸੀਂ ਛੇੜੋ ਨਾ, ਇਹ ਜਿਹੜਾ ਤੁਹਾਨੂੰ ਸਮਝਾਤਾ ਨਾ, ਇੱਥੇ ਜੋ ਚੱਲਣਾ ਹੈ ਇਹ ਕਿਤਾਬ ਤੁਹਾਡੀ ਇਹੋ ਚੱਲੂਗੀ। ਤੁਸੀਂ ਵੀ ਨਹੀਂ ਸਵਾਲ ਕਰਦੇ ਕਿ ਮੈਂ ਤੇ ਹੁਣ ਮੈਂ 14-15 ਸਾਲ ਹੋ ਗਏ ਤੇ ਕਿੰਡਲ ਗਾਰਡਨ ਦੀ ਕਿਤਾਬ ਆ ਤੇ ਉਹੀ ਮੈਨੂੰ ਸੇਬ ਖਾਈ ਜਾਂਦੇ ਆ। ਸੇਬ ਕੋਈ ਸਵਾਲ ਕਰੇ ਤੇ ਸਹੀ, ਉਹ ਕਹਿੰਦੇ ਨਹੀਂ ਤੁਸੀਂ ਕਿਉਂ ਸਵਾਲ ਕਰਦੇ ਜੋ, ਇਹ ਤੇ ਤੁਸੀਂ ਗੁਰੂ ਦੇ ਆਪੋਜ਼ਿਟ ਜਾ ਰਹੇ ਜੋ। ਹਾਂ ਬਸ ਇਹ ਤਾਂ ਕਹਿੰਦੇ, ਇਹ ਤਾਂ ਪਤਾ ਨਹੀਂ ਕਹਿੰਦੇ ਮਨਮੁਖ ਹੈਗਾ ਇਹ। ਕਬੀਰ ਜੀ ਸਾਹਿਬ ਤੇ ਕਹਿੰਦੇ ਆ, ਕਹਿੰਦੇ ਕਿ ਗੁਰਕੀ ਸਾਹਿਬ ਕਹਿੰਦੇ ਇਹ ਮਨਮੁਖ ਹੈਗਾ, ਇਹਨੂੰ ਸੋਧਾ ਚਾੜੋ, ਇਹ ਸੋਧੇ ਦਾ ਲਾਇਕ, ਇਹਨੂੰ ਸੋਧਣਾ ਪੈਣਾ ਹੈ ਹੁਣ। ਨਹੀਂ ਤੇ ਇਹਨੂੰ ਕਰੋ, ਇਹਨੂੰ ਪੰਥ ਚ ਛੇਕ ਦੋ ਇਹਨੂੰ, ਛੇਕ ਦੋ, ਕਿਉਂਕਿ ਰੌਲਾ ਬਹੁਤ ਪਾਤਾ ਇਹਨੇ, ਇਹ ਹੋਰ ਨਾ ਬੰਦੇ ਖਰਾਬ ਕਰਦੇ, ਬਿਲਕੁਲ ਲੋਕੀ ਬਰਖਲਾਫ ਹੋ ਜਾਂਦੇ ਉਹਦੇ। ਮੈਂ ਇੱਕ ਗੱਲ ਮੰਨਦਾ, ਨਿਜਰ ਸਾਹਿਬ ਲੜਾਈ ਹੋਈ ਆ, ਮੰਨਿਓ 99% ਮੇਰਾ ਕਸੂਰ ਹੈ ਤੇ ਨਿਜਰ ਸਾਹਿਬ 1% ਤੁਹਾਡਾ ਵੀ ਤੇ ਹੈਗਾ ਬਿਲਕੁਲ, ਹਨਾ। ਆਪਾਂ ਮੰਨਿਓ ਕਿ ਕਿਸੇ ਚ 100 ਗਲਤੀਆਂ, ਪਰ 100 ਗਲਤੀਆਂ ਕਿਸੇ ਚ ਨਹੀਂ ਹੁੰਦੀਆਂ, 90 95 99 1-2% ਬੰਦਾ ਸਹੀ ਹੁੰਦਾ ਉਹ। ਪਰ ਆਪਾਂ ਕੀ ਕਰਦੇ ਆ, ਆਪਾਂ ਉਹਦੀ ਸਾਰੀ ਚੰਗਿਆਈ ਵੀ ਠੋਕ ਦਿੰਦੇ ਆ, ਇਹ ਮਿੱਟੀ ਹੈ। ਲੜਾਈ ਹੋਈ ਆ, ਆਪਾਂ ਮੰਨਦੇ ਹਾਂ ਕਿ ਅਗਲੇ ਦਾ ਕਸੂਰ ਆ, 99% ਕਸੂਰ ਆ, ਪਰ 1% ਉਹ ਸਹੀ ਵੀ ਸੀ। ਪਰ ਆਪਾਂ ਕਦੇ ਨਹੀਂ ਵਿਚਾਰਦੇ ਕਿ ਉਹਦੇ ਪੁਆਇੰਟ ਹੈਗਾ। ਪਰ ਬਾਣੀ ਕਹਿੰਦੀ ਤੂੰ ਭਾਵੇਂ 1% ਵੀ ਸਹੀ ਹੈ ਨਾ, ਉਹ ਤੈਨੂੰ ਉਹਦੀ ਬਣਦੀ ਕੀਮਤ ਤੈਨੂੰ ਦੇਣੀ ਪਊਗੀ। ਬਿਲਕੁਲ, ਉਹ ਤੈਨੂੰ ਕਹਿਣਾ ਪਊਗਾ, ਤੂੰ ਇਹ ਨਹੀਂ ਕਹਿ ਸਕਦਾ ਕਿ 100% ਹੀ ਕਸੂਰ ਆ, ਉਹ ਗਲਤ ਆ। ਠੀਕ ਆ, ਤੋ ਨਿਜਰ ਸਾਹਿਬ ਅੱਜ ਦੀ ਵਿਚਾਰ। ਹਾਂਜੀ, ਬਹੁਤ ਵਧੀਆ ਗੁਰਕੀ ਸਾਹਿਬ। ਇੱਕ ਨਾ ਆਪਣੇ ਮਨਦੀਪ ਭੱਟੀ, ਕੁਛ ਤੁਸੀਂ ਜਿਹੜਾ ਤੁਹਾਡਾ ਪੰਜਾ ਕਾਫੀ ਦੇਰ ਜਾਗਦਾ ਰਿਹਾ ਸੀ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਇੱਕ ਤੇ ਅਰਦਾਸ ਹੈਗੀ ਸੀ। ਨਹੀਂ ਓਕੇ ਜੀ। ਨਹੀਂ ਬਾਬਾ ਜੀ, ਐਕਚੁਅਲ ਨੈਟਵਰਕ ਪ੍ਰੋਬਲਮ ਤਾਂ ਬਹੁਤ ਜ਼ਿਆਦਾ ਹੋਈ, ਆਵਾਜ਼ ਬਹੁਤ ਡਿਸਟਰੈਕਟ ਹੋ ਰਹੀ ਸੀ, ਬਾਰੇ ਇੱਕੋ ਹੋ ਰਹੀ ਸੀ। ਮੈਂ ਕਹਿੰਦਾ ਸ਼ਾਇਦ ਸਾਰਿਆਂ ਦਾ ਪ੍ਰੋਬਲਮ ਹੋਈ, ਪੁੱਛਣਾ ਤਾਂ ਮੈਂ। ਨਹੀਂ ਬਿਲਕੁਲ, ਸਾਨੂੰ ਕੋਈ ਪ੍ਰੋਬਲਮ ਨਹੀਂ। ਆਡੀਓ ਬਹੁਤ ਨਹੀਂ, ਇੱਧਰ ਠੀਕ ਹੈ ਬਿਲਕੁਲ। ਹਾਂਜੀ ਅੱਛਾ ਮੈਂ ਹਾਂਜੀ, ਮੇਰੇ ਨੈਟਵਰਕ ਖਰਾਬ ਹੋ ਗਿਆ ਕਿਉਂਕਿ ਜਦ ਗੁਰਕੀ ਸਾਹਿਬ ਦੀ ਆਵਾਜ਼ ਇੰਨੀ ਦੂਰੋਂ ਇੱਥੇ ਤੱਕ ਆ ਰਹੀ ਹੈ ਇੰਡੀਆ ਤੋਂ, ਤੇ ਫਿਰ ਤਾਂ ਸਾਡਾ ਤਾਂ ਬਿਲਕੁਲ 100% ਸਹੀ ਹੈ। ਹਾਂ ਠੀਕ ਹੈ ਜੀ। ਹਾਂਜੀ ਵੀਰ, ਹਾਂਜੀ ਅੱਜ ਦੀ ਵਿਚਾਰ ਨਿਜਰ ਸਾਹਿਬ ਇੱਥੇ ਸਮਾਪਤ ਕਰੀਏ। ਠੀਕ ਹੈ ਜੀ। ਸਾਧ ਸੰਗਤ ਜੀ, ਕਥਾ ਸੁਣ ਕੇ ਨਾ ਇਹਨੂੰ ਜ਼ਿੰਦਗੀ ਚ ਇੰਪਲੀਮੈਂਟ ਹੀ ਕਰ ਦਿਆ ਕਰੋ। ਇਹ ਨਾ ਹੋਵੇ ਕਿ ਸੁਣ ਕੇ ਤੇ ਉੱਥੇ ਹੀ ਰਹਿ ਜੇ ਸਾਰਾ ਕੁਝ, ਤੇ ਫਿਰ ਕਬੀਰ ਜੀ ਵਾਲਾ ਕੰਮ ਨਹੀਂ ਜੋ ਬਣਨਾ, ਉਹਨੂੰ ਇੰਪਲੀਮੈਂਟ ਕਰਨਾ ਪੈਣਾ ਤੁਹਾਨੂੰ। ਗੱਲ ਸੁਣਨ ਦੇ ਨਾਲ ਗੱਲ ਖਤਮ ਨਹੀਂ ਹੁੰਦੀ, ਉੱਥੇ ਤੇ ਸ਼ੁਰੂ ਹੁੰਦੀ ਆ ਭਾਈ, ਸ਼ੁਰੂ ਹੁੰਦੀ ਆ। ਹੁਣ ਕਿਤਾਬਾਂ ਪੜ੍ਹ ਕੇ ਗੱਡੇ ਹੋਰ ਲੱਤੀ ਜੋ, ਉਹਦਾ ਨਹੀਂ ਫਾਇਦਾ ਹੈਗਾ। ਕੜੀ ਜਾਓ ਫਿਰ ਤਾਂ ਕੜੀ ਜਾਣਾ ਹੈ ਗੁਰਕੀ ਸਾਹਿਬ, ਕੱਢ ਕੇ ਜਿਹੜਾ ਕਾਲਾ ਹੋ ਜਾਣਾ ਦੁੱਧ ਜਾਂ ਲਾਲ ਹੋ ਜਾਣਾ ਹੈ, ਫਿਰ ਉਹ ਪੀਓਗੇ, ਦਹੀਂ ਜਮਾਓਗੇ ਤਾਂ ਵੀ ਖਰਾਬ। ਅਵਾਂਸ ਵਾਲਾ ਕੰਮ ਹੋ ਜਾਣਾ ਜੋ ਹੈ। ਮੱਖਣ ਚੋਂ ਵੀ ਬਦਬੂ ਆਉਂਦੀ ਹੈ, ਮੈਨੂੰ ਤਾਂ ਪਤਾ ਹੈ ਨਾ ਜ਼ਿਆਦਾ ਕੱਢਣ ਦੇ ਨਾਲ ਕੀ ਹੋ ਜਾਂਦਾ। ਮੈਂ ਤਾਂ ਕੜਿਆ ਪਿਆ ਹੈ। ਠੀਕ ਹੈ ਨਿਜਰ ਸਾਹਿਬ। ਚਲੋ ਅੱਜ ਦੀ ਵਿਚਾਰ ਸਾਧ ਸੰਗਤ ਜੀ ਇੱਥੇ ਸਮਾਪਤ ਕਰਦੇ। ਬਹੁਤ ਵਧੀਆ ਜੀ। ਹਾਂਜੀ, ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ ਕਿ ਤੁਝ ਬੁੱਧ ਤੇ ਸਪਸ਼ਟ ਬੜੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਨਾਮਦਾਨ ਬਖਸ਼ਣਾ, ਸੁਖ ਸ਼ਾਂਤੀ ਬਖਸ਼ਣੀ, ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਮੇਰੇ ਮਾਤੇ ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਇੱਕ ਬੱਚਾ ਹੈ, ਉਸਦੇ ਬਜ਼ੁਰਗ ਸਰੀਰ ਤਿਆਗ ਕਰਦੇ ਨੇ ਤੇ ਉਹ ਬੱਚਾ ਜਿੱਦ ਨਹੀਂ ਛੱਡ ਰਿਹਾ, ਆਪ
ਆਪ ਉਹਨੂੰ ਸਬਰ ਬਖਸ਼ੋ ਤਾਂ ਜੋ ਆਪਣਾ ਜੀਵਨ ਅੱਗੇ ਚਲਾ ਸਕੇ ਔਰ ਇਸ ਸਦਮੇ ਤੋਂ ਬਾਹਰ ਆਵੇ। ਮਿਹਰ ਕਰੋ ਮੇਰੇ ਮਾलिक, आप सब जानी जान जो, बिरथी ना जन की अरदास मेरे मालिक, आप जानी जानो, मिहर करो मेरे मालिक। वाहिगुरू जी का खालसा, वाहिगुरू जी की फतेह। वाहिगुरू ਵਾਹਿਗੁਰੂ वाहिगुरू ਵਾਹਿਗੁਰੂ वाहिगुरू ਵਾਹਿਗੁਰੂ वाहिगुरू ਵਾਹਿਗੁਰੂ वाहिगुरू ਵਾਹਿਗੁਰੂ वाहिगुरू ਵਾਹਿਗੁਰੂ वाहिगुरू वाहिगुरू ਵਾਹਿਗੁਰੂ वाहिगुरू ਵਾਹਿਗੁਰੂ वाहिगुरू 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 प्रसाद संगीत भी चुप हो जाओ। वाहिगुरू 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 जी का खालसा